हमारे जो कोच साहब थे उन्होंने हमेशा एक चीज़ सिखाई है कि छुट्टी हो, एग्ज़ाम हो, बीमार हो, कुछ भी हो, यू हैव टू कम फॉर द ट्रेनिंग। एंड तब लोग ये कहते थे कि बस कुछ दिनों का ही है, हो जाएगा बंद, फिर देखते हैं, दैट्स इट। तो हमें मतलब डिफ़िकल्टीज आएंगी, बट वी हैव टू बी मेंटली प्रिपेयर्ड कि ये मेरी जगह है, ये मेरा काम है, और अगर इसको कोई प्रॉब्लम हुई तो मैं सफ़र करूँगा। ਆਪਾਂ ਤੁਸੀਂ ਗੱਲ ਕੀਤੀ ਹੈ ਰੇਪ ਵਿਕਟਮ ਦੀ, ਇਹ ਬਹੁਤ ਤਕੜਾ ਮੁੱਦਾ ਹੈ ਇੰਡੀਆ ਲੈਵਲ ਤੇ, ਪੰਜਾਬ ਛੱਡੋ ਇੰਡੀਆ ਲੈਵਲ ਤੇ। ਆ ਰੀਸੈਂਟਲੀ ਇੱਕ ਜਲੰਧਰ ਵਿੱਚ ਹੋਇਆ। ਵਾਸ਼ਰੂਮ 'ਚ ਬੈਠੇ ਆਪਾਂ ਸਟੋਰੀਆਂ ਦੇਖੀਆਂ, ਨਿਕਲ ਗਏ, ਸਾਨੂੰ ਕਿਵੇਂ ਪਤਾ ਕਿ ਵੀ ਜਿਹੜੇ 100 ਲੋਕਾਂ ਨੇ 1000 ਲੋਕਾਂ ਨੇ ਸਟੋਰੀ ਦੇਖੀ ਹੈ ਉਹ ਮੀਨਿੰਗਫੁਲ ਹੈ ਜਾਂ ਨਹੀਂ ਹੈ, ਮਾਈਂਡ ਤੇ ਕੋਈ ਇੰਪੈਕਟ ਪਿਆ ਕਿ ਨਹੀਂ। ਜਿੱਦਾਂ ਮੇਰੇ ਕੋਲ ਕੁੜੀਆਂ ਕਾਫੀ ਆਉਂਦੀਆਂ, ਮੈਂ ਉਹਨਾਂ ਨੂੰ ਕਹਿੰਦਾ ਵੀ ਤੁਸੀਂ ਕਿਸੇ ਤੇ ਟਰਸਟ ਨਾ ਕਰੋ, ਨਾਟ ਇਵਨ ਐਟ ਮੀ। ਹੁਣ ਜਦੋਂ ਛੋਟੇ ਬੱਚੇ ਨੂੰ ਮੈਂ ਕਰਾ ਰਿਹਾ ਗੁੱਡ ਟੱਚ ਬੈਡ ਟੱਚ, ਉਹ ਚੀਜ਼ਾਂ ਜ਼ਰੂਰੀ ਹੈ ਉਹਨਾਂ ਨੂੰ ਬਾਰ-ਬਾਰ ਦੱਸਣਾ। ਜਿਹਨੂੰ ਇਹ ਪਤਾ ਬਈ ਕਿ ਯਾਰ ਰੇਪ ਕੀ ਹੁੰਦਾ ਹੈ, ਚਾਹੇ ਉਹ 15-16 ਸਾਲ ਦਾ ਮੁੰਡਾ ਹੈ, ਚਾਹੇ ਉਹ 50-60 ਸਾਲ ਦਾ ਬੰਦਾ ਹੈ, ਉਹ ਕਲਪਿਟ ਹੈ। ਐਜ਼ ਅ ਪੇਰੈਂਟ ਸਾਨੂੰ ਇਹ ਹੋਣਾ ਚਾਹੀਦਾ, ਵੀ ਹੈਵ ਟੂ ਬੀ ਮੈਂਟਲੀ ਪ੍ਰਿਪੇਅਰਡ ਐਂਡ ਸਟ੍ਰਿਕਟ ਕਿ ਬੱਚੇ ਨੂੰ ਸਟਰੋਂਗ ਬਣਾਉਣਾ। ਮੈਂ ਇੱਦਾਂ ਦੇ ਇੰਸੀਡੈਂਟਸ ਵੀ, ਮੇਰੇ ਕੋਲ ਕੁੜੀਆਂ ਆਈਆਂ ਜਿਨ੍ਹਾਂ ਨੇ ਨਾਂ ਲੈ ਕੇ ਦੱਸੇ ਵੀ ਅਸੀਂ ਇਹਨਾਂ ਕੋਚ ਕੋਲ ਜਾਂਦੇ ਰਹੇ ਹਾਂ ਤੇ ਇਹਨਾਂ ਕੋਚ ਨੇ ਇੱਦਾਂ ਤਰੀਕੇ ਨਾਲ ਹੱਥ ਲੈ ਕੇ ਅਸੀਂ ਅਨਕੰਫਰਟੇਬਲ ਹੋ ਗਏ। ਸਾਨੂੰ ਆਪਣੇ ਰੂਟਸ ਨਾਲ ਕਨੈਕਟ ਹੋਣਾ ਪੈਣਾ। ਬਾਈ ਵਾਪਸ ਆਓ, ਤੁਸੀਂ ਮੰਦਿਰ ਗੁਰਦੁਆਰੇ ਜਾਓ, ਮੱਥਾ ਟੇਕੋ, ਉਹ ਬਹੁਤ ਜ਼ਰੂਰੀ ਹੈ। ਠੀਕ ਹੈ, ਮੈਡੀਟੇਟ ਕਰੋ, ਉਹ ਬਹੁਤ ਜ਼ਰੂਰੀ ਹੈ। ਜੇ ਤੁਹਾਡਾ ਕੈਰੈਕਟਰ ਨਹੀਂ, ਯੂ ਆਰ ਨਾਟ ਐਨ ਹਿਊਮਨ ਯਾਰ। ਵਾਟ ਇਜ਼ ਦ ਮਿਨੀਮਮ ਏਜ ਕਿ ਯਾਰ ਇਸ ਏਜ 'ਚ ਤੁਸੀਂ ਆਪਣੇ ਬੱਚੇ ਨੂੰ ਸੈਲਫ ਡਿਫੈਂਸ ਸਿਖਾਉਣਾ ਸ਼ੁਰੂ ਕਰ ਦਿਓ, ਕਿਉਂਕਿ ਆਪਣੇ ਛੋਟੇ ਬੱਚੇ ਜ਼ਿਆਦਾ ਟਾਰਗੇਟ ਹੋ ਰਹੇ ਆ। ਕਾਫੀ ਬੱਚੇ ਇੱਦਾਂ ਦੇ ਹੈ ਜਿਨ੍ਹਾਂ ਦਾ ਲਿਟਰਲੀ ਡਿਪਰੈਸ਼ਨ 'ਚੋਂ ਗੁਜ਼ਰੇ ਹੈ, ਸੁਸਾਈਡਲ ਥਾਟ ਤੋਂ ਗੁਜ਼ਰੇ ਹੈ। ਉਹੀ ਤਾਂ ਆਪਾਂ ਜਿਮ ਜੁਆਇਨ ਕਰਦੇ ਆ, ਮੈਂ ਦੇਖਿਆ ਕਈ ਟ੍ਰੇਨਰ ਹੁੰਦੇ ਆ, ਮਹੀਨਾ ਨਹੀਂ ਹੁੰਦਾ ਯਾਰ ਭਾਈ ਇਹ ਲੈ ਲੈ, ਤੂੰ ਇਹ BCA ਡਬਲ ਲੈ ਲੈ, ਤੂੰ ਗੇਨਰ ਲੈ ਲੈ, ਹੈ ਨਾ, ਤੂੰ ਵੇ ਪ੍ਰੋਟੀਨ ਲੈ ਲੈ। रूटीन डाइट में दिन च 2 चपाती सवेरे खाई, 1 चपाती शाम को खाती, मैं कहता हूँ भी आई एम फॉलोइंग अ गुड डाइट, दैट इज नॉट पॉसिबल, दैट इज नॉट अ डाइट। बिना क्लियर गाइडेंस के कोई भी चीज़ लोगे वो नुकसान कर सकती है। ठीक है, ज़बरदस्ती वेट बढ़ाने के लिए आप 5 की जगह 7-10 रोटियां खानी शुरू कर दो, वो भी प्रॉब्लम करेगी। तो मेन मैथड ये कि एक गुरु बनाओ, बहुत ज़रूरी है। हमारा कल्चर है ਹੁਣ ਜਿੱਦਾਂ ਜਗਜੀਤ ਭਾਜੀ ਹੈ, ਹੀ ਇਜ਼ ਅ ਵਰਲਡ ਚੈਂਪੀਅਨ ਰਾਈਟ ਨਾਓ, ਜੁਝਾਰ ਹੈ ਜਿਹੜਾ ਹੁਣ UFC ਸਲੈਪ 'ਚ ਜਿਹਦਾ ਵਿਨਿੰਗ ਸਟ੍ਰੀਕ ਪਈ ਹੈ ਮੁੰਡੇ ਦੀ, ਹਾਂਜੀ, ਉਹ ਹੀ ਇਜ਼ ਅਮੇਜ਼ਿੰਗ ਜੁਝਾਰ ਸਿੰਘ। ਤੁਹਾਨੂੰ ਲੱਗਦਾ ਹੈ ਅੱਜ ਕੱਲ ਇੰਸਟਾਗ੍ਰਾਮ ਤੇ ਜੋ ਜਿਮ ਦਿਖਾਇਆ ਜਾ ਰਿਹਾ ਹੈ, ਬੁਰਾ ਮੰਨੂਗੇ ਕੋਈ ਕੁੜੀਆਂ ਕਿ ਕੁੜੀਆਂ ਮਤਲਬ ਕੀ ਦਿਖਾ ਰਹੀਆਂ ਕਿ ਤੁਸੀਂ ਆਪਣੇ ਘਰ ਉਹ ਰੀਲਾਂ ਨਹੀਂ ਚਲਾ ਸਕਦੇ? ਭਾਜੀ ਗੇਮ ਸਾਰੀ ਫੋਲੋਇੰਗ ਦੀ ਹੈ। ਹੁਣ ਨਿਊ ਈਅਰ ਵਾਲਾ ਟਾਈਮ ਆ ਗਿਆ, ਜਨਵਰੀ ਵਾਲਾ ਹੈ ਨਾ, 1 ਤਰੀਕ ਨੂੰ ਦੇਖੋ ਕਿੰਨੀ ਜਨਤਾ ਨੇ ਪੋਸਟਾਂ ਪਾਉਣੀਆਂ ਵੀ ਨਿਊ ਬੈਕ, ਨਿਊ ਮੀ। 7-8 ਤਰੀਕ ਤੱਕ ਜਨਤਾ ਗਾਇਬ। ਵੀ ਮੈਂ ਕਹਿੰਦਾ ਜਿਮ ਇਜ਼ ਅ ਵੈਰੀ ਗੁੱਡ ਥੈਰੇਪੀ, ਬਟ ਜੇ ਤੁਹਾਡਾ ਮਾਈਂਡਸੈਟ ਨਹੀਂ ਹੈ, ਤੁਸੀਂ ਉੱਥੇ ਕੁੜੀਆਂ ਹੀ ਦੇਖੋਗੇ ਜਾ ਕੇ 1 ਮਿਲੀਅਨ ਸੂਨ। ਤੇ ਉਸ ਕਰਕੇ ਕੁੜੀ ਡਿਪਰੈਸ਼ਨ 'ਚ ਗਈ ਸੀ ਤਾਂ ਉਹਨੇ ਸੁਸਾਈਡ ਕੀਤਾ ਸੀ। ਕੀ ਤੁਹਾਨੂੰ ਪਤਾ ਹੈ ਭਾਰਤ ਵਿੱਚ ਹਰ 8 ਮਿੰਟ ਬਾਅਦ ਸਾਡੀ ਕੁੜੀਆਂ ਅਨਸੇਫ ਨੇ? ਕਿੰਨਾ ਵਧੀਆ ਹੋਵੇ ਜੇ ਇਹ ਚੀਜ਼ ਦੀ ਨੌਬਤ ਹੀ ਨਾ ਆਵੇ, ਜੇ ਸਾਡੀ ਕੁੜੀਆਂ ਔਨ ਦੀ ਸਪੌਟ ਸੈਲਫ ਡਿਫੈਂਸ ਕਰਨ ਲੱਗ ਜਾਣ। ਤੇ ਉਹੀ ਸੈਲਫ ਡਿਫੈਂਸ ਸਿਖਾਉਣ ਲਈ ਸਾਡੇ ਨਾਲ ਅੱਜ ਜੁੜੇ ਨੇ ਕਬੀਰ ਜੀ, ਜਿਨ੍ਹਾਂ ਨੂੰ 13 ਸਾਲ 15 ਸਾਲ ਤੋਂ ਵੱਧ ਆਪਣੀ ਅਕੈਡਮੀ ਚਲਾਉਂਦੇ ਹੋ ਗਿਆ ਤੇ ਜਿਨ੍ਹਾਂ ਨੇ ਬਹੁਤ ਹੀ ਦਿੱਗਜ ਆਰਟਿਸਟ ਨੂੰ ਟ੍ਰੇਨ ਕੀਤਾ ਹੈ। ਤੇ ਆਓ ਅਸੀਂ ਗੱਲਬਾਤ ਕਰਦੇ ਹਾਂ। ਅੱਜ ਦਾ ਪੋਡਕਾਸਟ ਬਹੁਤ ਹੀ ਐਨਰਜੈਟਿਕ ਹੋਊਗਾ। ਸਤਿ ਸ਼੍ਰੀ ਅਕਾਲ ਕਬੀਰ ਜੀ, ਕੀ ਹਾਲ ਨੇ? ਸਤਿ ਸ਼੍ਰੀ ਅਕਾਲ ਭਾਜੀ, ਵਧੀਆ, ਤੁਸੀਂ ਸੁਣਾਓ? ਵਧੀਆ ਜੀ। ਦੇਖੋ ਤੁਹਾਡੇ ਬਾਰੇ ਮੈਨੂੰ ਪਤਾ ਹੈ, ਬਥੇਰੇ ਲੋਕਾਂ ਨੂੰ ਪਤਾ ਹੈ। ਮੈਂ ਚਾਹੁੰਦਾ ਇਸ ਪੋਡਕਾਸਟ ਦੇ ਜਰੀਏ ਤੁਹਾਡੇ ਬਾਰੇ ਹੋਰਾਂ ਨੂੰ, ਸਭ ਨੂੰ ਪਤਾ ਚੱਲੇ, ਤੇ ਥੋੜਾ ਬਹੁਤ ਆਪਣੇ ਬਾਰੇ ਦੱਸੋ। ਓਕੇ, ਸਭ ਤੋਂ ਪਹਿਲਾਂ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਮੇਰਾ ਨਾਮ ਹੈ ਸੂਰਜ ਕਬੀਰ ਵਰਮਾ ਤੇ ਮੈਂ ਇੱਕ ਪ੍ਰੋਫੈਸ਼ਨਲ ਮਾਰਸ਼ਲ ਆਰਟਿਸਟ ਹਾਂ। ਮੇਰੀ ਅਕੈਡਮੀ ਦਾ ਨਾਮ ਹੈ ਕਿੰਗਸ ਅਕੈਡਮੀ ਆਫ ਮਾਰਸ਼ਲ ਆਰਟ, ਤੇ ਵਿਚ ਵੀ ਹੈਵ ਸਟਾਰਟਡ ਇਨ 2010 ਇਨ ਚੰਡੀਗੜ੍ਹ। ਤੇ ਸਾਨੂੰ ਅਕੈਡਮੀ ਨੂੰ ਚਲਾਉਂਦੇ ਹੋਏ ਨੂੰ ਹੋ ਗਏ ਅਰਾਊਂਡ 15 ਸਾਲ ਹੋ ਗਏ ਭਾਜੀ। ਤੇ ਮੈਂ ਬਚਪਨ ਤੋਂ ਗੇਮ 'ਚ ਹਾਂ। ਮੈਂ ਅਰਾਊਂਡ 4-5 ਸਾਲ ਦਾ ਰਿਹਾ ਹੋਣਾ। ਉਦੋਂ ਨੋਰਮਲ ਟ੍ਰੇਨਿੰਗ ਹੁੰਦੀ ਸੀ। ਉਹ ਤੋਂ ਬਾਅਦ ਸਕੂਲ 'ਚ ਸੀਗਾ, ਸਕੂਲ 'ਚ ਕਰਾਟੇ ਸਿੱਖੀ। ਫਿਰ ਵੈਨ ਆਈ ਵਾਜ਼ ਇਨ 9th ਔਰ 10th ਕਲਾਸ, ਉਦੋਂ ਮੈਂ ਤਾਈਕਵਾਂਡੋ ਕੀਤੀ। ਤੇ ਇਹ ਕਹਿ ਲਓ ਵੀ ਕਿਸਮਤ 'ਚ ਲਿਖਿਆ ਹੋਇਆ ਸੀ ਕਿ ਮੈਨੂੰ ਇਸ ਚੀਜ਼ ਨੂੰ ਕਰਨਾ ਹੈ। ਸਟੱਡੀ ਦੇ ਨਾਲ ਨਾਲ ਇਸ ਚੀਜ਼ ਨੂੰ ਕੰਟੀਨਿਊ ਕੀਤਾ ਤੇ ਬਾਈ ਗੋਡ ਗ੍ਰੇਸ ਅੱਜ ਸਾਡੀ ਜਿਹੜੀ ਅਕੈਡਮੀ ਹੈ, ਬਾਈ ਗੋਡ ਗ੍ਰੇਸ ਚੰਡੀਗੜ੍ਹ ਦੀ ਵਨ ਆਫ ਦੀ ਬੈਸਟ ਅਕੈਡਮੀ ਹੈ। ਤੇ ਇਸ ਫੀਲਡ 'ਚ ਸਾਨੂੰ ਜੇ ਟੋਟਲ ਆਪਾਂ ਕਾਊਂਟ ਕਰੀਏ 25 ਸਾਲ ਤੋਂ ਉੱਪਰ ਹੋ ਗਏ ਜੀ। ਓਕੇ, ਇੱਦਾਂ ਦਾ ਕਿਹੜਾ ਰੀਜ਼ਨ ਸੀਗਾ ਕਿ ਯਾਰ ਤੁਹਾਨੂੰ, ਤੁਹਾਡੇ ਦਿਮਾਗ ਵਿੱਚ ਆਇਆ ਯਾਰ ਮੈਂ ਇਹ ਫੀਲਡ ਫੜਨੀ ਹੈ? ਕੋਈ ਇੱਦਾਂ ਦਾ ਜਿੱਦਾਂ ਹੁੰਦਾ ਨਾ ਯਾਰ ਮੈਂ ਜਿੱਦਾਂ ਚੂਜ਼ ਕਰਨਾ, ਯਾਰ ਬਚਪਨ 'ਚ ਸਾਨੂੰ ਨਹੀਂ ਪਤਾ ਹੁੰਦਾ ਕੀ ਕਰਨਾ, ਪਰ ਤੁਸੀਂ ਕਹਿ ਰਹੇ ਹੋ ਮੈਂ ਬਚਪਨ 'ਚ ਹੀ ਚੂਜ਼ ਕਰ ਲਿਆ। ਇੱਦਾਂ ਦਾ ਕਿਹੜਾ ਰੀਜ਼ਨ ਸੀਗਾ? ਭਾਈ ਦੇਖੋ, ਜਦ ਛੋਟੇ ਹੁੰਦੇ ਨਾ, ਬਸ ਉਦੋਂ ਐਜ਼ ਐਨ ਹੌਬੀ ਕਰਦੇ ਹੁੰਦੇ ਸੀ ਕਿ ਵੀ ਠੀਕ ਹੈ ਆਪਾਂ ਇੱਕ ਟ੍ਰੇਨਿੰਗ ਕਰ ਰਹੇ ਹਾਂ, ਆਪਣਾ ਫਿਟਨੈਸ ਵਾਸਤੇ ਕਰ ਰਹੇ ਹਾਂ, ਗੇਮ ਵਾਸਤੇ ਕਰ ਰਹੇ ਹਾਂ। ਉਦੋਂ ਇਹ ਅਵੇਅਰਨੈਸ ਨਹੀਂ ਸੀ ਕਿ ਵੀ ਮੈਂ ਇਹਨੂੰ ਐਜ਼ ਅ ਬਿਜ਼ਨਸ ਜਾਂ ਐਜ਼ ਅ ਪ੍ਰੋਫੈਸ਼ਨ ਚੂਜ਼ ਕਰਨਾ ਹੈ। ਬਟ ਮੈਨੂੰ ਹਜੇ ਵੀ ਇੱਕ ਇੰਸੀਡੈਂਸ ਬਹੁਤ ਕਲੀਅਰਲੀ ਯਾਦ ਹੈ ਕਿ ਇੱਕ ਵਾਰੀ ਮੈਂ ਇੱਕ ਸਾਡੇ ਨਾ ਮੁਹੱਲੇ 'ਚ ਇੱਕ ਡਾਕਟਰ ਸਾਹਿਬ ਹੁੰਦੇ ਸੀ ਤੇ ਮੈਨੂੰ ਸੀਗਾ ਕਿ ਉਹਨਾਂ ਡੇਲੀ ਉਹਨਾਂ ਦੇ ਕੋਲ ਜਾ ਕੇ ਬੈਠਦਾ ਹੁੰਦਾ ਸੀ। ਸ਼ਾਮ ਨੂੰ ਬੈਠੇ ਅਖਬਾਰ ਪੜ੍ਹੇ, ਕੁਛ ਨਾ ਕੁਛ ਮੈਨੂੰ ਹਮੇਸ਼ਾ ਸਿੱਖਣ ਦਾ ਹੁੰਦਾ ਸੀ। ਤੇ ਉਦੋਂ ਇੱਕ ਆਰਟੀਕਲ ਸੀਗਾ ਜਿਹਦੇ 'ਚ ਸੀਗਾ ਕਿ ਵੀ ਇੱਕ ਕੁੜੀ ਨਾਲ ਰੇਪ ਹੋਇਆ ਸੀ।
ਓਕੇ ਤੇ ਜਿਹੜੇ ਵੱਡੇ ਸਾਰੇ ਬੈਠਦੇ ਆ ਆਪਸ 'ਚ ਗੱਲਾਂ ਕਰਦੇ ਤੇ ਉਦੋਂ ਉਹ ਆਪਸ 'ਚ ਇਹ ਗੱਲ ਕਰਦੇ ਕਿ ਯਾਰ ਸਾਡਾ ਸਿਸਟਮ ਕੁਝ ਕਰਦਾ ਤਾਂ ਹੈ ਨਹੀਂ ਤੇ क्या ही कर लेगा हमारा सिस्टम, कितना ही कर लेगा हमारा सिस्टम। और उस टाइम पे जब मैं सीखता होता तो मुझे इतना पता था कि यार एटलीस्ट मुझे इतना कॉन्फिडेंस है कि मैं अपने आप को तो बचा सकता हूँ। और ये चीज़ मेरे माइंड में ऐसे बैठी हुई थी कि अगर मैं अपने अपने आप को बचा सकता हूँ और हमारे साथ की जो लड़कियां थी, जो फीमेल एथलीट्स थी, उनका भी मुझे पता था कि दे आर ट्रेंड इनफ कि वो अपना डिफेंस कर सकती हैं, तो व्हाई नॉट अदर गर्ल्स। या अगर सारी लड़कियां इस चीज़ को ज्वाइन करें, सारी लड़कियां इस चीज़ को सीखें, तो डेफिनेटली दे कैन डिफेंड देमसेल्फ ऑल्सो। बट रीज़न यही था कि उस टाइम पे कोई एज सच बड़ी एकेडमीज नहीं थी। हमने गार्डन्स में ट्रेनिंग की है, मेरे कोच साहब थे, हम लोग 45 सेक्टर में करते थे, ओपन गार्डन में ट्रेनिंग करते थे। बारिश हो गई, हम लोग बहुत बारी हमने बारिश में भी ट्रेनिंग की है, बट मोस्ट ऑफ द टाइम छुट्टी होती थी बारिश में, या कभी ज़्यादा ठंड पड़ गई फिर छुट्टी। बट अच्छी चीज़ ये थी कि हमने गिव अप नहीं किया। हमारे जो कोच साहब थे उन्होंने हमेशा एक चीज़ सिखाई है कि छुट्टी हो, एग्ज़ाम हो, बीमार हो, कुछ भी हो, यू हैव टू कम फॉर द ट्रेनिंग। मन नहीं कर रहा कोई बात नहीं, आ जाओ, आधा घंटा करेंगे, बट एक बार ही आप ग्राउंड में पहुँच गए आपका रिदम बन जाता है, ठीक है। बट उसमें ये इशू था कि जो मैंने देखा है कि जैसे-जैसे हम लोग लेवल अप करते गए, बाहर गए, हमने देखा कि बाहर तो एकेडमीज़ ही बहुत बड़ी-बड़ी होती हैं, प्रॉपर मैट है, हमने ग्राउंड में ट्रेनिंग की है, इंजरीज़ का डर होता था। बट जैसे-जैसे बाहर गए वहाँ पता लग रहा है कि मैट होते हैं, पंचिंग बैग होते हैं, वो फैसिलिटीज़ की जो कमी थी वो अंदर कहीं न कहीं वो फ़ील होती थी। फिर जैसे-जैसे ग्रो अप होते गए, कॉलेज गए, कॉलेज लेवल पे पता था मैं सीसीडी कॉलेज में था, चंडीगढ़ कॉलेज ऑफ इंजीनियरिंग एंड टेक्नोलॉजी जो 26 में है। उसके साथ भी मैंने ट्रेनिंग कंटिन्यू की। देन एज़ अ पार्ट टाइम एज़ अ ट्रेनर भी जॉइन किया मैंने, सिखाने का काम करता था। वहाँ मेरे कोच कोई दूसरे थे, उन कोच साहब से भी बहुत कुछ सीखने को मिला। बट एक चीज़ अखरती थी कि यार एक प्रोफेशनल प्लेस होनी चाहिए जहाँ पर ना हम प्राउडली बोल सकें कि ये मेरी जगह है, ठीक है? मैं अपने हिसाब से ट्रेनिंग करूँगा। जैसे कि पहले हम गार्डन में करते थे, उसके बाद हम गए जैसे राजस्थान भवन होता है, जो अपने कम्युनिटी सेंटर्स होते हैं, वहाँ हम जा रहे हैं, कभी शादियाँ हो गई तो छुट्टी। फिर कई बारी उनके हिसाब से हमें चलना पड़ता था। बस वो कह लो कि दिमाग में वो चीज़ स्टक कर गई कि कुछ ऐसा करना है कि हमारी अपनी जगह हो, हम अपने हिसाब से, अपने तरीके से ट्रेनिंग करवा पाएँ एंड ओपनली, जहाँ पेरेंट्स को सेफ फ़ील हो कि मेरी लड़की जहाँ जा रही है, मेरा बच्चा जहाँ जा रहा है वो सेफ हैंड्स में है, सेफ जगह पर है। देन मुझे अभी भी याद है जब मैंने अपनी एकेडमी को 4-5 साल होने के बाद मैंने सोचा कि इसको मैं एज़ अ प्राइवेट लिमिटेड बनाऊँगा। तो काफ़ी लोग इसके जो मेरे फ्रेंड सर्कल में थे कि क्या ज़रूरत है, टैक्स ज़्यादा देना पड़ता है, क्या करेगा, चल तो रहा है बढ़िया। बट मेरे माइंड में ना वो चल तो रहा है, गुज़ारा चल रहा है, रोटी-पानी चल रही है, वो चीज़ नहीं थी। मुझे ये था कि इसको किसी लेवल पे लेके जाना है, कुछ एक ड्रीम सोचा हुआ था कि आने वाले टाइम पे इसको वन ऑफ द बिगेस्ट ब्रांड बनाना है। ओके एंड कहते हैं ना जब आपकी नीयत अच्छी हो तो सारा यूनिवर्स आपका साथ देता है, भगवान आपका साथ देता है। एंड आई स्ट्रांगली बिलीव मेरे महादेव, मेरे बजरंगबली हैं, हम फिटनेस में हैं, सच्ची नीयत से काम किया है। एंड उस टाइम कुछ लोग ऐसे होते थे कि थोड़े दिन का है, जब इतना-इतना रेंट देना पड़ेगा फिर पता लगेगा। उस टाइम पे 2010 में 45,000 मंथली रेंट था। ओह एंड तब लोग ये कहते थे कि बस कुछ दिनों का ही है, हो जाएगा बंद फिर देखते हैं। एंड 15 साल हो गए, अभी वो देख ही रहे हैं, उनका लेवल वहीं पर है एंड बाय गॉड ग्रेस हमारा बहुत अच्छा लेवल है। ਓਕੇ ਡਿਫਿਕਲਟੀਜ਼ ਵਿੱਚ ਤੁਹਾਨੂੰ ਬਹੁਤ ਆਈ ਹੋਣੀ ਹੈ ਜਦ ਤੁਸੀਂ ਸਟਾਰਟ ਕੀਤਾ ਪਲੱਸ ਅਕੈਡਮੀ ਦੇ ਵਿੱਚ ਜੋ ਸਫ਼ਰ ਸੀਗਾ ਉਹਦੇ ਵਿੱਚ ਕੀ ਡਿਫਿਕਲਟੀਜ਼ ਆਈ ਸੀ ਤੁਹਾਨੂੰ ਭਾਈ ਦੇਖੋ ਡਿਫਿਕਲਟੀਜ਼ ਹਰ ਫੀਲਡ 'ਚ ਹੈ, ਚਾਹੇ ਤੁਸੀਂ ਕੋਈ ਵੀ ਬਿਜ਼ਨਸ ਸ਼ੁਰੂ ਕਰੋਗੇ ਨਾ। ਮੈਨੂੰ ਚੰਗੀ ਤਰ੍ਹਾਂ ਯਾਦ ਹੈ ਜਦ ਮੈਂ ਸਟਾਰਟ ਕੀਤਾ ਸੀ, ਮੈਂ ਇੱਕ ਓਪਨ ਗਰਾਊਂਡ 'ਚ ਕਰਵਾਉਂਦਾ ਸੀ 44 'ਚ, ਉਦੋਂ ਮੇਰੇ ਕੋਲ ਘੱਟੋ ਘੱਟ 25-30 ਬੱਚੇ ਹੁੰਦੇ ਸੀ ਤੇ आई वाज मेंटली प्रिपेयर्ड कि यार 30 बच्चे हैं, ये सारे मेरे ज्वाइन करेंगे। जब मैंने एकेडमी खोली तो आई गेस 15-16 रह गए, आई गेस 20 रह गए होंगे, नॉट मोर देन दैट। तो कहते हैं ना कि जब आप बिजनेस शुरू करते हो तो आपको लगता है कि मेरे साथ वाले बहुत साथ देंगे, ये भी सच नहीं है। आपको अपने दम पे करना है, आपको स्ट्रांग होना पड़ेगा। बट मेरे मेरे साथ ना मेरी किस्मत ने बहुत साथ दिया। कहते हैं ना जब 1 महीना पूरा होता है, लोग आज की डेट में बिजनेस करते हैं तो वो ऑलमोस्ट 1-1 साल का बैकअप लेकर चलते हैं कि अगर बिजनेस नहीं चला तो 1 साल का रेंट हमारे बैकअप में होना चाहिए। बट मेरे पास पैसे ही नहीं थे। मेरे साथ उस वक्त एक फ्रेंड होती थी, उसने साथ में इन्वेस्ट किया और उसको भी किसी ने मिसगाइड किया कि यार इस बिजनेस में कुछ है नहीं, तूने 1,80,000 रुपये उसने दिए थे एंड ये तूने पैसा लगा दिया, ये रिटर्न नहीं होगा। सो जैसे मर्जी करके तो उससे पैसे वापस ले ले, सूरज से पैसे वापस ले ले। एंड वो चीज़ भी देखी मैंने। वो 1 महीने बाद मेरे पीछे पड़ गई, यार मेरे को पैसे वापस। मैं कहा मैं कहाँ से दूँ, मेरे पास है ही नहीं। एंड हमने तो सोचा था मिलके करेंगे, मैंने सारी चीज़ें की हैं, मैं ट्रेनिंग करवा सकता हूँ, ठीक है, बट मैं मार्केटिंग, ट्रेनिंग सब कुछ अकेला नहीं हैंडल कर सकता। बट अगेन अब समझ में आता है कि वो भगवान ने जो किया सही किया, कि अगर कोई पार्टनर होता तो शेयर देना पड़ता।
बट आज के डेट में कोई पार्टनर नहीं है। आई एम अ सोल पर्सन ऑफ माई अकेडमी। मेरा ब्रदर है, वो डायरेक्टर है, मैं हूँ, मेरे वाइफ हैं, हम सब मेरे वाइफ वो खुद भी ब्लैक बेल्ट है ओह और खुद भी एथलीट है। सो हमारी फैमिली ही पूरी एथलीट होंगी इस टाइम पे, सारे एथलीट्स हैं। मेरी गुड़िया है, शी इज अ 10 years old नाउ। होपफुली अगले 2 साल में उसको मैं ब्लैक बेल्ट तक लेकर जाऊंगा। मेरा छोटा भतीजा है, वो भी ऑलमोस्ट 12-13 साल का हो गया, वो भी आगे ब्लैक बेल्ट। मतलब एक माइंडसेट किया है कि आने वाले टाइम में डिफिकल्टीज आएंगी, हमने उससे लड़ना कैसे है। सबसे बड़ी डिफिकल्टी होती थी जब हमने शुरू किया था रेंट का, रेंट कैसे निकलेगा। फिर आता है मिसलेनियस छोटे मोटे खर्चे, कभी कोई मैट में प्रॉब्लम आई, कोई शीशा टूट गया, कोई पंचिंग बैग टूटा, ये प्रॉब्लम्स। फिर आती थी मार्केटिंग कैसे करोगे। अभी तो चलो इंस्टाग्राम वगैरह का, पहले तो 2011-12 में इंस्टाग्राम ऑफलाइन हमें इतना पता ही नहीं था इंस्टाग्राम को, तो मैंने खुद ने पैम्फलेट बांटे हैं। ऑफलाइन सेक्टर 33 की मार्केट होती थी, 17 गए मेरे साथ कुछ एक बहुत पुराने स्टूडेंट जो आज भी जुड़े हुए हैं। हम लोग, कोई शर्म नहीं थी हमें। आजकल तो होता है ना ओनर, आई एम द डायरेक्टर ऑफ द एकेडमी, हम सीईओ, नाम के आगे सीईओ, ओनर एंड सीओओ, डायरेक्टर लगा दिया। दैट इज नॉट जस्ट, वो सिर्फ एक टैगलाइन है मैं तो चेयर है में ना। बैठूंगा, आप करो। एग्जैक्टली। बट मैं आज भी, मुझे कोई शर्म नहीं फील होती अगर जो हमारे क्लीनिंग के लिए आंटी आते हैं, इफ शी इज नॉट देयर, मैं खुद उठाता हूँ। वो तो बच्चों में वो एटिकेट सिखाए हैं, वो तुरंत खींचते हैं, सर मुझे दो, मैं करता हूँ, मैं करता हूँ। लड़कियां हैं वो कहती है सर मुझे दो, एंड मुझे तुम लोग ट्रेनिंग करो, मैं कर रहा हूँ। जब मुझे नहीं करना मैं करना जरा साफ, दैट्स इट। तो हमें मतलब डिफिकल्टीज आएंगी, बट वी हैव टू बी मेंटली प्रिपेयर्ड कि ये मेरी जगह है, ये मेरा काम है, और अगर इसको कोई प्रॉब्लम हुई तो मैं सफर करूंगा। ये 3-4 चीजें माइंड में आ गई तो आप अपने आप एफर्ट मारते हो, और आपको एफर्ट मारना ही पड़ेगा। ਆਪਾਂ ਤੁਸੀਂ ਗੱਲ ਕੀਤੀ ਹੈ ਰੇਪ ਵਿਕਟਮ ਦੀ, ਇਹ ਬਹੁਤ ਤਕੜਾ ਮੁੱਦਾ ਹੈ ਇੰਡੀਆ ਲੈਵਲ ਤੇ, ਪੰਜਾਬ ਛੱਡੋ ਇੰਡੀਆ ਲੈਵਲ ਤੇ। ਆ ਰੀਸੈਂਟਲੀ ਇੱਕ ਜਲੰਧਰ ਵਿੱਚ ਹੋਇਆ ਹੈ, ਤੁਸੀਂ ਦੇਖਿਆ ਹੈ ਭਾਈ। ਇਹਦੇ ਵਿੱਚ ਕੀ ਸਾਈਕੋਲੋਜੀ ਜਾਂ ਕੀ ਚੱਕਰ ਕੀ ਸੀਗਾ ਕਿ ਯਾਰ 13 ਸਾਲ ਦੀ ਬੱਚੀ। ਸਾਈਕੋਲੋਜੀ ਤਾਂ ਭਾਜੀ ਹੈ ਹੀ ਹੈ। ਦੇਖੋ ਮੈਂ ਤੁਹਾਨੂੰ ਇੱਕ ਸਿੰਪਲ ਜੀ ਚੀਜ਼ ਦੱਸਦਾ, ਐਜ਼ ਅ ਸੁਸਾਇਟੀ ਜਦ ਵੀ ਇਦਾਂ ਦਾ ਕੋਈ ਕਾਂਡ ਹੁੰਦਾ ਆਪਾਂ ਕੀ ਕਰਦੇ ਹਾਂ, ਸਭ ਤੋਂ ਪਹਿਲਾਂ ਅਸੀਂ ਕੀ ਕਰਦੇ ਹਾਂ, ਅਸੀਂ ਦੇਖਿਆ, ਸਾਨੂੰ ਗੁੱਸਾ ਆਉਂਦਾ ਵੀ ਕਿੱਦਾਂ ਹੋ ਗਿਆ ਹੈ ਨਾ, ਫਲਾਣੇ ਬੰਦੇ ਨੇ ਕਰਤਿਆ। ਦੂਜਾ ਸਾਡੇ ਚੋਂ ਆਉਂਦਾ, ਆਪਾਂ ਕੀ ਕਰਦੇ ਹਾਂ, ਉਹਨੂੰ ਚੱਕ ਕੇ ਆਪਾਂ ਸਟੇਟਸ ਲਾਤੇ ਆ, WhatsApp ਤੇ ਸਟੇਟਸ ਲਾਤੇ ਆ, ਇੰਸਟਾਗ੍ਰਾਮ, ਜਿੱਦਾਂ ਗੱਲ ਕਰ ਰਹੇ ਸੀ, ਇੰਸਟਾਗ੍ਰਾਮ ਤੇ ਪੋਸਟ ਪਾਤੀ। ਕੀ ਉਹਦੇ ਨਾਲ ਹੋਇਆ ਕੀ, ਉਹ ਮੈਨੂੰ ਵਿਊ ਆ ਗਏ ਹੈ ਨਾ, ਮੈਨੂੰ ਕਿੰਨੇ ਕੇ ਵਿਊ ਆ ਗਏ। ਫੋਰ ਐਗਜ਼ਾਮਪਲ ਮੇਰੇ 35,000 ਫੋਲੋਵਰ ਹੈ ਨਾ, ਆਪਾਂ 4 ਬੰਦੇ ਬੈਠੇ ਆ, ਸਾਰੇ ਦੇ 35,000 ਨਹੀਂ ਹੋਣੇ, ਕਿਸੇ ਦੇ 40 ਹੋ ਸਕਦੇ, ਕਿਸੇ ਦੇ 400 ਹੋ ਸਕਦੇ ਆ, ਬਸ ਵਿਊ ਲੈਣ ਨੂੰ ਹੀ ਪਾਈ ਹੈ। ਬਟ ਉਹਦੇ ਨਾਲ ਸੁਸਾਇਟੀ ਨੂੰ ਕੀ ਫਰਕ ਪਿਆ, ਕੋਈ ਫਰਕ ਨਹੀਂ ਪਿਆ। ਕਈ ਵਾਰੀ ਆਪਾਂ ਵਾਸ਼ਰੂਮ 'ਚ ਬੈਠੇ ਆਪਾਂ ਸਟੋਰੀਆਂ ਦੇਖੀਆਂ, ਨਿਕਲ ਗਏ, ਸਾਨੂੰ ਕਿਵੇਂ ਪਤਾ ਕਿ ਵੀ ਜਿਹੜੇ 100 ਲੋਕਾਂ ਨੇ, 1000 ਲੋਕਾਂ ਨੇ ਸਟੋਰੀ ਦੇਖੀ ਹੈ ਉਹ मीनिंगफुल है या नहीं है, माइंड ਤੇ ਕੋਈ ਇੰਪੈਕਟ ਪਿਆ ਕਿ ਨਹੀਂ। ਦਿਸ ਇਜ਼ ਦ ਰੀਜ਼ਨ ਐਜ਼ ਬੀਇੰਗ ਅ ਕੋਚ ਮੈਂ ਹਮੇਸ਼ਾ ਗਾਈਡ ਕਰਦਾ ਹਾਂ ਪੇਰੈਂਟਸ ਨੂੰ, ਜਾਂ ਜਦ ਮੇਰੇ ਕਾਰਪੋਰੇਟ ਵਰਕਸ਼ਾਪ ਹੁੰਦੀ ਹੈ, ਸਕੂਲ ਦੇ ਬੱਚਿਆਂ ਨੂੰ ਜਦ ਮੈਂ ਕਰਾਉਣਾ, ਜਾਂ ਮੈਂ ਕਿਤੇ ਹੋਰ ਓਪਨ ਟ੍ਰੇਨਿੰਗ ਕਰਾ ਰਿਹਾ, ਮੈਂ ਉੱਥੇ ਇੱਕ ਮਾਈਂਡਸੈਟ ਦਿੰਦਾ ਕਿ ਵੀ ਆਪਾਂ ਕਿਸੇ ਹੋਰ ਤੇ ਡਿਪੈਂਡੈਂਟ ਨਹੀਂ ਹੋਣਾ। ਪੁਲਿਸ ਆਪਣਾ ਕੰਮ ਕਰੇਗੀ, ਹੈ ਨਾ, ਸੋਸਾਇਟੀ ਕੀ ਕਰਦੀ ਹੈ ਉਹ ਬਾਅਦ ਦੀ ਗੱਲ ਹੈ। ਐਜ਼ ਐਨ ਇੰਡੀਵਿਜੂਅਲ ਆਪਾਂ ਕੀ ਕਰ ਰਹੇ ਹਾਂ, ਸਾਡਾ ਪਹਿਲਾ ਫਰਜ਼ ਇਹ ਹੈ ਕਿ ਬਈ ਸਾਨੂੰ ਇਸ ਲਈ ਅਵੇਅਰ ਹੋਣਾ ਪਏਗਾ। ਮੈਂ ਹਮੇਸ਼ਾ ਜਿੱਦਾਂ ਮੇਰੇ ਕੋਲ ਕੁੜੀਆਂ ਕਾਫੀ ਆਉਂਦੀਆਂ, ਮੈਂ ਉਹਨਾਂ ਨੂੰ ਕਹਿੰਦਾ ਵੀ ਤੁਸੀਂ ਕਿਸੇ ਤੇ ਟਰਸਟ ਨਾ ਕਰੋ, ਨਾਟ ਇਵਨ ਐਟ ਮੀ। ਜੇ ਤੁਹਾਨੂੰ ਮੇਰੇ ਤੋਂ 1% ਦਾ ਵੀ ਅਨਕੰਫਰਟੇਬਲ ਫੀਲ ਹੁੰਦਾ, ਤੁਸੀਂ ਮੈਨੂੰ ਸਿੱਧਾ ਝਾੜ ਦਿਓ, ਮੈਂ ਪ੍ਰਿਪੇਅਰਡ ਹਾਂ। ਅਸੀਂ ਕਿਸੇ ਨੂੰ ਟ੍ਰੇਨਿੰਗ ਕਰਾਉਂਦੇ ਹੋ, ਟੱਚ ਵੀ ਕਰਦੇ ਹਾਂ, ਤਾਂ ਅਸੀਂ ਕਹਿੰਦੇ ਕੈਨ ਆਈ ਟੱਚ ਯੂ, ਓਕੇ। ਦੇयर इज ਅ ਮੈਥਡ। ਐਜ਼ ਅ ਕੋਚ ਪਹਿਲਾ ਕੰਮ ਮੇਰਾ ਹੈ ਉਹਨਾਂ ਨੂੰ ਕੰਫਰਟੇਬਲ ਕਰਨਾ, ਹੈ ਨਾ। ਤੇ ਜਦ ਆਪਾਂ ਇਹ ਚੀਜ਼ ਸੈਂਸ ਉਹਨਾਂ 'ਚ ਕ੍ਰੀਏਟ ਕਰਾਂਗੇ, ਉਹਨਾਂ 'ਚ ਅਵੇਅਰ ਕਰਾਂਗੇ ਕਿ ਵੀ ਹੁਣ ਜਦੋਂ ਛੋਟੇ ਬੱਚੇ ਨੂੰ ਮੈਂ ਕਰਾ ਰਿਹਾ ਗੁੱਡ ਟੱਚ ਬੈਡ ਟੱਚ, ਉਹ ਚੀਜ਼ਾਂ ਜ਼ਰੂਰੀ ਹੈ ਉਹਨਾਂ ਨੂੰ ਬਾਰ-ਬਾਰ ਦੱਸਣਾ। ਫੋਰ ਐਗਜ਼ਾਮਪਲ ਜਿੱਦਾਂ ਆਪਾਂ ਜਲੰਧਰ ਵਾਲੇ ਕੇਸ ਦੀ ਗੱਲ ਕਰੀਏ, ਉਹ ਕੁੜੀ ਗਈ, ਉਹਨੂੰ ਥੋੜੀ ਪਤਾ ਸੀ ਵੀ ਇਹ ਬਜ਼ੁਰਗ ਬੰਦਾ ਜਾਂ ਅੰਕਲ ਜਿਹੜਾ ਮੇਰੇ ਫਾਦਰ ਸਾਹਿਬ ਦੀ ਏਜ ਤੋਂ ਵੀ ਜ਼ਿਆਦਾ ਹੈ, ਇਦਾਂ ਦਾ ਕੁਝ ਕਰੇਗਾ। ਲਿਟਰਲੀ ਮਤਲਬ ਅਨਬਿਲੀਵੇਬਲ ਚੀਜ਼ ਹੈ ਇਹ। ਉਹੀ ਤਾਂ ਬਟ ਉਹਦੇ ਲਈ ਤਾਂ ਸ਼ੌਕ ਕੀ ਚੱਕਰ ਹੈ ਭਾਜੀ, ਸਾਈਕੋਲੋਜੀ। ਉਹ ਦੇਖੋ ਨਾ ਕਿੰਨਾ ਈਜ਼ੀਲੀ ਐਕਸੈਸਿਬਲ ਹੋ ਗਿਆ ਕੁਝ ਵੀ ਦੇਖਣਾ। ਤੁਸੀਂ ਇੰਸਟਾਗ੍ਰਾਮ ਤੇ ਦੇਖੋ, ਆਪਾਂ 50 ਰੀਲਾਂ ਦੇਖ ਰਹੇ ਕਿ 50 ਦੀ 50 ਵਧੀਆ ਰੀਲਾਂ ਨਹੀਂ ਹੈ। ਓਵਰ ਐਕਸਪੋਜ਼ ਕਿੰਨਾ ਹੋ ਰਿਹਾ, ਚਾਹੇ ਉਹ ਬੱਚਾ ਹੈ, ਕਹਿੰਦੇ ਨਾ ਬੱਚਾ ਤੇ ਬੁੱਢਾ ਇੱਕ ਟਾਈਮ ਤੇ ਇੱਕ ਬਰਾਬਰ ਹੁੰਦਾ ਹੈ। ਅਸੀਂ ਅਵੋਇਡ ਕਰਦੇ ਕਿ ਵੀ ਛੋਟੇ ਬੱਚੇ ਜਿਹੜੇ ਆ ਉਹਨਾਂ ਦੇ ਫੋਨ 'ਚ, ਹੁਣ ਮੇਰੇ ਘਰ 'ਚ ਮੇਰਾ ਭਤੀਜਾ ਤੇ ਭਤੀਜੀ ਹੈ, ਉਹਨਾਂ ਕੋਲ ਜਿਹੜਾ ਵੀ, ਪਹਿਲੀ ਗੱਲ ਤਾਂ ਉਹਨਾਂ ਕੋਲ ਫੋਨ ਨਹੀਂ ਹੈ, ਓਕੇ। ਜਿਹੜਾ ਟੈਬ ਹੈ, ਲੈਪਟਾਪ, ਉਹ 'ਚ ਸਾਰਾ ਐਕਸੈਸ ਮੇਰੇ ਕੋਲ ਹੈ, ਠੀਕ ਹੈ। ਚਾਈਲਡ ਦਾ ਇੱਕ ਅਲੱਗ ਤੋਂ ਬਣਾਇਆ ਹੋਇਆ, ਥੋੜੇ 2-2 ਦਿਨ ਬਾਅਦ ਮੈਂ ਚੈੱਕ ਕਰ ਰਿਹਾ, ਠੀਕ ਹੈ। ਐਜ਼ ਅ ਕੋਚ, ਐਜ਼ ਅ ਟ੍ਰੇਨਰ, ਐਜ਼ ਅ ਫਾਦਰ, ਐਜ਼ ਅ ਤਾਇਆ ਜੀ ਕਹਿ ਲਓ, ਹੈ ਨਾ, ਮੈਂ ਉਹਨਾਂ ਦਾ ਤਾਇਆ ਹੀ ਹਾਂ, ਤੇ ਇਹ ਮੇਰਾ ਫਰਜ਼ ਬਣਦਾ ਕਿ ਮੈਂ ਉਹਨਾਂ ਤੇ ਨਜ਼ਰ ਰੱਖਾਂ। ਸੇਮ ਜਿੱਦਾਂ ਮੇਰੇ ਮੰਮੀ ਹੈ, ਉਹਨਾਂ ਕੋਲ ਫੋਨ ਹੈ, ਮੈਂ 99% ਉਹਨਾਂ ਦੇ ਫੋਨ 'ਚ ਇਹ ਦੇਖਦਾ ਵੀ ਉਹ ਕਥਾਵਾਂ ਦੇਖਦੀਆਂ, ਜਿਹੜੇ ਅੱਜ ਕੱਲ੍ਹ ਬਾਬਾ ਹੁੰਦੇ। ਹੁਣ ਦੇਖੋ ਐਲਗੋਰਿਦਮ ਕੀ, ਆਪਾਂ ਕੋਈ ਨੈਗੇਟਿਵ ਚੀਜ਼, ਅਸੀਂ ਕੋਈ ਬਕਵਾਸ ਚੀਜ਼ ਦੇਖੀ, ਆਪਾਂ ਲਾਈਕ ਕੀਤਾ, ਤੇ ਐਲਗੋਰਿਦਮ ਨੂੰ ਇਹ ਲੱਗਦਾ ਵੀ ਇਹ ਚੀਜ਼ ਦੇਖਣਾ ਚਾਹੁੰਦਾ ਹੈ। ਹੁਣ ਕੋਈ ਬਜ਼ੁਰਗ ਬੰਦਾ ਯਾਰ, ਉਹਨੇ ਪਤਾ ਨਹੀਂ ਕੀ ਏਦਾਂ ਦਾ ਕੁਝ ਦੇਖ ਲਿਆ ਹੋਣਾ, ਉਹਨੇ ਕਲਿੱਕ ਕੀਤਾ, ਉਹ ਬਾਰ-ਬਾਰ ਉਹੀ ਚੀਜ਼ ਦਿਖਾਈ ਗਿਆ, ਉਹਦੀ ਸਾਈਕੋਲੋਜੀ ਹਿੱਲ ਗਈ, ਹੈ ਨਾ। ਹੁਣ ਉਹਨਾਂ ਦੇ ਘਰ 'ਚ ਕੀ ਮਾਹੌਲ ਹੈ ਸਾਨੂੰ ਨਹੀਂ ਪਤਾ,
ਕੀ ਪਤਾ ਉਹਦੇ ਘਰ ਦੇ ਬੱਚੇ ਉਹਦੇ ਨਾਲ ਤਰੀਕੇ ਨਾਲ ਗੱਲ ਕਰ ਰਹੇ ਨਹੀਂ ਕਰ ਰਹੇ, ਬਟ ਇਹ ਗਲਤ ਹੈ। ਹੁਣ ਮੇਰੀ ਕੋਈ ਸਿੰਪੈਥੀ ਨਹੀਂ ਹੈ ਜਿਹਨੂੰ ਇਹ ਪਤਾ ਬਈ ਕਿ ਯਾਰ ਰੇਪ ਕੀ ਹੁੰਦਾ ਹੈ, ਚਾਹੇ ਉਹ 15-16 ਸਾਲ ਦਾ ਮੁੰਡਾ ਹੈ, ਚਾਹੇ ਉਹ 50-60 ਸਾਲ ਦਾ ਬੰਦਾ ਹੈ, ਉਹ ਕਲਪਿਟ ਹੈ। ਠੀਕ ਹੈ, ਆਪਾਂ ਗੱਲ ਕਰਦੇ ਹਾਂ ਸਿਸਟਮ ਦੀ, ਸਿਸਟਮ ਨੇ ਜੋ ਕਰਨਾ ਉਹ ਬਹੁਤ ਵਧੀਆ ਗੱਲ ਹੈ। ਭਾਜੀ ਅਸੀਂ ਕਹਿ ਸਕਦੇ ਹਾਂ ਇਹਦੇ ਵਿੱਚ ਸੈਲਫ ਡਿਫੈਂਸ ਅਗਰ ਕੁੜੀ ਨੂੰ ਭਾਜੀ ਦੇਖੋ 13 ਸਾਲ ਦੇ ਬਚ ਸਕਦੀ ਬੱਚੇ ਸੀ। ਨੂੰ 13 ਸਾਲ ਦਾ ਬੱਚਾ ਮੈਂ ਕਹਿੰਦਾ ਵੀ ਇੰਨਾ ਤਾਂ ਅਵੇਅਰ ਹੁੰਦਾ ਕਿ ਉਹਦੇ ਨਾਲ ਗਲਤ ਹੋ ਰਿਹਾ, ਤੇ ਜੇ ਉਹਨੂੰ ਥੋੜਾ ਬਹੁਤਾ ਸੈਲਫ ਡਿਫੈਂਸ ਆਂਦਾ ਉਹ ਆਪਣਾ ਕੁਛ ਨਾ ਕੁਛ ਤਾਂ ਕਰਦੀ। ਠੀਕ ਹੈ ਨਾ, ਕੁਛ ਨਹੀਂ ਤਾਂ ਜੇ ਉਹਨੂੰ ਲੱਗਿਆ ਹਾਂ ਦੇਖੋ ਜਿਹੜਾ ਗਲਤ ਹੋਇਆ ਉਹ ਹੋਇਆ, ਬਟ ਜੇ ਉਹਨੂੰ ਥੋੜੀ ਜਿਹੀ ਵੀ ਅਵੇਅਰਨੈਸ ਹੁੰਦੀ ਨਾ ਕਿ ਆਈ ਕੈਨ ਹਿਟ ਐਨੀਥਿੰਗ, ਫੋਰ ਐਗਜ਼ਾਮਪਲ ਮੇਰੇ ਕੋਲ ਇਹ ਪਿਆ, ਮੈਨੂੰ ਜੇ ਹੱਥ ਲਿਆ ਮੈਂ ਇਹ ਚੱਕ ਕੇ ਮਾਰ ਸਕਦਾ, ਉਹਨੂੰ ਸਿਰ ਤੇ ਮਾਰ ਸਕਦਾ, ਜਾਂ ਮੈਨੂੰ ਪਤਾ ਹੈ ਕੱਪ ਪਿਆ ਮੈਂ ਕੱਪ ਸਿਰ ਤੇ ਮਾਰ ਸਕਦਾ, ਉਹਦੇ ਲਈ ਹਿੰਮਤ ਲਾਣੀ ਜ਼ਰੂਰੀ ਹੈ। ਹਾਂਜੀ, ਉਹਦੀ ਹਾਈਟ ਰਾਦਰ ਦੈਨ ਐਗਜ਼ੈਕਟਲੀ ਰਾਦਰ ਦੈਨ ਮੈਂ ਬੱਚਿਆਂ ਨੂੰ ਇਹ ਕਹਾਂ कि भाई नहीं जी नहीं, मार्शल आर्ट में चोट लग जाएगी बेटा, आपका मुंह टूट जाएगा, आपको ये हो जाएगा वो हो जाएगा, ये तो फिर वही गल हो, देन आई डोंट हैव राइट टू से एनीथिंग एज टू द अदर पर्सन, है ना। जो चीज गलत है वो गलत है, बट ਆਪਾਂ ਕੀ ਕਰ ਰਹੇ ਹਾਂ, ਸਾਨੂੰ ਬਹੁਤ ਅਵੇਅਰ ਹੋਣ ਦੀ ਲੋੜ ਹੈ ਕਿ ਬੱਚਿਆਂ ਨੂੰ ਸੈਲਫ ਡਿਫੈਂਸ ਦੀ ਟ੍ਰੇਨਿੰਗ ਕੰਪਲਸਰੀ ਕਰੋ। ਐਜ਼ ਅ ਪੇਰੈਂਟ ਸਾਨੂੰ ਇਹ ਹੋਣਾ ਚਾਹੀਦਾ, ਵੀ ਹੈਵ ਟੂ ਬੀ ਮੈਂਟਲੀ ਪ੍ਰੀਪੇਅਰਡ ਐਂਡ ਸਟ੍ਰਿਕਟ ਕਿ ਬੱਚੇ ਨੂੰ ਸਟਰੋਂਗ ਬਣਾਉਣਾ। ਠੀਕ ਹੈ, ਉਹਨਾਂ ਨੂੰ ਐਟਲੀਸਟ ਮੁੱਕਾ ਮਾਰਨਾ ਤਾਂ ਆਣਾ ਚਾਹੀਦਾ ਬਈ, ਹੈ ਨਾ। ਕੁੜੀਆਂ ਨੂੰ ਉਦਾਂ ਹੀ ਰੱਬ ਦੀ ਮਿਹਰ ਨਾਲ ਤਾਕਤ ਹੁੰਦੀ ਕਿ ਵੀ ਜੇ ਉਹ 9 ਮਾਰ ਦੇਣ ਤਰੀਕੇ ਨਾਲ, ਜੇ ਦੰਦੀ ਮਾਰ ਦੇਣ ਖਿੱਚ ਕੇ, ਸੈਲਫ ਡਿਫੈਂਸ ਇਜ਼ ਨਾਟ ਅਬਾਊਟ ਕਿਕਿੰਗ ਔਰ ਪੰਚਿੰਗ ਔਰ ਬਲੌਕਿੰਗ ਲਾਈਕ ਦਿਸ। ਕੁੜੀਆਂ ਨੂੰ ਅੱਜ ਕੱਲ ਜਿੱਦਾਂ ਤੁਸੀਂ ਕਹਿ ਰਹੇ ਹੋ, ਕੁੜੀਆਂ ਨੂੰ ਪੇਪਰ ਸਪਰੇ ਪਤਾ ਜ਼ਿਆਦਾ ਕਿ ਆਪਣੀ ਪਾਕਟ 'ਚ ਪੇਪਰ ਸਪਰੇ ਰੱਖੋ, ਐਗਜ਼ੈਕਟਲੀ ਉਹ ਵੀ ਹੈਲਪਫੁਲ ਹੈ। ਹੁਣ ਜਿੱਦਾਂ ਮੇਰੇ ਕਾਰਪੋਰੇਟ ਵਰਕਸ਼ਾਪ ਹੁੰਦੀ ਹੈ, ਪਰ ਉਹ ਵਿਚਾਰੀਆਂ ਮਾਰ ਹੀ ਨਹੀਂ ਪਾਉਂਦੀਆਂ। ਨਹੀਂ ਇਹ ਵੀ ਗੱਲ ਨਹੀਂ, ਜਿੱਦਾਂ ਹੁਣ ਫੋਰ ਐਗਜ਼ਾਮਪਲ ਜਿੱਦਾਂ ਕਾਰਪੋਰੇਟ 'ਚ ਮੇਰੀ ਵਰਕਸ਼ਾਪ ਹੁੰਦੀ ਹੈ, ਹਾਂਜੀ, ਉੱਥੇ ਅਸੀਂ ਉਹਨਾਂ ਨੂੰ ਟ੍ਰੇਨ ਕਰਦੇ ਹਾਂ, ਤੇ ਕਾਰਪੋਰੇਟ ਵਾਲੇ ਵੀ ਇਹ ਚੀਜ਼ ਉਹਨਾਂ ਨੂੰ ਦੱਸਦੇ ਕਿ ਵੀ ਆਪਣੇ ਕੋਲ ਕੈਰੀ ਕਰੋ। ਹੁਣ ਫੋਰ ਐਗਜ਼ਾਮਪਲ ਮੈਂ ਕਹਿ ਦਵਾਂ ਮੈਂ ਤੁਹਾਨੂੰ ਗਨ ਵੀ ਦਿੱਤੀ ਹੈ ਨਾ, ਸਰਕਾਰ ਅੱਜ ਨੂੰ ਅਲਾਉ ਕਰਦੇ ਵੀ ਤੁਹਾਡੇ ਕੋਲ ਗਨ ਹੈ, ਠੀਕ ਹੈ, ਗਨ ਚਲਾਉਣ ਵਾਸਤੇ ਵੀ ਤਾਂ ਟ੍ਰੇਨਿੰਗ ਚਾਹੀਦੀ ਹੈ ਆਬਵੀਅਸਲੀ। ਤੁਸੀਂ ਸੇਫਟੀ ਲੌਕ ਲਾ ਕੇ ਦੇ ਦਿੱਤੇ, ਬੱਚੇ ਨੂੰ ਪਤਾ ਹੀ ਨਹੀਂ, ਉਹ ਇਦਾਂ ਕਰ ਲਿਆ, ਚੱਲਣੀ ਨਹੀਂ ਹੈ। ਇਦਾਂ ਹੀ ਜਿੱਦਾਂ ਸਪਰੇ ਹੈ, ਉਹਨੂੰ ਚਲਾਉਣ ਵਾਸਤੇ ਤੁਹਾਨੂੰ ਥੋੜਾ ਜਿਹਾ ਜਿਗਰਾ ਰੱਖਣਾ ਪੈਣਾ, ਥੋੜਾ ਜਿਹਾ ਟਾਈਮਿੰਗ ਤਾਂ ਲੈਣੀ ਪੈਣੀ। ਹੁਣ ਕਿਸੇ ਨੇ ਦਬਕਾ ਮਾਰਿਆ, ਤੁਹਾਡੀ ਬੋਡੀ ਸ਼ਿਵਰ ਕਰਨ ਲੱਗ ਗਈ, ਤੁਸੀਂ ਡਰ ਗਏ, ਤੇ ਫਿਰ ਜੇ ਡਰ ਗਏ, ਇਹੀ ਤਾਂ ਟ੍ਰੇਨਿੰਗ ਕਰਦੀ ਹੈ। ਜਿਹੜਾ ਬੱਚਾ ਮਾਰਸ਼ਲ ਆਰਟ ਕਰ ਰਿਹਾ, ਜਿਹੜੀ ਕੁੜੀ ਜਿਹੜਾ ਮੁੰਡਾ ਮਾਰਸ਼ਲ ਆਰਟ ਕਰ ਰਿਹਾ, ਦਿਸ ਇਜ਼ ਦ ਬਿਊਟੀ ਆਫ ਦੀ ਗੇਮ ਕਿ ਉਹ ਆਪਣੇ ਆਪ ਬੰਦੇ ਨੂੰ ਦਲੇਰੀ ਲਿਆਉਂਦੀ ਹੈ। ਹੁਣ ਫੋਰ ਐਗਜ਼ਾਮਪਲ ਜੇ ਆਪਾਂ ਕਹੀਏ ਜਿਹੜੇ ਬੱਚੇ ਗੱਤਕਾ ਕਰਦੇ, ਹੁਣ ਮੈਂ ਮੇਰੇ ਫਰੈਂਡ ਕੋਲੋਂ ਗੱਤਕਾ ਸਿੱਖਿਆ, ਹਰਜਿੰਦਰ ਕਰਕੇ ਨਾਮ ਹੈ ਉਹਦਾ। ਹੁਣ ਮੇਰੀ ਵੀਡੀਓ 'ਚ ਦੇਖੋਗੇ ਮੈਂ ਤਲਵਾਰ, ਲਾਠੀ, 6 ਫੁੱਟ ਵਾਲੀ ਲਾਠੀ, ਸ਼ਾਰਟ ਵੈਪਨ, ਲੌਂਗ ਵੈਪਨ, ਨੰਚਾਕ, ਇਹ ਸਾਰਾ ਮੈਂ ਚਲਾਉਣਾ। ਤੇ ਜੇ ਰੱਬ ਨਾ ਕਰੇ ਕਿਤੇ ਮੈਨੂੰ ਲੋੜ ਪੈ ਗਈ, ਮੇਰੇ ਹੱਥ 'ਚ ਹੈਲਮਟ ਵੀ ਆ ਗਿਆ ਨਾ, ਮੈਂ ਮਾਰ ਭੂਤ ਬਣਾ ਦੇਣਾ ਬੰਦੇ ਦਾ। ਜੇ ਮੇਰੇ ਕੋਲ ਹੈਲਮਟ ਵੀ ਛੱਡੋ, ਮੇਰੇ ਕੋਲ ਜੇ ਮੇਰੀ ਬੈਲਟ ਵਧੀਆ ਵਾਲੀ ਬੈਲਟ ਪਾਈ ਹੈ ਨਾ, ਮੈਂ ਬੈਲਟ ਕੱਢ ਕੇ ਭੂਤ ਬਣਾ ਸਕਦਾ। ਦੈਟ ਇਜ਼ ਮਾਈ ਕੌਨਫੀਡੈਂਸ ਐਂਡ ਦੈਟ ਇਜ਼ ਜਸਟ ਬਿਕਾਜ਼ ਆਫ ਟ੍ਰੇਨਿੰਗ। ਜੇ ਮੈਂ ਟ੍ਰੇਨਿੰਗ ਹੀ ਨਹੀਂ ਕੀਤੀ, ਮੈਂ ਕਿੱਦਾਂ, ਮੈਂ ਠੀਕ ਹੈ ਥੋੜੀ ਦੇਰ ਸਰਵਾਈਵ ਕਰਾਂਗਾ, ਬਟ ਉਹ ਵੀ ਮੈਂ ਸ਼ੋਰ ਨਹੀਂ ਮੈਂ ਕਰ ਪਾਵਾਂਗਾ ਕਿ ਨਹੀਂ। ਬਟ ਜੇ ਮੈਂ ਟ੍ਰੇਨਿੰਗ ਕੀਤੀ, ਮੈਨੂੰ ਤਾਂ ਇੰਨਾ ਪਤਾ ਕਿ ਵੀ ਜੇ ਮੈਂ ਲੜੂੰਗਾ, 2-4 ਮੇਰੇ ਪੈਣੀ ਜ਼ਰੂਰ ਹੈ, ਬਟ ਮੈਂ ਛੱਡੂੰਗਾ ਨਹੀਂ। ਮੈਨੂੰ ਇੰਨਾ ਆਪਣੀ ਟ੍ਰੇਨਿੰਗ ਤੇ ਇੰਨਾ ਕੌਨਫੀਡੈਂਸ, 2-3 ਬੰਦੇ ਦਾ ਮੈਂ ਇਦਾਂ ਦਾ ਮਾਰਾਂਗਾ ਨਾ, ਉਹਨੂੰ ਜ਼ਿੰਦਗੀ ਭਰ ਯਾਦ ਰਹਿਣਾ ਵੀ ਹੋਇਆ ਹੈ, ਕਿਸੇ ਨਾਲ ਭਿੜਿਆ। ਐਗਜ਼ੈਕਟਲੀ, ਠੀਕ ਹੈ। ਸੇਮ ਜੇ ਆਪਾਂ ਗੱਲ ਕਰੀਏ ਵੀ ਕੋਈ ਬੱਚਾ, ਜੇ ਮੇਰੇ ਕੋਲ ਕੋਈ ਬੱਚਾ ਕਰੇ, ਮੇਰੇ ਹੀ ਨਹੀਂ ਕਿਸੇ ਵੀ ਮਾਰਸ਼ਲ ਆਰਟ ਟੀਚਰ ਕੋਲ ਜੇ ਕਰ ਰਿਹਾ, ਤੇ ਜੇ ਕੋਚ ਸਾਹਿਬ ਨੇ ਉਹਨੂੰ ਤਗੜੇ ਤਰੀਕੇ ਨਾਲ ਕਰਾਇਆ ਨਾ, ਹਰ ਕੋਚ ਪ੍ਰਾਊਡਲੀ ਬੋਲੇਗਾ ਮੇਰੇ ਬੱਚੇ को तू ਛੇੜ ਕੇ ਦਿਖਾ ਦੇ, ਚਾਹੇ ਉਹ ਲੜਕੀ ਹੈ ਚਾਹੇ ਉਹ ਲੜਕਾ ਹੈ। ਆਪਾਂ ਕੁੜੀਆਂ ਨੂੰ ਹੀ ਕਿਉਂ ਕਹਿੰਦੇ ਵੀ ਕੁੜੀਆਂ ਲਈ, ਮੁੰਡਿਆਂ ਲਈ ਵੀ ਮੇਰੇ ਕੋਲ ਇਦਾਂ ਦੇ ਸੀਨਸ ਹੈ ਜਿੱਥੇ 10 साल 12 साल 8 साल ਦੇ ਬੱਚੇ ਨੇ ये दसे कि अभी रिसेंट में नाम तो नहीं ले सकता, बट हम लोग जब गुड टच बैड टच बता रहे थे, तो आई वाज टीचिंग देम कि कोई आपको गोदी में बिठाता है, इट्स अ बैड टच। तो बच्चे ने बताया, मतलब इतने मासूमी तरीके से बताया उसने कि सर मेरे साथ हुआ है कि मेरे को मेरे ड्राइवर अंकल बिठाते थे, मैं हिल गया, मैं कहा एक ही दसिया, फिर मैं कहा कैसे हुआ था, बच्चे ने, मुंडा सीगा, ਤੁਸੀਂ ਕੰਫਰਟੇਬਲ ਕੀਤਾ ਉਸ ਤੋਂ ਬਾਅਦ ਦੱਸਿਆ, ਤੇ ਉਹਦੇ ਬਾਅਦ ਮੁੰਡਾ ਮੈਨੂੰ ਦੱਸਿਆ कि सर मेरे साथ हुआ था ऐसे, मेरे को करते थे। मैं कहा फिर क्या हुआ, कहता फिर हमारे को टीचर ने बताया, फिर हमने पापा को बताया, फिर पापा ने उनको मारा था और भगा दिया। मैं कहा चल ਇੰਨੀ ਤਾਂ ਅਵੇਅਰਨੈਸ ਹੈ, ਬਟ ਸੋਚੋ ਮੁੰਡੇ ਵੀ ਸੇਫ ਨਹੀਂ ਹੈ 9 ਸਾਲ। ਤੇ ਇਹਦਾ ਮਤਲਬ ਇਹ ਹੈ ਕਿ ਵੀ ਜਿਹੜਾ ਆਪਾਂ ਕੋਈ ਵੀ ਕਮਿਊਨਿਟੀ ਲੈ ਲਓ, ਦੇਖੋ ਆਈ ਰਿਸਪੈਕਟ ਐਵਰੀ ਕਮਿਊਨਿਟੀ, ਚਾਹੇ ਉਹ ਡਰਾਈਵਰ ਹੈ, ਡਿਲੀਵਰੀ ਬॉय ਹੈ, ਚਾਹੇ ਉਹ ਕੋਈ ਵੀ ਹੈ, ਸੇਮ ਪਲੱਸ ਮਾਈਨਸ ਹਰ ਕਮਿਊਨਿਟੀ 'ਚ। ਜਿੱਦਾਂ ਮੈਂ ਕੋਚ ਹਾਂ, ਮੈਂ ਕਹਾਂ ਵੀ ਮੈਂ ਬਹੁਤ ਤਰੀਕੇ ਨਾਲ ਕਰ ਰਿਹਾ, ਬਟ ਜ਼ਰੂਰੀ ਨਹੀਂ ਕਿ ਹਰ ਕੁਝ ਵਧੀਆ ਤਰੀਕੇ ਨਾਲ ਕਰੇ। ਮੈਂ ਇਦਾਂ ਦੇ ਇਨਸੀਡੈਂਟਸ ਵੀ, ਮੇਰੇ ਕੋਲ ਕੁੜੀਆਂ ਆਈਆਂ ਜਿਨ੍ਹਾਂ ਨੇ ਨਾਂ ਲੈ ਕੇ ਦੱਸੇ ਵੀ ਅਸੀਂ ਇਹਨਾਂ ਕੋਲ ਕੋਚ ਕੋਲ ਜਾਂਦੇ ਰਹੇ ਹਾਂ, ਤੇ ਇਹਨਾਂ ਕੋਚ ਨੇ ਇਦਾਂ ਤਰੀਕੇ ਨਾਲ ਹੱਥ ਲੈ ਕੇ ਅਸੀਂ ਅਨਕੰਫਰਟੇਬਲ ਹੋ ਗਏ। ਹੁਣ ਇਹ ਆਂਦੇ ਕਿ ਵੀ ਉਹ ਤਾਂ ਕੋਚ ਹੈ, ਉਹ ਬਲੈਕ ਬੈਲਟ ਵੀ ਹੈ, ਕੋਚ ਵੀ ਹੈ, ਸਰਟੀਫਾਈਡ ਵੀ ਹੈ, ਮੈਡਲਿਸਟ ਵੀ ਹੈ, ਤਾਂ ਵੀ ਇਦਾਂ ਦੀ ਹਰਕਤ ਕਰ ਗਿਆ। ਬਿਲਕੁਲ, ਤਾਂ ਦੈਟ ਮੀਨਸ ਕਿਤੇ ਨਾ ਕਿਤੇ ਤਾਂ ਗੜਬੜ ਕਰ ਰਿਹਾ। ਸਾਨੂੰ ਆਪਣੇ ਰੂਟਸ ਨਾਲ ਕਨੈਕਟ ਹੋਣਾ ਪੈਣਾ। ਬਾਈ ਵਾਪਸ ਆਓ, ਤੁਸੀਂ ਮੰਦਿਰ ਗੁਰਦੁਆਰੇ ਜਾਓ, ਮੱਥਾ ਟੇਕੋ, ਉਹ ਬਹੁਤ ਜ਼ਰੂਰੀ ਹੈ।
ठीक है, मैडिटेट करो, वो बहुत ਜ਼ਰੂਰੀ ਹੈ। ਕੱਲੀ ਕਿਕਿੰਗ ਪੰਚਿੰਗ ਨਾਲ ਕੁਝ ਨਹੀਂ ਹੋਣਾ, ਕੱਲੀ ਮੈਡੀਟੇਸ਼ਨ ਨਾਲ ਕੁਝ ਨਹੀਂ ਹੋਣਾ। ਯੂ ਹੈਵ ਟੂ ਬੀ ਅ ਕੈਰੈਕਟਰਾਈਜ਼ਡ ਹਿਊਮਨ। ਓਕੇ, ਜੇ ਤੁਹਾਡਾ ਕੈਰੈਕਟਰ ਨਹੀਂ, ਯੂ ਆਰ ਨਾਟ ਐਨ ਹਿਊਮਨ ਯਾਰ। ਜੇ ਤੁਹਾਡਾ ਆਪਣਾ ਕੈਰੈਕਟਰ ਨਹੀਂ ਹੈ ਸਹੀ ਤੇ ਗੱਲ ਹੈ, ਤੁਸੀਂ ਕਿਸੇ ਹੋਰ ਨੂੰ ਕਿੱਦਾਂ ਗਾਈਡ ਕਰੋਗੇ? ਬਿਲਕੁਲ। ਮੈਂ ਆਪਣੇ ਆਪ ਨੂੰ ਵੀ ਇਸ ਚੀਜ਼ 'ਚ ਇਨਕਲੂਡ ਕਰਦਾ ਕਿ ਜੇ ਮੇਰਾ ਕੈਰੈਕਟਰ ਨਹੀਂ ਹੈ, ਮੈਂ ਕਿਸੇ ਹੋਰ ਨੂੰ ਕਿਵੇਂ ਦੱਸ ਸਕਦਾ? ਵਾਟ ਇਜ਼ ਦਾ ਮਿਨੀਮਮ ਏਜ ਕਿ ਯਾਰ ਇਸ ਏਜ 'ਚ ਤੁਸੀਂ ਆਪਣੇ ਬੱਚੇ ਨੂੰ ਸੈਲਫ ਡਿਫੈਂਸ ਸਿਖਾਉਣਾ ਸ਼ੁਰੂ ਕਰ ਦਿਓ, ਕਿਉਂਕਿ ਆਪਣੇ ਛੋਟੇ ਬੱਚੇ ਜ਼ਿਆਦਾ ਟਾਰਗੇਟ ਹੋ ਰਹੇ हैं। भाई देखो मैं दसा, 4 तो 5 साल इज द राइट एज। ओके, बिल्कुल परफेक्ट एज होती है स्टार्ट करने की। अगर आप इस एज में बच्चे को एनरोल करवाते हो, उस वो चीजों को समझना शुरू कर देता है, ठीक है ना। बेसिक पर्पस क्या होता है मार्शल आर्ट्स में? जो बेल्ट्स हैं, येलो, ग्रीन, ब्लू, रेड, ब्लैक, है ना। इट्स नॉट जस्ट कि ठीक है आपने आज येलो कपड़ा पहन लिया, 3 महीने बाद ग्रीन पहन लिया। उसका पर्पस होता है, Purpose मेथड होता है, एक सीक्वेंस है, एक फिलॉसफी जो है। ਹਾਇਰਾਰਕੀ ਬਣੀ ਹੋਈ ਹੈ ਕਿ Exactly। ਲੈਵਲਸ ਬਣੇ ਹੁਣ ਹੋਏ ਜਿੱਦਾਂ ਤੁਸੀਂ, ਹੁਣ ਮੈਂ ਸਿੰਪਲ ਜੀ ਚੀਜ਼ ਦੱਸਦਾ, ਮੈਂ ਤੁਹਾਨੂੰ ਇੱਕ ਫੁੱਟਬਾਲ ਦੇ ਦਵਾਂ, ਮੈਨੂੰ ਇੱਕ ਮੇਰੇ ਕੋਚ ਸਾਹਿਬ ਸੀਗੇ, ਉਹ गाइड करते थे। अगर मैं आपको एक फुटबॉल दे दूं और बोलूं मारो, तो आप कहाँ मारोगे? कभी लेफ्ट मार दिया, कभी राइट मार दिया, कभी उड़ा के मारी, 5-10 मिनट के बाद आप बोर हो जाओगे कि यार मैं थक गया, करूं क्या? लेकिन वही कोच साहब कहते थे कि अगर मैं आपको बोलूं कि इस बॉल को किक करते करते वो गोल पोस्ट तक लेकर जाना है, आपको गोल मिल गया। हो सकता है पहले राउंड में आपको 5 मिनट लगे और अगले राउंड में आप 4 मिनट, फिर आप राउंड को ब्रेक करोगे। दैट इज कॉल्ड अ मेथड ट्रेनिंग। सेम जब बच्चा 5 साल 6 साल की एज में आता है, पहला टारगेट होता है उनको डिसिप्लिन सिखाना, कैसे खड़े होते हैं, कैसे बैठते हैं, पंच कैसे बनाते हैं। ऑब्वियसली एक 5-7 साल के बच्चे के पंच में पावर नहीं होगी, बट विद टाइम जब वो बच्चा 10 साल का होगा तो पावर भी होगी, एक्यूरेसी भी होगी। और वही बच्चा जब 10 से 15 साल का होगा ना, तो मुंह तोड़ सकता है किसी का। बिल्कुल, वो सेल्फ डिफेंस आ गया ना उसको कि यार मेरे को अपने आप को बचाना कैसे, उसको वो सेंस डेवलप हो रही है उसको। प्लस इसके साथ साथ जीतना हारना उसको सीख रहा है। वो गेम में जा रहा है, किसी कंपटीशन में जा रहा है, वो जीत रहा है, वो हार रहा है, तो उसको ये सीखने को मिल रहा है। कोच उसको, कोई बात नहीं, अच्छी बात है, अगली बार जीतेंगे, इस बार हार के कोई चक्कर नहीं, तूने मेहनत पूरी की है। मेरे पास एक लड़की है, मुझे अभी वो बहुत प्राउडली बोलती है कि सर आप ना, मैं एक मैच आ रही थी, उसने मुझे फोन किया, रो रही है। मैं कहा क्या हुआ? फिर कहती, मैं होया कि मैनू ये दस। कहती सर आई एम सॉरी मैं हार गई। मैं कहा फिर कोई बात नहीं, कोई चक्कर नहीं, अभी तो वापस आ, फिर बात करेंगे। वापस आई, आप उदा ही वेलकम किया। मैं कोई चक्कर नहीं, इट्स ओके। उन्हें वीडियो दिखाई, सर मेरे साथ चीटिंग हुई। मैं कहा कुछ नहीं हुआ, हो गया, चीटिंग भी हुई, कोई फर्क नहीं पड़ता। यू कैन नॉट से कि चीटिंग बाद दी भाजी मैच खत्म होने तो बाद तुसी जो मर्जी बोलो मेरे नाल चीटिंग हुई, कोई फर्क नहीं पैंदा। अ विनर इज अ विनर, ठीक है। बाय हुक और क्रुक वो जीत गया, पॉइंटों में जीत गया, चाहे उसको मेडल मिल गया, गोल्ड आपको सिल्वर मिल गया, नाउ यू आर अ सिल्वर मेडलिस्ट। ਹੁਣ ਤੁਸੀਂ ਰੌਲਾ ਪਾਈ ਜਾਓ ਮੇਰੇ ਨਾਲ ਚੀਟਿੰਗ ਹੋਈ, ਉਹਦਾ ਕੋਈ ਫਰਕ ਨਹੀਂ ਪੈਂਦਾ। ਬਟ ਐਜ਼ ਅ ਕੋਚ ਮੇਰਾ ਕੰਮ ਸੀਗਾ ਉਹਦਾ ਕੌਨਫੀਡੈਂਸ ਡਾਊਨ ਨਾ ਹੋ, ਉਹ ਅਪ ਹੋਣਾ ਚਾਹੀਦਾ ਹੈ। ਉਹਨੂੰ ਮੈਂ ਤਰੀਕੇ ਨਾਲ गाइड ਕੀਤਾ, मैं कोई नहीं अगली बारी और ट्रेनिंग करेंगे। 2 महीने बाद उसके पटियाला में मैच था, बढ़िया गोल्ड मेडल आया लड़की का। स्कूल वालों ने बकायदा उसका ब्रोशर में डाल के विद फोटो डाली, न्यूज़पेपर में मैं आपको भेजूंगा, आप लगा सकते हो। न्यूज़पेपर में बकायदा फोटो आई है बच्ची की, उसका कॉन्फिडेंस बूस्टअप है। और वो ये कह रही है, कहती कि मैं पहले जहाँ पर जाती हूँ तो तेरे बस का नहीं है, तो कुछ नहीं कर सकती। मैं कहा उसको मैं कुछ नहीं कह सकता, हर कोच अलग है, हर कोच अलग है। कोई कोच थप्पड़ मार के सिखाता है, कोई कोच आपको धक्के से ही जलील करता है कि इट्स ऑल डिपेंड्स ऑन कोच, है ना। एग्जैक्टली। और कोई कोच आपको बड़े बढ़िया तरीके से करेगा, और कोई बहुत एडुकेट, मुझसे भी बहुत अच्छे शब्द यूज करके आपको मोटिवेट कर सकता है। हाँ, ਉਹ ਰੋਰੀ ਸੀਗੀ, ਉਹਨੂੰ ਸੀਗਾ ਤੁਸੀਂ ਡਾਂਟੋਗੇ। ਐਗਜ਼ੈਕਟਲੀ, ਉਹਨੂੰ ਇਹ ਸੀਗਾ ਵੀ ਮੈਨੂੰ ਡਾਂਟ ਪਏਗੀ, ਹੁਣ ਸਰ ਨੇ ਕਲਾਸ ਲਾਣੀ ਮੇਰੀ, ਹੈ ਨਾ। ਉੱਥੋਂ ਪੇਰੈਂਟ ਤੋਂ ਪਹਿਲਾਂ ਮੈਨੂੰ ਜੇ ਬੱਚਾ ਫੋਨ ਕਰ ਰਿਹਾ, ਇਟ ਮੀਨਸ ਉਹਦਾ ਪਹਿਲਾਂ ਤਾਂ ਉਹਨੂੰ ਇਹ ਕੰਫਰਟ ਹੈ ਨਾ कि भाई मैं सर को बताती हूँ, सर क्या रिएक्ट करते हैं। थोड़ा बॉन्ड बने हुआ है बढ़िया। ओ मेरा काम है भाजी, मेरे लिए मेरा काम ये है कि ਮੇਰੇ ਕੋਲ ਚਾਹੇ वो 5 ਸਾਲ ਦਾ ਬੱਚਾ ਆ ਰਿਹਾ, ਚਾਹੇ वो 40-45 ਸਾਲ ਦਾ ਬੰਦਾ ਆ ਰਿਹਾ, ਮੈਨੂੰ ਉਹਨਾਂ ਨੂੰ ਇਹ ਕੰਫਰਟ ਦਿਖਾਣਾ ਹੈ ਕਿ ਵੀ ਇਟਸ ਓਕੇ। ਮੇਰੇ ਕੋਲ ਕਈ ਬੱਚੇ ਹੈ ਭਾਜੀ, ਮੈਂ ਨਾਮ ਨਹੀਂ ਲਊਂਗਾ, ਬਟ ਹੈ ਮੇਰੇ ਕੋਲ ਕਾਫੀ ਬੱਚੇ ਇਦਾਂ ਦੇ ਹੈ ਜਿਨ੍ਹਾਂ ਦਾ ਲਿਟਰਲੀ ਡਿਪਰੈਸ਼ਨ ਚੋਂ ਗੁਜ਼ਰੇ ਹੈ, ਸੁਸਾइडल थॉट तो गुजरे हैं, इंसोमनिया रहे, मेडिसिन रही। बट वंस दे आर ट्रेनिंग, कई बार हमें उनको सिर्फ ट्रेनिंग नहीं करवानी है कि ठीक है 1 घंटा आए मुक्के मारे चले गए, नहीं। कई बार आधे घंटे की ट्रेनिंग के बाद वी हैव टू टॉक टू देम, है ना। वो कंफर्ट जब बनेगा तभी बच्चा आपके, क्योंकि मुझे पता है जो मेरे कोच साहब रहे हैं वो मेरे लिए एज अ फादर फिगर भी रहे हैं, मेरे बड़े भाई बन के भी उन्होंने ट्रेनिंग करवाई है, थप्पड़ भी मारा है, ठुड्डे भी मारी है, और प्यार भी किया, अपने घर पे बिठा के पार्टियां दी हैं, अपने साथ खिलाया है, अपने हाथों से खिलाया है। तो हम कैसे बोलते कि मेरा कोच नहीं, भाई वो जैसा भी था मेरे लिए वो भगवान था, बिल्कुल, है ना। था क्या, वो अभी भी है, और भगवान करे वो बहुत न जाने कितनी जिंदगियां चेंज करेंगे, बिल्कुल, ठीक है। तो हमारा पर्सपेक्टिव भी बहुत मैटर करता है कि हम अपने को, आजकल तो ये हो गया कि 3-3 महीने 2-2 महीने की ट्रेनिंग के बाद हम कोच चेंज कर देते हैं। आज ये कोच है मेरा, फलाना जिम खोला, मैं तो वहां जा रहा हूँ जी। फिर कोच आपका एक बेसिक चीज ही नहीं समझ पा रहा, आपको लगता है कि आप 1 महीने में, साइकोलॉजी नहीं समझ, एग्जैक्टली 1 महीने में स्पोर्ट्समैन बन जाओ, दैट इज नॉट पॉसिबल।
आपको लग रहा है सालों साल लग जाते हैं, सालों साल मतलब आपको लग जाता है कि आप एक अच्छे स्पोर्ट्समैन बनो, और कहते हैं ना सदियां लग जाती है कि आप एक अच्छे इंसान बनो। ਤੁਹਾਨੂੰ ਆਪਣਾ ਪਹਿਲਾ ਸਟੂਡੈਂਟ ਯਾਦ ਹੈ? ਉਹ ਤੇ ਇਸ ਟਾਈਮ ਤੇ ਕੀ ਕਰ ਰਿਹਾ ਉਹ? ਭਾਜੀ ਮੇਰੇ ਬਹੁਤ ਨੇ, ਪਹਿਲਾਂ ਤਾਂ ਜਿਹੜਾ ਉਹਨਾਂ ਦੇ ਯਾਰ ਇਹ ਮੇਰਾ ਪਹਿਲਾ ਸਟੂਡੈਂਟ ਜੇ ਹੈ। ਮੈਂ ਪਹਿਲੇ ਦੀ ਗੱਲ ਕਰਾਂ, ਮੈਨੂੰ ਹਜੇ ਵੀ ਉਹਦਾ ਬਹੁਤ ਕਲੀਅਰਲੀ ਨਾਮ ਹੈ। ਜਿਹੜੀ ਪਹਿਲੀ ਪਰਚੀ ਕੱਟੀ ਸੀ ਜਿਹਦੇ ਨਾਮ ਦੀ, ਸ਼ਾਬਾਜ਼ ਕਰਕੇ ਨਾਮ ਸੀਗਾ, ਉਹ ਖੁਸ਼ ਹੋ ਜਾਏਗਾ ਕਿ ਉਹਦਾ ਨਾਮ ਲਿਆ ਮੈਂ। ਸ਼ਾਬਾਜ਼ ਕਰਕੇ ਨਾਮ ਸੀਗਾ ਮੁੰਡੇ ਦਾ। 44 ਚ ਓਪਨ ਟ੍ਰੇਨਿੰਗ ਕਰਦੇ ਹੁੰਦੇ ਸੀ, ਮੈਂ ਇਕੱਲਾ ਹੀ ਉਦੋਂ ਟ੍ਰੇਨਿੰਗ ਕਰ ਰਿਹਾ ਸੀ। ਆਇਆ, सर आप कराटे सिखाते हो? मैंने बोला लाइक कि कराते हैं, अभी तो ओपन कराते हैं बट आने वाले टाइम में हम सोच रहे हैं खोलेंगे। कैसे? ठीक है, आप मुझे बता देना, ये मेरा नंबर है, मैं आऊँगा। एंड लिटरली 3-4 महीने बाद जब हम जगह ढूंढ रहे थे, पहले हमने 44 में देखी, फिर 45 में देखी, फिर 33 में देखी, एकेडमी खुली, पहली रजिस्ट्रेशन बंदे की थी एंड ही केम। और आज भी उस बच्चे की फीस हमने नहीं बढ़ाई, वही फीस है। तो हजे तक आ रहे हैं ਹੁਣ ਤਾਂ ਆਲਮੋਸਟ 3 ਕੋਵਿਡ ਤੋਂ ਬਾਅਦ ਨਹੀਂ ਆਇਆ, ਬਟ ਉਦੋਂ ਰੈਗੂਲਰ ਸੀਗਾ, ਆਲਮੋਸਟ 8-10 ਸਾਲ ਕੀਤਾ। ਬਾਅਦ ਚ ਸਾਨੂੰ ਇਹ ਪਤਾ ਲੱਗਿਆ ਸੀ, ਪੇਰੈਂਟ ਨੇ ਦੱਸਿਆ ਸੀ ਕਿ ਉਹਨੂੰ ਥੋੜਾ ਮੈਡੀਕਲ ਇਸ਼ੂ ਹੋਇਆ ਸੀ, ਹੈਨਾ, ਤੇ ਪੇਰੈਂਟ ਨੂੰ ਇਹ ਸੀ ਕਿ ਸਰ ਤੁਹਾਡੇ ਕੋਲ ਆ ਕੇ ਬੱਚਾ ਰਿਲੈਕਸ ਫੀਲ ਕਰਦਾ ਹੈ, ਇਹਨੂੰ ਰਗੜਾ ਨਾ ਲਿਆਓ। ਤੇ ਮੈਂ ਕਿਹਾ ਕੋਈ ਚੱਕਰ ਨਹੀਂ। ਇੱਕ ਵਰਡ ਹੈ ਰਗੜਾ, ਮੈਨੂੰ ਰਗੜਾ ਪਤਾ ਹੈ, ਉਹ ਸ਼ਰਧਾਈ ਹੁੰਦੀ ਹੈ ਜਾਂ ਹੋਣਾ ਆਪਾਂ ਜੋ ਪੀਂਦੇ ਆ। ਤੁਹਾਡੀ ਅਕੈਡਮੀ ਚ ਰਗੜਾ ਕੀ ਚੀਜ਼ ਹੈ? ਸਾਡੀ ਹੁਣ ਦੇਖੋ, ਮੈਂ ਤੁਹਾਨੂੰ ਦੱਸਾਂ, ਮੈਂ ਐਨਸੀਸੀ ਚ ਰਿਹਾ, ਦੈਟ ਇਜ਼ ਨੈਸ਼ਨਲ ਕੈਡਟ ਵਰਕਸ, ਤੇ ਮੈਂ ਆਰਮੀ ਟ੍ਰੇਨਿੰਗ ਤੋਂ ਬੜੇ ਤਰੀਕੇ ਨਾਲ ਵਾਕਿਫ ਹਾਂ। ਮੈਂ ਰਾਈਫਲ ਸ਼ੂਟਿੰਗ ਜਿਹੜੀ ਹੁੰਦੀ ਹੈ .22 ਉਹਦੇ ਚ 골ਡ ਮੈਡਲਿਸਟ ਹਾਂ। ਮੇਰਾ ਜਿਹੜਾ ਰਗੜਾ ਹੈ, ਮੇਰੇ ਰਗੜੇ ਦਾ ਮਤਲਬ ਹੁੰਦਾ ਹੈ ਭੂਤ ਬਣਾਉਣਾ ਬੰਦੇ ਦਾ। ਉਹਦਾ ਇੰਨਾ ਖਿੱਚੋ ਉਹਨੂੰ ਨਾ ਕਿ ਉਹਨੂੰ ਜੰਨਤ ਨਜ਼ਰ ਆ ਜਾਏ, ਚੱਕਰ ਆਉਣ ਲੱਗ ਜਾਏ। ਉਦੋਂ ਕਹਿੰਦੇ ਨਾ, ਕਮਾਂਡੋ का एक वर्ड है, जितना रगड़ा उतना तगड़ा। तो हमारे रगड़े का मतलब वो है। शरदाई वाला रगड़ा वो दूसरा होता है, जो रगड़ा बना के पीते हैं। पलवानी वाली ਜਿਹੜੀ ਲੈਂਗੁਏਜ ਹੁੰਦੀ ਨਾ, ਉਹ ਰਗੜਾ ਬਣਾ ਕੇ ਪੀਂਦੇ ਆ। ਉਹ ਬੇਸਿਕਲੀ ਕਾਈਂਡ ਆਫ ਅ ਡਰਿੰਕ ਹੈ, ਜਿਹੜੇ ਆਪਾਂ ਬਾਦਾਮ ਵਗੈਰਾ, ਹਾਂ ਬਾਦਾਮ ਵਗੈਰਾ ਜਿਹੜਾ ਘੋਟ के प्रॉपर बना के पीते हैं। बादाम हो गया, गुलाब के फूल हो गए, फिर काली मिर्च, सौंफ, ये सब जो डाल के हम प्रॉपर बनाते हैं, वो एक ड्रिंक है। दैट इज मच मच बेटर देन द ड्रिंक्स व्हिच वी आर हैविंग राइट नाउ। आजकल ਜਿਹੜਾ ਆਪਾਂ है ना, वी रन फॉर लाइक कि शॉर्टकट मिल जाए, ਮੈਨੂੰ ਸਿਰਫ ਪ੍ਰੋਟੀਨ ਦੇ ਦਿਓ ਜੀ, ਉਹ ਵੀ ਜ਼ਰੂਰੀ ਹੈ, ਬਟ ਇੰਨਾ ਜ਼ਰੂਰੀ ਨਹੀਂ ਹੈ ਕਿ ਤੁਸੀਂ 2 ਸਕੂਪ ਲੈ ਲੇ ਤੇ ਰੋਟੀ ਨਹੀਂ ਖਾ ਰਹੇ। ਹਰ ਕੋਚ ਤੁਹਾਨੂੰ ਇਹ ਗਾਈਡ ਕਰੇਗਾ, दैट इज नॉट कंपल्सरी। इफ यू आर नॉट फॉलोइंग योर डाइट, हैव इट इन योर डाइट। अगर आप अपनी रूटीन डाइट अच्छी कर सकते हो, आपको जरूरत नहीं है, आप करो। आपका पर बॉडी वेट 1 ग्राम और 1.5 ग्राम और मैक्सिमम 2 ग्राम प्रोटीन आपको चाहिए पर बॉडी वेट। अगर आप वो कर सकते हो तो करो, आपको जरूरत नहीं है। ਉਹੀ ਤਾਂ ਆਪਾਂ ਜਿਮ ਜੁਆਇਨ ਕਰਦੇ ਆ, ਮੈਂ ਦੇਖਿਆ ਕਈ ਟ੍ਰੇਨਰ ਹੁੰਦੇ ਆ, ਮਹੀਨਾ ਨਹੀਂ ਹੁੰਦਾ, यार भाई ये ले ले, तू ये BCA डबल ले ले, तू गेनर ले ले, है ना, तू वे प्रोटीन ले ले। तो एक ही रीजन है, मतलब यार ਮੈਨੂੰ ਚਾਹੀਦਾ ਵੀ ਨਹੀਂ, ਤੁਸੀਂ ਫਿਰ ਵੀ ਮੈਨੂੰ ਖਵਾ ਰਹੇ ਹੋ ਜਾਣ ਕੇ। ਇਹਦਾ ਇੱਕ ਬੇਸਿਕ ਰੀਜ਼ਨ ਦੱਸਦਾ, ਸਾਰੇ ਨਹੀਂ ਕਰਦੇ, ਸਾਰੇ ਨਹੀਂ ਕਰਦੇ ਡੈਫੀਨਿਟਲੀ ਭਾਜੀ। ਇਹਦਾ ਬੇਸਿਕ ਰੀਜ਼ਨ ਪਤਾ ਕਿ ਅੱਜ ਕੱਲ ਹਰ 5ਵਾਂ 6ਵਾਂ ਬੰਦਾ ਕੋਚ ਹੈ। ਬਿਲਕੁਲ। ਜਿਹਨੇ ਇੱਕ ਹਫਤਾ ਜਿਮ ਲਾ ਲਿਆ ਨਾ, ਜਿਹਦੇ ਥੋੜੀ ਜਿਹੀਆਂ ਡੋਲੀਆਂ ਵੱਡੀ ਹੋ ਗਈਆਂ, ਪੰਪ ਹੋ ਗਿਆ, ਉਹਨੂੰ ਲੱਗਣਾ ਵੀ ਮੈਂ ਬਣ ਗਿਆ ਜੀ, ਹੁਣ ਤਾਂ ਮੈਂ ਬਣ ਗਿਆ ਦਾਰਾ ਸਿੰਘ, ਠੀਕ ਹੈ। 1 ਮਹੀਨਾ ਜਿਹਨੇ ਲਾ ਲਿਆ, ਉਹਨੇ ਬਾਅਦ ਚ ਇੰਸਟਾਗ੍ਰਾਮ ਤੇ ਪੋਸਟ ਚੇਂਜ ਕਰ ਦੇਣੀ, ਮਿਰਰ ਸੈਲਫੀ ਦੇ ਨਾਲ ਥੋੜਾ ਜਿਹਾ ਡੋਲਾ ਖਿੱਚ ਕੇ ਥੱਲੇ ਬਾਇਓ ਚ ਲਿਖ ਦੇਗਾ ਜਿਮ ਫਰੀਕ, ਕੰਟੈਕਟ ਮੀ ਫॉर ਆਨਲਾਈਨ ਪਰਸਨਲ ट्रेनिंग। ਤੇ ਉਹਨੇ ਕੋਚ ਸਾਹਿਬ ਨੂੰ ਹੀ ਜਾ ਕੇ 36 क्वेश्चन पूछने हैं, ठीक है सर, अब मुझे और बताओ सर, मैं और क्या कर सकता हूँ। अगर अच्छा कोच होगा वो आपको गाइड करेगा, भाई पहले तो अपना पोटेंशियल तो चेक कर, पहले खींच तो सही। अब एक कोच है, वो आपको कुछ गाइड कर रहा है। सॉरी रोक ਰਿਹਾ, ਮੇਰਾ ਨਾ ਭਰਾ ਸੀਗਾ, ਉਹਨੇ ਨਾ ਭਾਜੀ ਵੇ ਪ੍ਰੋਟੀਨ ਖਾ ਲਿਆ, ਪਤਾ ਨਹੀਂ ਗੇਨਰ ਖਾ ਲਿਆ, ਵਿਦਆਊਟ ਟ੍ਰੇਨਿੰਗ। ਉਹਦੇ ਸਾਰਾ ਮੂੰਹ ਛਿਲ ਗਿਆ, ਸਾਰਾ ਮੂੰਹ ਛਿਲ ਗਿਆ। ਪਲੱਸ ਉਹ ਹੁਣ ਉਹ ਰਨਿੰਗ ਕਰਨ ਆਉਂਦਾ ਸੀਗਾ। ਮੈਂ ਕਿਹਾ ਇਹ ਕੀ ਕੀਤਾ ਤੂੰ? ਕਹਿੰਦਾ ਮੈਂ ਨਾ ਬੈਠੇ ਬੈਠੇ ਖਾ ਲਿਆ ਸੀ, ਹੁਣ ਮੈਂ ਰਨਿੰਗ ਕਰ ਰਿਹਾ। ਰਨਿੰਗ ਉਹ ਬਹੁਤ ਜ਼ਿਆਦਾ ਕਰ ਰਿਹਾ, ਉਹਦਾ ਫੇਰ ਠੀਕ ਹੋਇਆ। नहीं भाजी, this cannot be, नहीं this cannot be the only reason. The reason is, अगर आप ट्रेनिंग नहीं कर रहे हो तो आपको लेना ही क्यों है? पहली बात तो ये है। If you're not training, अगर आप कुछ नहीं कर रहे हो तो आपको जरूरत नहीं है कि आप स्कूप लो। मेरा मानना ये है, it affects the kidney। वो लॉन्ग रन की बात है भाई, वो लॉन्ग रन की। देखो मैं बताता हूँ, जो किडनी का इफेक्ट है, ये इतना ऐसा नहीं होता कि आपने एक स्कूप प्रोटीन लिया या 6 महीने ले लिया और किडनी खराब हो गई, ऐसे नहीं होता है। इट्स अ डीप थिंग। आप उसके साथ वाटर इनटेक कितना रख रहे हो, मैक्रोन्यूट्रिएंट्स कितना रख रहे हो, आपकी ओवरऑल डाइट कैसी है, आपके मैक्रोज कितने काउंट कर, कितनी कैलोरी ले रहे हो, कितना गुड फैट है उसमें, कितना कोलेस्ट्रॉल कितना। अभी अब सबसे मेन चीज देखो, हम ब्लड रिपोर्ट करवाते नहीं है। फॉर एग्जाम्पल, मैं आज बिना किसी गाइडेंस तो, आजकल चैट जीपीटी सब कुछ है, जिंदाबाद, ठीक है जिंदाबाद। अब मैं उत्थे देख लवा, आई नीड टू गेन वेट, सजेस्ट मी द सप्लीमेंट, है ना, उन्हें दे देना, एआई है, उन्हें दे देना, है ना, उन्हें चक के देता भी ये वाली कंपनी है, फलानी कंपनी, ढिमकानी कंपनी, ये 5 चीजें लेनी है। हुण मैं बिना गाइडेंस तो जाके दुकान तो ले लवा, जिन्हें चीज सेल करनी उन्हें तो बेचनी है, 5-10 हज़ार की चीज बेच देगा। मैनू डोजेज भी चैट जीपीटी ने दस देना, तुसी बिफोर ए लो, बाद च ए लो। भाई उस तो पहला की मैं अपना ब्लड टेस्ट कराया, बिल्कुल हो सकता है मैनू पहला तो कोई किडनी का इशू होए, हो सकता है मैनू ऑलरेडी मेरा लिवर इन्फ्लेमेशन होए,
ਫੈਟੀ ਲਿਵਰ ਫੈਟੀ ਲਿਵਰ ਅੱਜ ਕੱਲ੍ਹ ਜਿਹੜਾ ਕਿ ਬਹੁਤ ਕਾਮਨ ਹੋ ਰਿਹਾ, ਬਹੁਤ ਹੋ ਸਕਦਾ common ਮੈਨੂੰ ਹੈ। ਉਹਦੀ ਆਲਰੇਡੀ ਪ੍ਰੋਬਲਮ ਹੈ। ਪਹਿਲਾਂ ਮੈਂ ਆਪਣੀ ਬੋਡੀ ਨੂੰ ਕਲੀਨ ਤਾਂ ਕਰਾਂ, ਹੈ ਨਾ। ਰੂਟੀਨ ਡਾਈਟ ਮੈਂ ਦਿਨ ਚ 2 ਚਪਾਤੀ ਸਵੇਰੇ ਖਾਈ, 1 ਚਪਾਤੀ ਸ਼ਾਮ ਨੂੰ, ਕੱਲ ਤੇ ਮੈਂ ਕਹਿ ਦਵਾਂ ਵੀ ਆਈ ਐਮ ਫੋਲੋਇੰਗ ਅ ਗੁੱਡ डाइट, दैट इज नॉट पॉसिबल, दैट इज नॉट अ डाइट, या है ना। वाटर इनटेक लोगों की पूरी नहीं होती है। मेरा आज भी रूटीन है, सुबह उठूंगा मेरे अंदर 750 ml के आसपास की बोतल उठते सार पीनी है वो, और पता नहीं कितने सालों से है, भगवान की कृपा से कभी कभी जरूरत नहीं पड़ी किसी डॉक्टर की। बिना क्लियर गाइडेंस के कोई भी चीज लोगे वो नुकसान कर सकती है, ठीक है। जबरदस्ती वेट बढ़ाने के लिए आप 5 की जगह 7-10 रोटियां खानी शुरू कर दो, वो भी प्रॉब्लम करेगी, है ना। तो मेन मेथड ये कि एक गुरु बनाओ, बहुत जरूरी है। हमारा कल्चर है, फिर वो किसी भी फील्ड में हो, जो अच्छे बिजनेस पे होगे वहां भी आप किसी ना किसी को देखोगे ना कि यार मैं बिजनेस शुरू करूं, मुझे बताओ मुझे करना चाहिए कि नहीं। आजकल बड़ा ना मिथ है, अब 2 ਮਹੀਨੇ ਮੈਂ ਜਿਮ ਲਾਇਆ, ਡੋਲਾ ਵਧੀਆ ਹੋ ਗਿਆ, ਹਨਾ, ਤੇ ਆਪਾਂ ਸੋਚਦੇ ਆ ਯਾਰ ਜੇ ਤੁਹਾਡੀ ਬੋਡੀ ਬਹੁਤ ਅੱਛੀ ਹੈ ਤਾਂ ਤੁਹਾਡਾ ਰੌਬ ਹੈ, ਤੁਹਾਡੇ ਤੋਂ ਲੋਕੀ ਡਰੂਗੇ। ਪਰ ਮੈਂ ਦੇਖ ਰਿਹਾ ਤੁਹਾਡੀ ਲੀਨ ਬੋਡੀ ਹੈ, ਬਹੁਤ ਨਾਰਮਲ ਜੀ ਬੋਡੀ ਹੈ ਨਾ, ਮਾਰਸ਼ਲ ਆਰਟਸ ਵਾਲੀ ਦੀ ਬਹੁਤ ਸਿੰਪਲ ਜੀ ਬੋਡੀ ਹੁੰਦੀ ਹੈ। ਤਾਂ ਇਸ ਸਾਈਜ਼ ਮੈਟਰਸ, ਮਤਲਬ ਸੀ ਬੋਡੀ ਮੈਟਰ, ਸਾਈਜ਼ ਮੈਟਰ ਦੀ ਗੱਲ ਕਦ ਹੁੰਦੀ ਹੈ, ਜਦ ਆਪਾਂ ਕਹੀਏ ਕਿ ਵੀ ਇੱਕ ਆਲਮੋਸਟ 150 ਕਿਲੋ ਦਾ ਬੰਦਾ ਹੋ ਗਿਆ ਤੇ ਇੱਕ 50 ਕਿਲੋ ਦੇ ਮੁੰਡੇ ਨਾਲ ਫਾਈਟ ਕਰ ਰਿਹਾ। ਓਬਵੀਅਸਲੀ ਉਹ 150 ਕਿਲੋ ਦੇ ਬੰਦੇ ਨਾਲ ਜੇ ਭਿੜੇਗਾ, ਉਹਨੇ ਇੱਕ ਵਾਰੀ ਵੀ ਚੱਕ ਕੇ ਸਲੈਮ ਕਰਤਾ, ਉਹ ਲਾਈਟ ਗਾਈ ਵਿਲ ਗੈਟ ਇੰਜਰਡ। ਯਾ ਬਟ ਅਗਰ ਉਹ ਲਾਈਟ ਬੰਦਾ ਵਧੀਆ ਤਰੀਕੇ ਨਾਲ ਜਿਹਨੇ ਟ੍ਰੇਨਿੰਗ ਕੀਤੀ ਹੈ, ਜਿਹਨੇ ਰਗੜੇ ਆਪਣੇ ਸਰੀਰ ਨੂੰ ਨਾ ਚੰਗੇ ਤਰੀਕੇ ਨਾਲ, ਉਹ ਭਿੜ ਜਾਏਗਾ। ਉੱਥੇ ਆਂਦੀ ਹੈ ਟੈਕਨੀਕ, ਹੈ ਨਾ। ਉਹਨੂੰ ਪਤਾ ਵੀ ਇੱਕ ਜਿਹੜਾ ਬੋਡੀ ਬਿਲਡਰ, ਮੈਂ ਕਿਸੇ ਦੀ ਡਿਸਰਿਸਪੈਕਟ ਨਹੀਂ ਕਰਦਾ, ਮੈਂ ਜਿਮ ਦਾ ਬਹੁਤ ਸ਼ੌਕੀਨ ਆ, ਮੈਂ ਜਾਂਦਾ ਰਿਹਾ, ਹਜੇ ਵੀ ਜਾਂਦਾ, ਹੈ ਨਾ। ਮੈਂ ਹਮੇਸ਼ਾ ਕਹਿੰਦਾ ਕਿ ਜੇ ਮੈਂ ਟ੍ਰੇਨਿੰਗ ਕਰ ਰਿਹਾ ਤੇ ਮੈਂ ਉਹਨੂੰ ਤਰੀਕੇ ਨਾਲ ਕਿੱਦਾਂ ਕਰਨਾ। ਹੁਣ ਮੈਂ ਵੇਟ ਟ੍ਰੇਨਿੰਗ ਕਰ ਰਿਹਾ, ਮੇਰੀ ਹਜੇ ਵੀ ਮੇਰੇ ਇੰਸਟਾਗ੍ਰਾਮ ਤੇ ਵੀਡੀਓਜ਼ ਦੇਖੋਗੇ 140 150 160 kg ਸਕੁਆਟ ਮੇਰੀ ਬੜੇ ਪਿਆਰ ਨਾਲ ਹੈ। ਹੁਣ ਮੇਰਾ ਗੋਲ ਇਹ ਹੁੰਦਾ ਕਿ ਜੇ ਮੈਂ 160 ਕਿਲੋ ਦੀ ਸਕੁਆਟ ਲਾ ਰਿਹਾ ਤੇ ਮੈਂ ਆਪਣੀ ਅਕੈਡਮੀ 'ਚ 70 80 90 ਕਿਲੋ 100 ਕਿਲੋ ਦੇ ਬੰਦੇ ਨੂੰ ਚੱਕ ਕੇ ਥੱਲੇ ਸਿੱਟ ਪਾਵਾਂ, ਡਬਲ ਲੈਗ ਟੇਕ ਡਾਊਨ। ਜਾਂ ਤੇ ਜੇ ਮੈਂ 160 ਕਿਲੋ ਲਾ ਰਿਹਾ ਇਕੱਲਾ ਤੇ ਮੈਂ ਮੋਬਿਲਿਟੀ ਟ੍ਰੇਨਿੰਗ ਨਹੀਂ ਕਰ ਰਿਹਾ, ਫੰਕਸ਼ਨਲ ਟ੍ਰੇਨਿੰਗ ਨਹੀਂ ਕਰ ਰਿਹਾ, ਤਾਂ ਡੈਫੀਨਿਟਲੀ ਮੇਰੀ ਬੋਡੀ 'ਚ ਫਲੈਕਸੀਬਿਲਿਟੀ ਹੈ ਨਹੀਂ, ਹੈ ਨਾ। ਜੇ ਕਿਤੇ ਮੇਰੀ ਫਾਈਟ, ਹੁਣ ਜਿਮਿੰਗ ਦਾ ਕੀ ਹੈ, ਉੱਥੇ ਐਂਡਿਓਰੈਂਸ ਟ੍ਰੇਨਿੰਗ ਉਸ ਤਰੀਕੇ ਨਾਲ ਨਹੀਂ ਹੁੰਦੀ। ਜਿਹੜੇ ਆਪਾਂ ਕਹੀਏ ਕਿ ਬੰਦਿਆਂ ਨੂੰ ਛੇਤੀ ਹੁੰਦੀ ਨਾ ਕਿ ਵੀ ਮੈਂ ਛੇਤੀ ਬਸ ਪੰਪ ਹੋ ਜਾਵਾਂ। ਸਾਡੇ ਨਾਰਥ ਦੀ ਬੈਲਟ ਦੀ ਜੇ ਮੈਂ ਗੱਲ ਕਰਾਂ, ਇੱਥੇ ਹੁੰਦਾ ਕਿ ਵੀ ਮੇਰਾ ਡੋਲਾ ਵੱਡਾ ਹੋ ਜਾਏ, ਮੇਰੀ ਚੈਸਟ ਵੱਡੀ ਹੋ ਜਾਏ, ਮੈਂ ਥੋੜਾ ਜਿਹਾ ਇੰਨਾ ਕੁ ਹੋ ਜਾਵਾਂ ਵੀ ਤਰੀਕੇ ਨਾਲ ਬੈਠਾ ਹਾਂ ਤੇ ਮੈਂ ਤਗੜਾ। ਇਹ ਚੀਜ਼ ਨਹੀਂ ਹੈ। ਤੁਸੀਂ ਜਿਹੜੇ ਪੁਰਾਣੇ ਪਹਿਲਵਾਨ ਦੇਖ ਲਓ, ਜਿਹੜੇ ਅਖਾੜੇ ਦੇ ਪਹਿਲਵਾਨ, ਤੁਹਾਨੂੰ ਜਿਹੜੇ ਮੋਟੇ ਦਿਖਣੇ ਬਹੁਤ ਮੋਟੇ ਦਿਖਣਗੇ ਭਾਜੀ, ਐਡਾ ਐਡਾ ਢਿੱਡ ਹੋਏਗਾ, ਲੇਕਿਨ ਜੇ ਉਹਨਾਂ ਨੇ ਗਿੱਚੀ ਫੜ ਲਈ ਨਾ, ਉਹਨੇ ਤੋੜ ਦੇਣੀ ਗਰਦਨ, ਕਿਉਂਕਿ ਐਗਜ਼ੈਕਟਲੀ ਕਿਉਂਕਿ ਉਹ ਫੰਕਸ਼ਨ ਟ੍ਰੇਨਿੰਗ ਕਰ ਰਹੇ ਹੈ, ਉਹ ਟੈਕਨੀਕ ਤੇ ਕੰਮ ਕਰ ਰਹੇ ਹੈ। ਜੇ ਅਖਾੜੇ ਦੇ ਕਿਸੇ ਅਖਾੜੇ ਦੇ ਪਹਿਲਵਾਨ ਦੇ ਅਸੀਂ ਕਰਦੇ ਰਹੇ ਹਾਂ, ਉਹ ਮਿੱਟੀ ਨਾਲ ਮਿੱਟੀ ਹੋ ਰਹੀ ਹੈ। ਐਗਜ਼ੈਕਟਲੀ। ਹੁਣ ਜਿੱਦਾਂ ਜਗਜੀਤ ਭਾਜੀ ਹੈ, ਹੀ ਇਜ਼ ਅ ਵਰਲਡ ਚੈਂਪੀਅਨ ਰਾਈਟ ਨਾਓ। ਜੁਝਾਰ ਹੈ ਜਿਹੜਾ ਹੁਣ UFC ਸਲੈਬ 'ਚ ਜਿਹਦਾ ਵਿਨਿੰਗ ਸਟ੍ਰੀਕ ਪਈ ਹੈ ਮੁੰਡੇ ਦੀ, ਉਹ ਹੀ ਇਜ਼ ਅਮੇਜ਼ਿੰਗ, ਜੁਝਾਰ ਸਿੰਘ, ਠੀਕ ਹੈ। ਉਹਦੇ ਨਾਲ ਆਪਾਂ ਟ੍ਰੇਨਿੰਗ ਕੀਤੀ, ਉਹ ਸਾਡੀ ਅਕੈਡਮੀ ਵੀ ਆਇਆ, ਅਸੀਂ ਉਹਦੇ ਕੋਲ ਵੀ ਗਏ ਹਾਂ ਭਾਜੀ। ਮਿੱਟੀ 'ਚ ਇਦਾਂ ਦੀ ਟ੍ਰੇਨਿੰਗ ਹੁੰਦੀ, ਤੁਸੀਂ ਸੋਚ ਵੀ ਨਹੀਂ ਸਕਦੇ। ਉੱਥੇ ਮੈਂ ਕਹਿੰਦਾ ਜਿਹੜਾ ਬੰਦਾ ਕਹਿੰਦਾ ਵੀ ਮੈਂ 1 ਘੰਟੇ ਜਿਮ ਲਾਉਂਦਾ, ਨਾਟ ਪ੍ਰੋਫੈਸ਼ਨਲ, ਜਿਹੜਾ ਕਹਿੰਦਾ ਮੈਂ 1 ਘੰਟੇ ਜਿਮ ਲਾ, ਅੱਧਾ ਘੰਟਾ ਤੁਸੀਂ ਅਖਾੜੇ 'ਚ ਲਾਓ। ਤੇ ਜਿਹੜੇ ਵਧੀਆ ਬੋਡੀ ਬਿਲਡਰ ਨੇ ਉਹ ਉਸ ਚੀਜ਼ ਦੇ ਰਿਸਪੈਕਟ ਕਰਦੇ ਹੋ, ਕਹਿੰਦੇ ਬਾਈ 2 अलग स्पोर्ट्स ने, डू नॉट कंपेयर दिस। ओके, जिमिंग अपने आप में एक अलग बहुत तगड़े लेवल। अब कोई बंदा, फॉर एग्जांपल ले लो, कोई लड़का ताइक्वांडो, कराटे, जूडो, बॉक्सिंग का है, ठीक है, वो मेडलिस्ट है, और वो बिना मतलब पंगे ले जाए, ये जिम वाले तो जैसा आजकल रीलों में होता है कि जिम वाले तो कुछ नहीं है, ये है वो है, फलाना ढिमकाना, डिसरिस्पेक्ट करेगा। कोई बढ़िया बॉडी बिल्डर टक्कर गया, वो बोलेगा आजा मेरे साथ स्क्वाट लगा ले। सही गल है। ऐसी स्क्वाड लगवाएगा ना, मैं कह रहा हूँ 3 दिन आपका ना पॉटी नहीं उतरेगी, ऐसी रेल बनाएगा वो, फिर आप करना मजाक। तो हमें ये समझना है कि हर स्पोर्ट्स की अपनी ब्यूटी है ना। एक मैराथन रनर को हम एक स्प्रिंटर से कंपेयर नहीं कर सकते। एक मैराथन रन वाला जो है वो 21 किलोमीटर भाग सकता है, स्प्रिंटर वो 100 मीटर गोली की तरह भागेगा, 10 12 15 सेकंड में खींच देगा, लेकिन वो 21 किलोमीटर भाग ही नहीं पाएगा अनलेस एंड अनटिल उसका माइंडसेट ना हो कि मुझे करना ही करना है। ਤੁਹਾਨੂੰ ਲੱਗਦਾ ਹੈ ਅੱਜ ਕੱਲ ਇੰਸਟਾਗ੍ਰਾਮ ਤੇ ਜੋ ਜਿਮ ਦਿਖਾਇਆ ਜਾ ਰਿਹਾ ਹੈ, ਸਮਝ ਰਹੇ ਹੋ ਕੀ ਕਹਿ ਰਹੇ ਹਾਂ, ਸਮਝਿਆ ਹੈ ਨਾ, ਕਿ ਬੁਰਾ ਮੰਨੂਗੇ ਕੋਈ ਕੁੜੀਆਂ ਕਿ ਕੁੜੀਆਂ ਮਤਲਬ ਕੀ ਦਿਖਾ ਰਹੀਆਂ, ਕਿ ਤੁਸੀਂ ਆਪਣੇ ਘਰ ਉਹ ਰੀਲਾਂ ਨਹੀਂ ਚਲਾ ਸਕਦੇ, ਡੈਫੀਨਿਟਲੀ, ਹੈ ਨਾ। ਤਾਂ ਉਹ ਜਿਮ ਨੂੰ ਐਜ਼ ਅ ਨੈਗੇਟਿਵ ਨਹੀਂ ਕਰ ਰਹੀ, ਉਹ ਫਿਟਨੈਸ ਨੂੰ ਐਜ਼ ਅ ਨੈਗੇਟਿਵ ਨਹੀਂ ਕਰ ਰਹੀ ਭਾਜੀ। ਗੇਮ ਸਾਰੀ ਫੋਲੋਇੰਗ ਦੀ ਹੈ, ਉਹ ਬਸ ਆਪਣੇ ਫੋਲੋਅਰ ਦੇ ਹੈ ਨਾ ਚੱਕਰ 'ਚ। ਗੇਮ ਇਹੀ ਹੈ ਕਿ ਅੱਜ ਕੱਲ ਮੈਂ ਕਹਿ ਰਿਹਾ, ਤੁਸੀਂ ਕੁਛ ਨਾ ਕਰੋ, ਪੋਡਕਾਸਟ ਖਤਮ ਹੋਣ ਤੋਂ ਬਾਅਦ ਸ਼ਾਮ ਦਾ ਟਾਈਮ ਹੈ, ਹੁਣ ਤੁਸੀਂ 2-4 ਵਧੀਆ ਵਾਲੇ ਜਿਮ ਜਾਓ, ਉੱਥੇ ਤੁਹਾਨੂੰ ਇਦਾਂ ਨਹੀਂ ਹੈ ਕਿ ਸਾਰੀਆਂ, ਬਟ 20 3-4 ਇਦਾਂ ਦੀ ਮਿਲ ਜਾਣਗੀਆਂ। ਉਹਨਾਂ ਕੋਲ ਆਪਣਾ ਟ੍ਰਾਈਪੋਡ ਹੈ, DSLR ਹੈ, ਤੇ ਉਹਨਾਂ ਨੇ ਰੀਲਾਂ ਬਣਾਉਣੀਆਂ ਰਾਦਰ ਦੈਨ ਟ੍ਰੇਨਿੰਗ। ਮੈਂ ਇਹ ਵੀ ਕਹਿੰਦਾ ਕਿ ਨੋ ਡਾਊਟ ਤੁਸੀਂ ਕਈ ਵਾਰੀ ਇਦਾਂ ਨਹੀਂ ਹੈ ਕਿ ਵੀ ਤੁਸੀਂ ਹਰ ਰੀਲ ਤੁਹਾਡੀ ਖਰਾਬ ਹੈ,
ਤੁਸੀਂ ਬਹੁਤ ਵਧੀਆ ਤਰੀਕੇ ਨਾਲ ਵੀ ਬਣਾ ਰਹੇ ਹੋ, ਹੂੰ ਬਟ ਇਹ ਹੁਣ ਮੈਂ ਇਹੀ ਜੇ ਮੈਂ ਇਹ ਕਹਾਂ ਕਿ ਨਹੀਂ ਜੀ ਤੁਸੀਂ ਗਲਤ ਕਰ ਰਹੇ ਹੋ, ਇਦਾਂ ਤਾਂ ਮੈਂ ਵੀ ਬੇਅਰ ਬੋਡੀ ਬਹੁਤ ਬੜੀ ਫੋਟੋਜ਼ ਵੀਡੀਓਜ਼ ਪਾਈਆਂ, ਹੂੰ ਹੈ ਨਾ, ਬਟ ਮੇਰਾ ਪਰਪਸ ਇਹ ਨਹੀਂ ਰਿਹਾ ਕਿ ਮੈਨੂੰ ਕੋਈ ਫਰਕ ਨਹੀਂ ਪੈਂਦਾ ਮੇਰੇ 30,000 ਫਾਲੋਅਰ ਕਿ ਮੇਰੇ 3 ਫਾਲੋਅਰ ਹੈ ਨਾ, ਤੁਸੀਂ ਆਪਣੀ ਗਰੋਥ ਦਿਖਾ ਰਹੇ ਹੋ। ਐਗਜ਼ੈਕਟਲੀ ਮੈਂ ਆਪਣੀ ਗਰੋਥ ਸ਼ੋ ਕਰ ਰਿਹਾ। ਹਾਂਜੀ ਗਰੋਥ ਸ਼ੋ ਕਰਨ ਦਾ ਵੀ ਤਰੀਕਾ ਹੈ, ਸਹੀ ਗੱਲ ਹੈ, ਮੇਨ बस ਤਰੀਕਾ ਹੈ। गल ये है कि मेन तरीका है। हुण जे ਇਹ ਚ मैं ये कहता हूँ भी आपको अच्छा लग रहा है देखो तो भी ठीक है, भी तुसी भी ठीक कह रहे हो भी मैं स्वाइप अप कर सकता हूँ, Swipe up मुझे कर नहीं सकते हैं। पसंद मैं स्वाइप अप कर दूं, बट प्रॉब्लम ये है कि नो डाउट वो सब चीजें मैटर करती है। अगर मुझे एक अच्छा इन्फ्लुएंसर बनना है तो मुझे वो माइंडसेट रखना है कि मैं वो चीजें दिखाऊं जो एक छोटा बच्चा भी देख पाए, एक बड़ा भी देख पाए, मेरे वाइफ है, मेरे मम्मा भी देख पाए, मेरी मम्मी मुझे गालियां ना दे कि क्या तू ये क्या हरकत कर रहा है। ਹੁਣ ਇੱਕ ਰੀਲ ਚ ਮੈਂ ਕਹਾਂ ਮੈਂ ਜਿਵੇਂ ਅਪਰ ਬੋਡੀ ਬੇਅਰ ਬੋਡੀ ਕਰਕੇ ਦਿਖਾ ਰਿਹਾ ਵੈਰੀ ਗੁੱਡ, ਜੇ ਮੈਂ ਉਹੀ ਫਰੈਂਚੀ ਪਾ ਕੇ ਘੁੰਮੀ ਜਾਵਾਂ ਬਿਨਾ ਮਤਲਬ ਹਾਂ ਬਿਨਾ ਮਤਲਬ ਦੈਟ ਇਜ਼ ਬੁਲਸ਼ਿਟ, ਹੈ ਨਾ। ਉਹ ਬਿਲਕੁਲ। ਚੀਜ਼ ਹੋਏਗੀ ਕਿ ਵੀ ਇੱਕ ਕੀ ਹੈ ਕਿ ਇਹ ਜਿਹੜੇ ਹੁਣ ਮੇਰੇ ਕੋਲ 5 ਸਾਲ 7 ਸਾਲ ਦੇ ਬੱਚੇ ਆ ਰਹੇ ਉਹਨਾਂ ਦੇ ਪੇਰੈਂਟਸ ਵੀ ਤਾਂ ਦੇਖਣਗੇ। ਇਹ ਚੀਜ਼ ਮਤਲਬ ਪੇਰੈਂਟਸ ਦੇ ਦਿਮਾਗ ਤੇ ਇੱਕ ਚੀਜ਼ ਨਹੀਂ ਪਾ ਰਹੇ ਕਿ ਯਾਰ ਨਾ ਜਾਓ ਫਿਟਨੈਸ ਵਾਲੇ, ਇਹ ਚੀਜ਼ ਹੈ ਇਹਦਾ ਵੀ ਰੀਜ਼ਨ ਹੈ ਭਾਜੀ, ਕਿਤੇ ਨਾ ਹੁਣ ਕਿਤੇ ਪਤਾ ਆ ਕੀ ਰਿਹਾ ਨਾ ਇਹ ਪੇਰੈਂਟ ਦੇ ਮਾਈਂਡ 'ਚ ਇਹ ਚੀਜ਼ ਆਂਦੀ ਵੀ ਹੈ। ਹਾਂਜੀ ਹੁਣ ਫੋਰ ਐਗਜ਼ਾਮਪਲ ਦੇਖੋ ਇਹਨਾਂ ਚੀਜ਼ਾਂ ਲਈ ਨਾ ਦੋ ਚੀਜ਼ਾਂ ਹੈ, ਇੱਕ ਸਾਨੂੰ ਅਵੇਅਰ ਹੋਣਾ ਪੈਣਾ ਕਿ ਵੀ ਅਸੀਂ ਟ੍ਰੇਨਿੰਗ ਕਰ ਕਿਉਂ ਰਹੇ ਹਾਂ। ਇੱਕ ਹੁੰਦਾ ਐਵੇਂ ਕਰ ਰਹੇ ਜੀ 3 ਦਿਨ ਜਿਮ ਚਲੇ ਗਏ 2 ਦਿਨ ਛੁੱਟੀ ਮਾਰ ਲਈ ਪੋਸਟ ਪਾ ਵੀਕਐਂਡ ਤੇ ਪਾਰਟੀ ਕਰ ਲਈ, ਹੈ ਨਾ। ਫਿਰ ਜਿਮ ਨੂੰ ਤੁਸੀਂ ਬਲੇਮ ਨਾ ਕਰੋ, ਹੈ ਨਾ, ਕਿ ਮੈਂ ਇੱਕ ਦਿਨ ਜਿਮ ਗਿਆ 4 ਦਿਨ ਗਿਆ ਨਹੀਂ। ਹੁਣ ਨਿਊ ਈਅਰ ਵਾਲਾ ਟਾਈਮ ਆ ਗਿਆ ਜਨਵਰੀ ਵਾਲਾ, ਹੈ ਨਾ, 1 ਤਰੀਕ ਨੂੰ ਦੇਖੋ ਕਿੰਨੀ ਜਨਤਾ ਨੇ ਪੋਸਟਾਂ ਪਾਣੀਆਂ ਵੀ ਨਿਊ ਬੈਕ ਨਿਊ ਮੀ, 7-8 ਤਰੀਕ ਤੱਕ ਜਨਤਾ ਗਾਇਬ। ਤੁਹਾਨੂੰ ਆਪਣਾ ਗੋਲ ਜਦ ਤੱਕ ਰੈਜ਼ੋਲੂਸ਼ਨ ਹਾਂ ਨਿਊ ਈਅਰ ਰੈਜ਼ੋਲੂਸ਼ਨ ਰੈਜ਼ੋਲੂਸ਼ਨ ਹੁਣ ਤੁਹਾਨੂੰ ਜਦ ਤੱਕ ਉਹ ਚੀਜ਼ਾਂ ਕਲੀਅਰ ਨਹੀਂ ਹੈ ਨਾ, ਤੁਸੀਂ ਕਿਸੇ ਨੂੰ ਨਾ ਬਲੇਮ ਕਰੋ। ਜਿਮ ਇਜ਼ ਅ ਥੈਰੇਪੀ, ਮੈਂ ਕਹਿੰਦਾ ਜਿਮ ਇਜ਼ ਅ ਵੈਰੀ ਗੁੱਡ ਥੈਰੇਪੀ, ਬਟ ਜੇ ਤੁਹਾਡਾ ਮਾਈਂਡਸੈਟ ਨਹੀਂ ਹੈ ਤੁਸੀਂ ਉੱਥੇ ਕੁੜੀਆਂ ਹੀ ਦੇਖੋਗੇ ਜਾ ਕੇ। ਜੇ ਤੁਹਾਡਾ ਮਾਈਂਡਸੈਟ ਤੁਹਾਨੂੰ ਫਰਕ ਹੀ ਨਹੀਂ ਪੈਣਾ ਵੀ ਕਿੱਥੇ ਇਦਾਂ ਦੀ ਬਹੁਤ, ਹੁਣ ਜਿੱਥੇ ਮੈਂ ਜਾ ਰਿਹਾ 34 ਜਾਂਦਾ ਮੈਂ ਜਿਮ, ਉੱਥੇ ਮੈਂ ਬਹੁਤ ਕੁੜੀਆਂ ਇਦਾਂ ਦੀਆਂ ਜਿਹੜੇ ਬਹੁਤ ਵਧੀਆ ਵਰਕਆਊਟ ਕਰ ਰਹੀਆਂ, ਕੋਈ ਕੈਮਰਾ ਨਹੀਂ ਕੁਛ ਨਹੀਂ, ਹੈ ਨਾ, ਤੇ ਇਦਾਂ ਦੇ ਵੀ ਹੈ ਜਿਨ੍ਹਾਂ ਨੂੰ ਸਿਰਫ ਕੈਮਰੇ ਲਈ ਕਰ ਰਹੇ ਆ। ਹੁਣ ਕਿਉਂਕਿ ਮੈਂ ਪਰਸਨਲੀ ਨਹੀਂ ਮਿਲਿਆ ਕਿਸੇ ਨਾਲ, ਹੈ ਨਾ, ਤੇ ਮੇਰਾ ਕੋਈ ਫਰਜ਼ ਨਹੀਂ ਬਣਦਾ ਕਿ ਮੈਂ ਉਹਨਾਂ ਨੂੰ ਕੁਝ ਕਵਾਂ ਅਨਲੈਸ ਐਂਡ ਅਨਟਿਲ ਦੇ ਆਰ ਨਾਟ ਡੂਇੰਗ ਸਮਥਿੰਗ ਕਿ ਮੈਨੂੰ ਉਹ ਅਨਕੰਫਰਟੇਬਲ ਕਰੇ। ਤੁਸੀਂ ਕਹਿ ਕੇ ਮੈਂ ਦੇਖੋ, ਕਹਿ ਵੀ ਨਹੀਂ ਸਕਦਾ, ਮੇਰੇ ਗੱਲ ਪੈ ਜਾਣਾ ਕਿ ਤੂੰ ਕਿਹਾ ਕਿੱਦਾਂ, ਤੁਸੀਂ ਕਿੱਦਾਂ ਤੁਸੀਂ ਛੱਡ ਕੇ ਚੱਲ ਜਾਓ, ਤੇ ਡੈਫੀਨਿਟਲੀ ਮੈਂ ਗਲਤ ਹਾਂ, ਮੇਰਾ ਕਹਿਣਾ ਵੀ ਨਹੀਂ ਬਣਦਾ। ਬਟ ਗੱਲ ਇਹ ਹੈ ਕਿ ਠੀਕ ਹੈ ਸਾਨੂੰ ਇਹ ਚੀਜ਼ਾਂ ਸਮਝਣ ਦੀ ਲੋੜ ਹੈ। ਪਰ ਮੈਂ ਦੇਖਿਆ ਉਹਨਾਂ ਦੇ ਜਿਹੜੇ ਰੀਲਾਂ ਪਾ ਰਹੇ ਉਹਨਾਂ ਦੇ ਪੇਰੈਂਟਸ ਵੀ ਕੋਈ ਚੱਕਰ ਨਹੀਂ ਹੈ, ਉਹ ਵੀ ਕਹਿ ਰਹੇ ਕੋਈ ਚੱਕਰ ਨਹੀਂ ਹੈ। ਇਹੀ ਤਾਂ ਗੇਮ ਹੈ ਭਾਜੀ, ਦੇਖਿਆ ਇਹ ਮੈਂ ਤੁਹਾਨੂੰ ਕੀ ਕਹਿ ਰਿਹਾ ਭਾਜੀ, ਦੇਖੋ ਬੜਾਵਾ ਹੀ ਦੇ ਰਹੇ ਆ। ਜੇ ਹੁਣ ਕੁਝ ਦਿਨ ਪਹਿਲਾਂ ਨਾ 2 ਮਹੀਨੇ ਪਹਿਲਾਂ ਜਾਂ 3 ਮਹੀਨੇ ਪਹਿਲਾਂ ਦੀ ਗੱਲ ਹੋਗੀ, ਇੱਕ ਕੁੜੀ ਸੀਗੀ ਨਾਂ ਭੁੱਲ ਗਿਆ ਮੈਂ ਉਹਦਾ, ਤੇ ਉਹਦਾ ਸੀਗਾ ਕਿ ਉਹਦੇ ਫਾਲੋਅਰ ਵੱਧ ਨਹੀਂ ਰਹੇ ਸੀ, 21 ਸਾਲ ਦੀ ਕੁੜੀ ਸੀ, 700-800 ਕੇ ਤੇ ਆ ਕੇ ਰੁਕ ਗਏ ਸੀ, 7-8 ਲੱਖ ਤੇ ਆ ਕੇ ਰੁਕ ਗਏ ਸੀ। ਤੇ ਉਹਨੇ ਉਹ ਪਾਇਆ ਸੀ ਆਪਣਾ ਕੀ ਕਹਿੰਦੇ ਵਾਲਪੇਪਰ ਤੇ 1 ਮਿਲੀਅਨ ਸੂਨ, ਤੇ ਉਸ ਕਰਕੇ ਕੁੜੀ ਡਿਪਰੈਸ਼ਨ ਚ ਗਈ ਸੀ ਤੇ ਉਹਨੇ ਸੁਸਾਈਡ ਕੀਤਾ ਸੀ। ਉਹਦੇ ਇੰਨੀ ਮਿਹਨਤ ਕਰ ਰਹੀ ਹੈ, ਹਾਂ ਇੰਨੀ ਮਿਹਨਤ ਕਰ ਰਹੀ ਹੈ, ਇੰਨਾ ਕੁਝ ਕਰ ਰਹੀ, ਬਟ ਉਹ ਨਹੀਂ ਜਾ ਰਿਹਾ। ਉਹਦੀ ਸਿਸਟਰ ਨੇ ਵੀ ਸ਼ਾਇਦ ਪੋਸਟ ਪਾਈ ਸੀ ਇਫ ਆਮ ਨਾਟ ਰੋਂਗ ਕਿ ਸ਼ੀ ਵਾਸ ਆਲਰੇਡੀ ਇਨ ਡਿਪਰੈਸ਼ਨ, ਤੇ ਉਹਦੇ ਜੀਜਾ ਜੀ ਨੇ ਉਹਨੂੰ ਬੜਾ ਸਮਝਾਇਆ ਸੀ ਕਿ ਕੋਈ ਫਰਕ ਨਹੀਂ ਪੈਂਦਾ, ਕੋਈ ਜ਼ਰੂਰਤ ਇੰਨਾ ਕੋਈ ਫਰਕ ਨਹੀਂ ਪੈਂਦਾ ਵੀ ਇੰਨੇ ਫਾਲੋਅਰ ਹੋ ਗਏ ਤੇ ਹੈ ਨਹੀਂ ਹੈ, ਇਹਨੂੰ ਟਾਈਮ ਪਾਸ ਕਰੋ ਬਸ, ਰਾਦਰ ਦੈਨ ਮੈਂ ਜੇ ਇਸੇ ਗਰਾਰੀ ਚੜ ਜਾਵਾਂ ਵੀ ਮੇਰੇ ਫਾਲੋਅਰ ਨਹੀਂ ਵਧ ਰਹੇ ਤੇ ਮੈਂ ਡਿਪਰੈਸ਼ਨ ਚੱਲ ਜਾ। ਦੈਟ ਇਜ਼ ਨਾਟ ਮਾਈ ਮੇਨ ਸੋਰਸ ਆਫ ਇਨਕਮ। ਮੇਰੇ ਇੰਸਟਾਗ੍ਰਾਮ ਤੇ ਦੇਖੋ ਮੈਂ ਮਾਰਸ਼ਲ ਆਰਟ ਘੱਟ ਹੋਏਗਾ, ਮੈਂ ਬਾਈਕਿੰਗ ਕਰ ਰਿਹਾ, ਮੈਂ ਚਿਲ ਰਹਿਣਾ, ਮੈਂ ਲਾਈਫ ਨੂੰ ਇੰਜੋਏ ਕਰਦਾ, ਤੇ ਮੇਰਾ ਮਨ ਹੋਇਆ ਮੈਂ ਪਾਤਿਆ, ਨਹੀਂ ਮਨ ਹੋਇਆ ਮੈਂ ਨਹੀਂ ਪਾਉਂਦਾ, ਮੈਨੂੰ ਫਰਕ ਨਹੀਂ ਪੈਂਦਾ। ਮੇਰੇ ਲਈ ਇਹ ਹੈ ਹੁਣ ਜਦ ਮੈਨੂੰ ਕੋਈ ਇਦਾਂ ਦੀ ਚੀਜ਼ ਲੱਗੇਗੀ ਕਿ ਯਾਰ ਇਹ ਮੈਨੂੰ ਅਪਰੋਚ ਕਰਨਾ ਚਾਹੀਦਾ, ਲੋਕਾਂ ਨੂੰ ਦੱਸਣਾ ਚਾਹੀਦਾ। ਫੋਰ ਐਗਜ਼ਾਮਪਲ ਜਿੱਦਾਂ ਮੈਂ ਕੋਈ ਵਰਕਸ਼ਾਪ ਲਾ ਰਿਹਾ ਤੇ ਆਈ ਵਿਲ ਕੰਟੈਕਟ ਸਮ ਆਫ ਦੀ वेरी गुड पर्सन जिनके बहुत ज्यादा फॉलोअर है एंड आई विल रिक्वेस्ट देम कि यार मैं इस चीज को कर रहा हूँ, अगर आप मेरी हेल्प कर, कोई पैसे लेगा कोई फ्री में करेगा कि कोई नहीं भाजी पैसे क्या देने चाहिए, हम आपकी हेल्प करते हैं। अगर वो मेरा गुड कॉज होगा, अगर वो मेरा मेथड ऑफ मार्केटिंग है तो फिर ठीक है, फिर मुझे पैसे देने चाहिए। हमें इस चीज को समझना पड़ेगा कि इंटरनेट इज नॉट एवरीथिंग, ठीक है, बट ठीक है आप वहां से नॉलेज लो, इंटरनेट है कुछ पर सब कुछ नहीं है, सब कुछ नहीं है एग्जैक्टली। और मैं कही जाऊँ मेरे 30,000 फॉलोअर जी, बाहर मेरे को 30 लोग भी नहीं जानते, क्या फायदा मेरे लिए। मेरे सच बताऊं तो मेरे लिए मैटर वो करते जो मेरी एकेडमी में बच्चे आ रहे हैं, जो मेरे गिन के वो 5-6 फ्रेंड जो उंगली पे मैं दिखाऊं मेरी फेवरेट लिस्ट में होंगे, जिनको मैं रात को 2 बजे भी फोन करूँ तो क्या हो गया भाई, कोई प्रॉब्लम, वो ही अपने हैं। बाकी 25-30,000 जो भी हैं ठीक है, चल रहा है। मेरा कोई ऐसा नहीं कि नो डाउट मैं ब्रांड एंडोर्समेंट करता हूँ, कभी कोई प्रोटीन का आ गया, कभी कुछ आ गया, वो ठीक है, वो एक स्टोरी डाली 8-10 हज़ार पे, वो भी जब तक मैं कंफर्टेबल नहीं होता मैं नहीं डालता, ठीक है। मेरे पास ब्रांडिंग की आती है, अब मेरे पास एक उन्होंने वो कुछ डाइट से लिए कुछ सप्लीमेंटेशन का था, तो मुझे कंफर्ट नहीं बना, मैंने नहीं किया उनका। मुझे फर्क नहीं पड़ता आप 10,000 दे रहे हो 5,000 दे रहे हो, मेरा मेन सोर्स ऑफ इनकम नहीं है, और मुझे उस चीज़ का नशा भी नहीं है कि मुझे पोस्ट डालनी है, कोई फर्क नहीं पड़ता। मेरे 20,000 व्यू आए मैं तब भी ठीक हूँ, मेरे 5,000 आए मैं तब भी, मुझे कोई फर्क नहीं पड़ता।
और मुझे मैं यही चीज़ बच्चों को भी गाइड करता हूँ। सीजीसी यूनिवर्सिटी में मेरी वर्कशॉप हुई थी, वहाँ भी मैंने ये लेक्चर दिया था कि ठीक है, वायरल होना किसी नहीं अच्छा लगता। अभी हम पॉडकास्ट कर रहे हैं, कोई हमारी कोई ऐसी चीज़ क्लिक कर जाए जो वायरल होगी, चाहे सही वो बात है। पॉजिटिव वे में हुई, चाहे नेगेटिव वे में। नेगेटिव वे में, हो सही सकता बात है है। हमारी बातों को कोई गलत तरीके से भी ले जाए। और इसने वो जिम वही वालों के हाँ, इसने बिल्कुल। जिम वालों के बारे में नेगेटिव कैसे बोल दिया, हाँ, इसने जिम की लड़की, भाई मेरे कहने का मतलब जब समझोगे फिर तुम्हें पता फिर लगेगा, पता चलेगा। है ना? और अगर हम वायरल हो गए तो हम तो खुश हो जाएंगे, वाह भी वाह, रातों रात सवेरे उठ के देखा भी ये 1 मिलियन कितना होंगे। सही गल है। बट जे मैं ਉੱਥੇ ਅੜ ਗਿਆ हम्म, ਲੈ भी 1 मिलियन हो गए, ਹੁਣ ਇਹ ਭਾਜੀ ਕੌਣ ਹੈ, ਮੈਂ ਤਾਂ ਬੰਦੇ ਚੇਂਜ ਕਰ ਦੇਣੇ, हाँ, ਦੈਨ ਮੇਰੇ ਤੋਂ ਵੱਡਾ ਸਟੂਪਿਡ, ਕਿਉਂਕਿ वो ਥੋੜੇ ਟਾਈਮ ਦਾ ਹੈ, ਫਿਰ ਡ੍ਰੌਪ ਹੋਏਗਾ। ਉਹ ਜਿੱਦਾਂ ਉਹ बिल्कुल ਦੇਖਿਆ ਸੀ बिल्कुल ਜਿਹੜਾ ਹੁਣ ਬੜਾ ਵਾਇਰਲ ਹੋਇਆ ਸੀ ਬੰਦਾ ਕਿ ਇਹ 10 ਰੁਪਏ के बिस्कुट कितने के हैं। सही गल है। ਉਹਨੇ ਹੁਣ ਜਾਇਜ਼ ਹੀ ਵਾਇਰਲ ਹੋਈ ਉਹਦੀ ਉਹ ਵਾਇਰਲ ਤਾਂ ਚਲੋ ਹੋ ਗਿਆ, ਉਹਦੇ ਬਾਅਦ ਉਹ ਜੇਲ੍ਹ ਵੀ ਗਿਆ, ਉਹ ਪਤਾ ਲੱਗਿਆ। ਇਹ ਨਹੀਂ ਪਤਾ ਮੈਨੂੰ ਜੇਲ੍ਹ ਉਹਨੇ ਇਦਾਂ ਦੀ ਕੋਈ ਰੀਲ ਬਣਾਈ, ਕਹਿੰਦੇ ਨਾ ਬੁੱਧੀ ਭ੍ਰਸ਼ਟ, ਉਹਨੇ ਕੋਈ ਰੀਲ ਬਣਾਈ, ਬੱਚੀ ਸੀਗੀ, ਉਹ ਆ ਕੇ ਇਦਾਂ ਕਿ कहती कि ਕਹਿੰਦਾ ਕਿ ਬਈ ये अगर ये लड़की इतनी खूबसूरत है तो इसकी माँ कितनी खूबसूरत होगी। ਉਹ ਤੇ ਮਿਲਣ ਗਿਆ ਉੱਥੇ ਸੀਗਾ ਫਨੀ ਵੇ ਚ, ਹੂੰ ਬਟ ਕਹਿੰਦੇ ਨਾ ਜਨਤਾ Click ਨੇ negative ਦੂਜੇ ਹੋ ਗਿਆ। ਤਰੀਕੇ ਨਾਲ ਲੈ ਗਿਆ, ਕਲਿੱਕ ਹੂੰ। ਗਲਤ ਹੋ ਗਿਆ, ਹੂੰ ਹੈਨਾ, ਤੇ ਖਤਮ। ਉਹਦੇ ਬਾਅਦ ਮਾਫੀਆ ਮੰਗ ਰਹੇ, ਐਫ ਆਈ ਆਰ ਹੋ ਗਈ ਉਹਦੀ, ਤੇ ਅੱਛਾ ਜੀ ਵਕੀਲ ਗਏ ਉਹਨੂੰ ਚੜਾਇਆ, ਹੁਣ क्योंकि ਵਧੀਆ ਲੈਵਲ ਤੇ पहुंच गया बंदा हम्म, छुड़ा। बट कहते हैं ना कि बुद्धिभ्रष्ट, ऐसा बोलना ही क्यों हमने किसी के बारे में, या ऐसा सही है। कंटेंट ही क्यों बनाना है। हम्म, मेरा मेरा कंसर्न ये होता है कि चलो ठीक है, दुनिया बना रही है, ऐसे तो बहुत है, पुनीत सुपरस्टार भी है, सही मैं गल है। पहले मैं रेगुलर देखूंगा कर क्या कर रहा है क्या ये रहा है? इंसान ये, हाँ, बट ठीक है उसका चल रहा है। अब कई लोग हमारे फ्रेंड सर्कल में है जो बहुत रील एडिक्ट हैं, तो कहते हैं कि भाई ये देखो ना, वो सेवा भी बहुत करता है हाँ जी कि वो गुड है ना, 5,000 आए तो जिनमें 2,000 के कर दिए, मतलब बहुत अच्छी बात है। हम्म, किसी का चल रहा है, मेरी बला से बंदा साला नाली में कूदे, जो मर्जी करे, मुझे नहीं पसंद तो मैं किसी को, मैं ये नहीं कहता पाजी आपको भी नहीं पसंद करना, पाजी आपको भी नहीं पसंद सही गल करना, है। अपनी अपनी चॉइस है। अपनी अपनी चॉइस है। बट हम्म, मेरा कंसर्न ये कि ठीक है, हमें कुछ ऐसा नहीं करना चाहिए जो किसी को अनकंफर्टेबल करे। बाकी बिल्कुल अपनी अपनी श्रद्धा है। वो कहते नहीं, एक मैंने किसी बाबे की रील सुनी थी, तो कहता मेरी वजह से तुम नंगे घूमो, मुझे क्या फर्क पड़ रहा मुझे है, क्या घूमो फर्क तो मैं, पड़ता है? सोसाइटी खुद दिखा देगी। बट तुम रियलिटी कौन इसके हो? सही तुमको गल है। खुद को पता होना चाहिए। अगर तुम्हारे लिए वो नशा बन रहा है तो फिर ठीक है भाई, हम्म, नशा सिर्फ दारू या सिगरेट का नहीं है, ये वायरल होने का नशा भी बहुत गंदा नशा ਇਹ है, ਜ਼ਿਆਦਾ ਇਹ ਜ਼ਿਆਦਾ ਹੈ। गंदा नशा है। ਹਾਲੇ दारू सिगरेट ਦਾ ਬੰਦਾ ਫੇਰ ਕਰ ਲੈਂਦਾ, ਇਹ ਗੰਦਾ ਨਸ਼ਾ ਹੈ उससे ਜਿਹੜਾ तो ਵਾਇਰਲ छूट ਹੋਣ भी ਵਾਲਾ। जाएंगे, वायरल वाले से नशे से तो ਇਹ ਨਹੀਂ मुझे तो नहीं लग रहा कि मैंने किसी को ਤੁਸੀਂ देखा हो ਦੱਸਦਾ कि ਰਹੇ ਹੋ ਸੁਸਾਈਡ ਕਰ ਰਹੇ ਲੋਕੀ ਹਨਾ। ਦੇਖੇ हैं। मैं काउंसलिंग ਚ ਵੀ ਦੇਖੇ हैं ਬੰਦੇ ਇਦਾਂ ਦੇ ਆਂਦੇ ਕਿ ਬਈ ਉਹਨਾਂ ਦਾ ਮਾਈਂਡਸੈਟ ਹੀ ਅਲੱਗ ਹੋ ਜਾਂਦਾ ਹੈ, ਹੂੰ ਫਿਰ ਉਹ ਦਵਾਈਆਂ ਲੈ ਰਹੇ, ਸੈਸ਼ਨਸ ਲੈ ਰਹੇ ਆ, ਹੂੰ ਫਿਰ ਅਸੀਂ ਰਿਕਮੈਂਡ ਕਰਦੇ ਵੀ ਠੀਕ ਹੈ, ਹੁਣ ਸਾਡੇ ਲਿੰਕ ਚ ਕਾਫੀ ਹੈ ਸਾਈਕੋਲੋਜਿਸਟ ਨੇ ਵਧੀਆ, ਤੇ ਆਪਾਂ ਹੁਣ ਜਿੱਥੇ ਮੈਨੂੰ ਲੱਗਦਾ ਕਿ ਮੈਂ ਗਾਈਡ ਨਹੀਂ, ਕਿ ਮੇਰੀ ਐਕਸਪਰਟੀਜ਼ ਨਹੀਂ ਹੈ, ਮੈਨੂੰ ਗਾਈਡ ਨਹੀਂ ਕਰਨਾ ਚਾਹੀਦਾ, ਤੇ ਮੈਂ ਰਿਕਮੈਂਡ ਕਰਦਾ ਵੀ ਇਹ ਮੈਮ ਨੇ, ਇਹ ਫਲਾਣੇ ਮੈਮ ਨੇ, ਇਹ ਸਰ ਨੇ, ਇਹਨਾਂ ਕੋਲ ਜਾਓ, ਤੇ ਹੁਣ ਤੁਹਾਨੂੰ ਸੈਸ਼ਨ ਦੀ ਲੋੜ ਹੈ। ਇੱਦਾਂ ਦਾ ਤੁਹਾਨੂੰ ਯਾਦ ਹੈ ਕੋਈ ਜੋ ਵੀ ਐਡਮਿਸ਼ਨ ਲੈਣ ਆਉਂਗਾ ਆਬਵੀਅਸਲੀ ਉਹਦੇ ਕੋਈ ਨਾ ਕੋਈ ਰੀਜ਼ਨ ਹੋਣਾ ਹੈ ਕਿ ਸਰ ਮੈਨੂੰ ਇਹ ਚੀਜ਼ ਲਈ ਇਹ ਚੀਜ਼ ਹੋ ਰਹੀ ਹੈ ਤਾਂ ਮੈਂ ਐਡਮਿਸ਼ਨ ਲੈ ਰਿਹਾ, ਇਹ ਚੀਜ਼ ਹੋ ਰਹੀ ਹੈ ਤਾਂ ਐਡਮਿਸ਼ਨ ਲੈ ਰਿਹਾ। ਕੋਈ ਬੜਾ ਵੇਡਸ ਦਾ ਬਹੁਤ ਵੀਅਰਡ ਰੀਜ਼ਨ ਲੈ ਕੇ ਆਇਆ, ਯਾਰ ਇਹ ਕੀ ਕਹਿ ਰਿਹਾ ਤੂੰ। ਭਾਜੀ ਮੈਂ ਦੱਸਾਂ, ਕਈ ਤਰ੍ਹਾਂ ਦੇ ਰੀਜ਼ਨ ਹੁੰਦੇ ਆ। ਜਿੱਦਾਂ ਹੁਣ ਮੇਰੇ ਕੋਲ ਇੱਕ ਕੁੜੀ ਆਈ ਸੀ, ਤੇ ਉਹਨੇ ਮੈਨੂੰ ਦੱਸਿਆ कि सर मैं शादी में गई थी, और शादी में कहते नहीं कि जब शादी वाला माहौल होता है, कहती वहां पर मेरे साथ मेरे दूर के किसी कजन ने ही, क्योंकि वो कारोबार वाला सिस्टम चलता है, दारू दूरू पीते हैं, वो कहते हैं रूम में उसने ही मेरे साथ गंदी हरकत करने की कोशिश की, और मेरे लिए शॉकिंग है वो। कहती Okay. मेरे से रिएक्ट ही नहीं हुई, मेरी बॉडी ने कुछ रिएक्ट ही नहीं किया, ना मैं शाउट कर पाई, ना मैं कुछ धक्का मारा बस। और उसके बाद जब वो बंदा मुझे दिखे तो मेरे को शिवरिंग और डर बने। तो इस चीज से मैं कहा यार हो क्या रहा है लोगों को। ਕੁਝ ਅਲੱਗ ਹੀ हम ਰੀਜ਼ਨ भाजी ਲੈ ਕੇ ਆਈਏ। ਆਪਾਂ क्षत्रिय हैं, ਅਸੀਂ ਇਹ ਕਹਿੰਦੇ ਵੀ ਜੇ ਆਪਾਂ ਤੁਹਾਨੂੰ ਕਿਸੇ ਨੂੰ ਵੀ ਭੈਣ ਕਹਤੇ ਤੇ ਕਹਤੇ, ਬਿਲकुल फिर जुबान तो नहीं मुकरना ਹੂੰ कि भाई तू बहन है तो बहन है, अब तू गलत करेगी तेरी जुत्तियां पड़ेंगी, ਹਾਂ सीधा जा हिसाब है, ਤੇਰਾ ਭਰਾ ਹੈ या तो मुझे भाई मत बना, ਹਾਂ है ना। बट लोग, तुम बहन बोलने के बाद भी अगर ऐसी हरकत कर रहे हो तो भाई तुम किस मिट्टी के बने हो, या तुम्हारी क्या ब्रिंगिंग है। कहते हैं हार्मोनल इम्बैलेंस हो गया, भाई वो इतना कितना इम्बैलेंस हो गया, मतलब दिमाग ही है तुम्हारा इतना कितना, तुम इतना, तुम्हें मतलब तुम्हें ये क्यों नहीं आया कि मैं दोबारा। ਇੰਬੈਲੈਂਸ ਕਿਵੇਂ ਹੁੰਦਾ ਹੈ, ਮਤਲਬ ਅੱਜ ਕੱਲ ਬਹੁਤ ਚੱਲ ਰਿਹਾ ਹੈ ਭਾਜੀ ਦੇਖੋ ਇਹਦਾ ਰੀਜ਼ਨ ਸਭ ਤੋਂ ਵੱਡਾ ਇਹ ਰੀਜ਼ਨ diet ਜਿਹੜਾ ਕਹਿ ਜਿਹੜਾ ਸਕਦੇ ਮੈਂ ਆਪਾਂ। ਸਮਝ ਸਕਦਾ, ਦੇਖੋ ਡਾਈਟ ਨਹੀਂ, ਓਕੇ ਡਾਈਟ ਦਾ ਵੀ ਚਲੋ ਸਪਿਰਚੁਅਲ ਹੋ ਜਾਏਗਾ, ਉਹਨੂੰ ਛੱਡੋ। ਹੂੰ। ਜੇ ਮੈਂ ਸਿੰਪਲ ਜੀ ਚੀਜ਼ ਦੱਸਾਂ ਨਾ, ਮੈਂ ਹੁਣ ਇੰਸਟਾਗ੍ਰਾਮ ਖੋਲਾਂ, ਮੈਂ ਇੱਕ ਰੀਲ ਦੇਖਾਂਗਾ ਫਨੀ ਹੋਗੀ, ਮੈਂ ਹੱਸਾਂਗਾ ਵਾਹ ਜੀ ਵਾਹ 20-30 ਸੈਕਿੰਡ ਦੀ, 2-4 ਰੀਲਾਂ ਉਦਾਂ ਦੀਆਂ ਆਣਗੀਆਂ, ਫਿਰ 5-7 ਰੀਲਾਂ ਬਾਅਦ ਕੋਈ ਆਏਗਾ ਵੀ ਕਿਸੇ ਦਾ ਬ੍ਰੇਕਅਪ ਹੋ ਗਿਆ, ਰੋਣ ਵਾਲੀ ਰੀਲ ਆ ਗਈ, ਮੈਂ ਇੱਕਦਮ ਤੋਂ ਇਮੋਸ਼ਨਲ ਹੋ ਜਾਵਾਂਗਾ। ਫਿਰ 2-4 ਰੀਲਾਂ ਸਕਰੋਲ ਕਰਾਂਗਾ, ਫਿਰ ਕਿਤੇ ਮੰਦਿਰ ਜਾਂ ਗੁਰਦੁਆਰੇ ਦੀ ਆ ਗਈ, ਮੇਰੇ ਗੂਸ ਬੰਪਸ ਆ ਜਾਣਗੇ, ਆਪਣੇ ਆਪ ਮੇਰੇ ਹੱਥ ਜੁੜ ਜਾਣਗੇ, ਅੱਖਾਂ ਭਰ ਜਾਣੀਆਂ ਕਿ ਹਾਂਜੀ ਮਤਲਬ ਰੱਬ ਨਾਲ, ਮੈਨੂੰ ਰੱਬ ਨਾਲ ਜੁੜਾਓ ਹੋ ਰਿਹਾ। ਬਿਲਕੁਲ ਫਿਰ ਮੈਂ ਕੋਈ ਰੀਲ ਦੇਖਾਂਗਾ, ਕੋਈ ਇਦਾਂ ਦਾ ਕੰਟੈਂਟ ਆ ਗਿਆ ਵੀ ਮੇਰਾ ਦਿਮਾਗ ਹਿੱਲ ਗਿਆ, ਹੈਨਾ। ਤੇ ਇਹ ਚੀਜ਼ਾਂ ਕੀ ਕਰ ਰਹੀਆਂ, ਸਾਨੂੰ ਅੰਦਰੋਂ ਸਾਡਾ ਜਿਹੜਾ ਇੰਟਰਨਲ ਹਾਰਮੋਨਲ ਬੈਲੈਂਸ ਹੈ ਨਾ, ਉਹ ਚੀਜ਼ਾਂ ਉਹਦੇ ਤੇ ਸਾਡਾ ਕੰਟਰੋਲ ਹੀ ਨਹੀਂ ਰਹਿ ਰਿਹਾ। ਹੁਣ ਅਸੀਂ ਆਪਣੀ ਬੋਡੀ ਤੇ ਕੰਟਰੋਲ ਨਹੀਂ ਕਰ ਪਾ ਰਹੇ ਹਾਂ। ਭਾਈ ਇੱਕ ਚੀਜ਼ ਹੈ, ਲੋਕੀ ਅੱਜ ਕੱਲ ਮੁੰਡੇ
ਸਮਝ ਰਹੇ ਹੋ, ਕੁੜੀਆਂ ਕਨਵਰਟ ਹੋ ਰਹੇ, ਕੁੜੀਆਂ ਮੁੰਡੇ, ਇਹ ਮਤਲਬ ਇਹ ਚੀਜ਼ ਕੀ ਚੀਜ਼ ਹੋ ਗਈ ਹੈ? ਇਹ ਤਾਂ ਭਾਜੀ ਇਹ ਤਾਂ ਹੁਣ ਜਿਹਦਾ ਮੇਰਾ ਆਪਾਂ ਹੈ ਨੂੰ ਨਾ, ਸਕੂਲੇ ਕਹਿ ਲੈਂਦੇ ਹਰ ਆ। ਸ਼ਨੀਵਾਰ ਮੇਰਾ ਇੱਕ ਬੈਚ ਹੁੰਦਾ ਹੈ ਜਿਹਦੇ ਚ ਸਾਡੇ ਕੋਲ LGBTQ ਕਮਿਊਨਿਟੀ ਦੇ ਲੋਕ ਆਉਂਦੇ ਨੇ, ਬਿਲਕੁਲ ਆਂਦੇ ਆ। ਪੂਰਾ ਬੈਚ ਹੈ। ਹੁਣ ਮੈਂ ਸਹੀ ਗੱਲ ਦੱਸਾਂ, ਦੇਖੋ ਅਸੀਂ 90s ਕਿਡ ਹੈ ਨਾ, ਮੈਂ 90s ਕਿਡ ਹਾਂ ਐਗਜ਼ੈਕਟਲੀ, LGBT ਕਿਉਂਕਿ ਜ਼ਿਆਦਾ ਹਰਾਸ ਹੁੰਦੇ ਵਿਚਾਰੇ। ਅਸੀਂ ਜਿਹੜੀ ਕਮਿਊਨਿਟੀ 'ਚ ਵੱਡੇ ਹੋਏ ਨਾ, ਸਾਡੇ ਲਈ ਉਹਨਾਂ ਲਈ ਸਾਡਾ ਮਾਈਂਡਸੈਟ ਕੁਝ ਹੋਰ ਸੀ, ਅਸੀਂ ਨੈਗੇਟਿਵ ਸਮਝਦੇ ਸੀ। ਬਟ ਜਦ ਮੈਂ ਹੁਣ ਟ੍ਰੇਨਿੰਗ ਦਿੱਤੀ ਹੈ ਨਾ, ਮੈਂ ਵਰਕਸ਼ਾਪਸ ਵੀ ਲਾਈਆਂ, ਕਾਰਪੋਰੇਟ ਵਰਕਸ਼ਾਪਸ ਲਾਈਆਂ, ਹੁਣ ਮੇਰੇ ਕੋਲ ਪੂਰਾ ਦਾ ਪੂਰਾ ਬੈਚ ਹੈ, ਦੇ ਆਰ ਸੁਪਰਬ, ਹਾਈਲੀ ਕੁਆਲੀਫਾਈਡ। ਜਦ ਮੈਂ ਕੁੜੀਆਂ ਦੀ ਕਾਉਂਸਲਿੰਗ ਕਰ ਰਿਹਾ, ਦੇ ਆਰ ਮੋਰ ਸਟਰੋਂਗਰ ਦੈਨ ਸਮ ਬॉयਜ਼। ਤੇ ਜਿਹੜੇ ਮੁੰਡੇ ਹੈ, ਹੁਣ ਕਈ ਆ ਭਾਈ ਮੁੰਡੇ ਯਾਰ ਇਹ ਇਦਾਂ ਦੀ ਹਰਕਤ, ਭਾਈ ਉਹਦੇ ਤੇ ਉਹਦਾ ਕੰਟਰੋਲ ਨਹੀਂ ਹੈ, ਬਿਕੋਜ਼ ਉਹਦੀ ਬਾਡੀ ਦਾ ਜਿਹੜਾ ਸਿਸਟਮ ਹੈ, ਜਿਹੜਾ ਟੈਸਟੋਸਟੇਰੋਨ ਲੈਵਲ ਹੈ, ਜਿਹੜਾ ਹਾਰਮੋਨਲ ਬੈਲੈਂਸ ਹੈ, ਉਹ ਉਹਦੇ ਕੰਟਰੋਲ 'ਚ ਨਹੀਂ, ਅਸੀਂ ਉਹਨੂੰ ਕਿੱਦਾਂ ਕਹਿ ਦਈਏ। ਹੁਣ ਫੋਰ ਐਗਜ਼ਾਮਪਲ ਜਿੱਦਾਂ ਮੇਰੀ ਇੱਕ ਪਰਸਨੈਲਿਟੀ ਹੈ, ਮੇਰਾ ਇੱਕ ਕੈਰੈਕਟਰ ਹੈ, ਮੈਂ ਉਸ ਤੋਂ ਬਾਹਰ ਕਿੱਦਾਂ ਆ ਜਾਵਾਂਗਾ, ਸਮਝ ਗਿਆ ਹੈ ਨਾ, ਉਹ ਮੇਰੇ ਕੰਟਰੋਲ 'ਚ ਨਹੀਂ ਹੈ। ਤੇ ਤੁਹਾਡਾ ਕੋਈ ਫਰਜ਼ ਵੀ ਨਹੀਂ ਬਣਦਾ 2 ਦਿਨ 3 ਦਿਨ ਪੋਰਟਰੇ ਕਰ ਲੂੰਗਾ ਕਿ ਮੈਂ ਬਾਹਰ ਆ ਰਿਹਾ ਹਾਂ, ਉਹ ਮੈਂ 2-4 ਦਿਨ ਕਰ ਸਕਦਾ, ਬਟ ਜਿਹੜਾ ਨੇਚਰ ਨੇ ਬਣਾ ਕੇ ਭੇਜਿਆ ਉਹਦੇ ਤੇ ਮੇਰਾ ਕੀ ਕੰਟਰੋਲ ਹੈ? ਕੋਈ ਕੰਟਰੋਲ ਨਹੀਂ ਮੇਰਾ, ਤੇ ਮੇਰਾ ਕਿਸੇ ਨੂੰ ਕੋਈ ਹੱਕ ਨਹੀਂ ਮੇਰੇ ਬਾਰੇ ਗਲਤ ਬੋਲੇ, ਹੈ ਨਾ। ਹੁਣ ਜਿਹੜੇ ਮੇਰੇ ਕੋਲ ਉਹ ਬੈਚ ਆ ਰਹੇ, ਮੈਂ ਲਿਟਰਲੀ ਮੈਂ ਫੈਨ ਹੋ ਗਿਆ ਉਹਨਾਂ ਤੇ, ਮੈਂ ਕਿਹਾ ਯਾਰ ਉਹਦੇ ਬਾਅਦ, ਕਿਉਂਕਿ ਹੁਣ ਮੈਂ ਦੇਖ ਰਿਹਾ ਵੀ ਮੇਰੇ ਕੋਲ ਜਿਹੜੇ ਬੰਦੇ ਆਉਂਦੇ ਆ, ਮੇਰੇ ਕੋਲ 90s ਕਿਡ ਵੀ, 80s ਕਿਡ ਵੀ ਹੈ, ਮਤਲਬ ਜਿਹੜੇ 80 ਚ ਪੈਦਾ ਹੋਏ ਆ ਉਦਾਂ ਦੇ ਵੀ ਇਹ ਬੰਦੇ, 40-50, ਉਹਨਾਂ ਦਾ ਮਾਈਂਡਸੈਟ ਬਹੁਤ ਡਿਫਰੈਂਟ ਹੁੰਦਾ ਹੈ। ਬਟ ਫਿਰ ਉਹਨਾਂ ਨੂੰ ਐਡੂਕੇਟ ਕਰਨਾ ਐਜ਼ ਅ ਕੋਚ ਮੇਰਾ ਕੰਮ ਹੁੰਦਾ। ਨਹੀਂ ਭਾਜੀ ਮੈਂ ਉੱਥੇ ਟੋਕ ਦਿੰਦਾ, ਜਿੱਦਾਂ ਕਈ ਵਾਰ ਕਹਿੰਦੇ ਨੇ ਵੀ ਇਹ ਤਾਂ ਇਦਾਂ ਹੀ ਆ ਭਾਜੀ, ਡਰਾਮੇ ਕਰਦਾ ਹੈ, ਉਦੋਂ ਮੈਂ ਟੋਕਦਾ, ਮੈਂ ਨਾ दिस इज रॉन्ग, आपको नहीं बोलना चाहिए, ये गलत है। जिस चीज पर भगवान ना करे भाजी, भगवान ना करे जे आपके घर में, मेरे घर में कोई इदा दी सोल ने जन्म ले लिया, फिर ਆਪਾਂ ਕਿਦਾਂ ਕਰਾਂਗੇ? ਮਾਰ ਥੋੜੀ ਦਵਾਂਗੇ, ਦੇਖਿਆ ਨਹੀਂ ਜਾਣਾ, ਫਿਰ ਮਾਰ ਨਹੀਂ, ਫਿਰ ਮੈਂ ਕਿਦਾਂ ਕਹਿ ਦਵਾਂਗਾ ਕਿ ਵੀ ਮੇਰੇ ਨਾਲ ਗਲਤ ਹੋ ਰਿਹਾ, ਉਹਦੇ ਨਾਲ ਗਲਤ ਹੋ ਰਿਹਾ। ਇਹ ਰੱਬ ਦੀ ਖੇਲ ਹੈ, ਜੇ ਗਲਤੀ ਹੋ ਗਈ ਨਾ, ਮੈਂ ਵੀ ਕਹਿੰਦਾ ਵੀ ਜੇ ਮੇਰੇ ਕੋਲੋਂ ਜਾਣੇ अनजाने कोई गलती हुई ना, मैं भगवान जी मेरे को माफ करना, मुझे नॉलेज नहीं थी, बट जब नॉलेज हो गई ना उसके बाद नहीं करना। आज मुझे पता लग गया कि नहीं भाई, जिस चीज पे आज क्या, चलो हम तो बहुत टाइम पहले, बहुत अच्छी चीज सीखने को मिलूंगी सानू। अभी भी बहुत लोग हैं जो सच में इस चीज का मजाक बनाते हैं, बनाते हैं ना, कि ਸਾਡੇ ਪੰਜਾਬ 'ਚ ਤੁਹਾਨੂੰ ਪਤਾ ਇਹਨੂੰ ਕੀ ਵਰਡ ਯੂਜ਼ ਕਰਦੇ ਆ, ਬਟ ਦ ਰਿਐਲਿਟੀ ਜਿਹਦੇ ਤੇ ਉਹਨਾਂ ਦਾ ਕੰਟਰੋਲ ਨਹੀਂ ਹੈ। ਨੋ ਡਾਊਟ ਮੈਂ ਨਹੀਂ ਪਸੰਦ ਕਰਦਾ, ਉਹ ਮੇਰੀ ਪਰਸਨਲ ਚੋਇਸ ਹੈ। ਮੇਰੇ ਕੋਲ ਕੋਈ ਮੁੰਡਾ ਆ ਕੇ ਜੇ ਮੈਨੂੰ ਹੱਥ ਲਾਏ, ਮੈਂ ਹੈ ਨਾ ਡਾਂਟ, ਬਟ ਮੈਂ ਉਹਨੂੰ ਗੰਦੇ ਤਰੀਕੇ ਨਾਲ ਡਾਂਟਾਂ, ਦੈਟ ਇਜ਼ ਬੁਲਸ਼ਿਟ। ਬਿਲਕੁਲ ਮੇਰੀ ਪ੍ਰੋਫਾਈਲ ਇਦਾਂ ਦੀ ਹੈ ਭਾਜੀ, ਮੇਰੇ ਕੋਲ ਅਪਰੋਚ ਹੋਈ ਹੈ, ਬਹੁਤ ਹੋਈਆਂ, ਫੇਸਬੁੱਕ ਤੇ ਵੀ ਹੈ, ਇੰਸਟਾ ਤੇ ਵੀ ਮੈਸੇजेस ਨੇ, ਹੈ ਨਾ, ਡਾਇਰੈਕਟ ਅਪਰੋਚ ਹੁੰਦੀ ਹੈ। ਮੇਰਾ ਇੱਕ ਬੜਾ ਵਧੀਆ ਜਿਹਾ ਮੈਸੇਜ ਹੁੰਦਾ, ਆਈ ਰਿਸਪੈਕਟ ਯੂਰ ਫੀਲਿੰਗ, बट आई एम नॉट द पर्सन यू आर थिंकिंग, बट आई स्टिल रिस्पेक्ट यू एज अ फ्रेंड, एज अ ब्रदर। सामने वाला समझ जाता है, वो इन्ने पागल नहीं ने कि भी मजे नहीं लेते, अपन मजे नहीं लेते। ते जे कोई इदा दा बंदा सिर्फ मजे वास्ते करे, फिर भाजी ਉਹੀ ਗੱਲ ਹੈ, ਫਿਰ ਬੰਦੇ ਤਾਂ ਹਰ ਤਰ੍ਹਾਂ ਦੇ ਆ, ਮੁੰਡੇ ਵੀ ਕੁੜੀਆਂ ਵੀ ਹਰ ਤਰ੍ਹਾਂ ਦੇ, ਮੁੰਡੇ ਵੀ ਹਰ ਤਰ੍ਹਾਂ ਦੀ ਕੁੜੀਆਂ ਵੀ ਹੈ, ਅਸੀਂ ਕਿਸੇ ਨੂੰ ਜੱਜ ਨਹੀਂ ਕਰ ਸਕਦੇ। ਠੀਕ ਹੈ ਵੀ ਤੁਸੀਂ ਆਪਣਾ ਕੰਮ ਕਰ ਰਹੇ ਹੋ, ਅਸੀਂ ਆਪਣਾ ਕੰਮ ਕਰ ਰਹੇ ਹਾਂ। ਇਹ ਹੋ ਗਈ ਆਪਣੀ ਐਕਸਟਰਨਲ, ਹੈ ਨਾ, ਬਿਲਡਿੰਗ, ਐਕਸਟਰਨਲ ਸਾਰਾ ਕੁਝ। ਭਾਈ ਅੱਜ ਕੱਲ ਦੇਖਿਆ छोटे छोटे बच्चे कहते हैं सर मैं डिप्रेशन में हूँ, सर मैं एंग्जाइटी में हूँ, सर मैं ओवर थिंकिंग में हूँ। ਉਹ ਯਾਰ 15 ਸਾਲ ਇਹਦੇ ਬਾਰੇ ਕੀ ਹੈ, ਤੁਸੀਂ ਇਹ ਵੀ ਹੀਲ ਕਰਦੇ ਹੋ? ਭਾਜੀ ਦੇਖੋ, ਮੈਂ ਪੇਰੈਂਟਸ ਨੂੰ ਵੀ ਇਹ ਕਹਿਣਾ ਕਿ ਵੀ ਆਪਣੇ ਬੱਚਿਆਂ ਨਾਲ ਕੰਫਰਟੇਬਲ ਹੋ, ਤੇ ਬੱਚਿਆਂ ਨੂੰ ਵੀ ਇਹ ਚੀਜ਼ ਸਿਖਾਉਣਾ ਕਿ ਵੀ ਕੁਝ ਵੀ ਹੋਣਾ, ਸਭ ਤੋਂ ਪਹਿਲੀ ਅਪਰੋਚ ਜਿਹੜੀ ਉਹ ਤੁਹਾਡੇ ਪੇਰੈਂਟਸ ਨੇ। ਤੁਹਾਨੂੰ ਕੁਝ ਵੀ ਫੀਲ ਹੁੰਦਾ ਹੈ, ਤੁਸੀਂ ਪੇਰੈਂਟ ਨੂੰ ਦੱਸੋ, ਠੀਕ ਹੈ। ਹੁਣ ਇਹ ਜਿਹੜੇ ਇਦਾਂ ਦੀਆਂ ਚੀਜ਼ਾਂ ਜਿਹੜੀ ਬਾਹਰ, ਜਿੰਨੇ ਕਿ ਮੇਰੇ ਕੋਲ ਜਿਹੜੀ ਸਾਹਮਣੇ ਆਈ ਹੈ, ਇਹਦਾ ਜਿਹੜਾ ਸਭ ਤੋਂ ਮੇਨ ਰੀਜ਼ਨ ਆਉਂਦਾ ਕਿ ਬੱਚੇ ਪੇਰੈਂਟ ਨਾਲ ਕੰਫਰटेबल ही नहीं है। ਹੁਣ ਜਿੱਦਾਂ ਮੇਰੇ ਕੋਲ ਇੱਕ ਕੁੜੀ ਰਹੀ ਹੈ, ਉਹਨੇ ਦੱਸਿਆ ਕਿ मजाक में उसने मम्मी से बताया था कि मेरा बॉयफ्रेंड है, 15 साल की कुड़ी, क्योंकि हम लोग हंसी मजाक में निकलवा लेते हैं बातें ना, मजाक में बताया। पहले मम्मी ने बोला कि बता दे कोई है तो बता दे, कोई है तो कहते मैंने बता दी, कहती जो मैंने मजाक किया था। उसके बाद 76 पड़े, फिर कहती अब डर ये बैठ के कभी बता ही नहीं सकती, और कहती वो बॉन्ड, वो कंफर्ट ही नहीं, बताई तो फिर मार पड़ेगी। तो कहने का मतलब ये है कि सबसे पहला फर्ज जो हमारा, कहते हैं ना, फर्स्ट टीचर आपका पेरेंट है, फर्स्ट हीरो आपका पेरेंट है, तो हमें वो कंफर्ट बनाना पड़ता है, हमें अपने पेरेंट के साथ शेयर करना चाहिए। और सेम पेरेंट्स को भी बोलते हो, देखो हमारे वो पेरेंट रहे भाई जिनको मोबाइल से कोई लेना देना नहीं है, वो अपने एक्सपीरियंसेस से बताते हैं, बट हमें इस चीज को भी समझना पड़ेगा कि हर बार वो सही नहीं होते। ऐसा नहीं है कि वो सही है, हमें मेरा मानना ये है कि, मेरा पर्सनल मानना ये है कि मेरे एक गुरु हैं जिनके साथ मैं कुछ भी शेयर कर पाऊं। मेरे 2-3 दोस्त ऐसे हैं जो मुझे कभी जज नहीं करते। मैं जाऊं, मैं रात को 12 बजे चल जाऊं, मैं बैठा लूं उनको, भाई उनमें से एक आधा दारू वाला है, 2 फिटनेस वाले हैं, तो मुझे देखना पड़ता है कि भी किसको कौन सी लैंग्वेज। मैं वो बंदा नहीं हूँ, मैं बड़ा साध नहीं भाई, मेरे भी वीकेंड होते हैं, ठीक है। 99% मैं ड्रिंक नहीं करता, मैं स्मोक नहीं करता, 1% मुझे
हुआ कभी जैसे मेरे मिलिट्री वाले फ्रेंड्स आए, उनके सामने कोई नखरे नहीं है, आजा भाई बैठ जा, पंजाबी बंदे हैं, तू तो अच्छा। पिएगा, है ना। तो अच्छा, रिजिड वाले नहीं, हाँ, मैं नहीं करना। मेरा ऐसा कुछ नहीं है, ओके। 99% मैं नहीं करूंगा, 1% ठीक है मैं बैठा हूँ, ठीक है ओके। तो वो अपने ऊपर मेरा कंट्रोल कैसा है। और जहां ये सवाल की बात है तो यहाँ यही है इट कि मुझे इफेक्ट्स द ट्रेनिंग, मतलब ट्रेनिंग ते भी जब ਤੁਸੀਂ 1% कर कोई रहे हो फर्क नहीं ਤਾਂ पैंदा भाजी, एक कोई फर्क नहीं पैंदा, नहीं बनता। कोई फर्क नहीं पैंदा अनलेस अनटिल मैं पी के ट्रेनिंग ਆਪਾਂ करने जा प्रमोट रहा नहीं हूँ। कर रहे। आई एम नॉट प्रमोटिंग एनीथिंग भाई, हाँ, आपकी लाइफ देखो, हर किसी के पेरेंट भी मना करते हैं नहीं पीना। बिल्कुल मेरे बिल्कुल। पास ऐसे ऐसे बंदे हैं जो पीने वाले भी हैं और रज के ट्रेनिंग करने वाले हैं, कैन नॉट कंपेयर। बट वो एडिक्टेड नहीं है, उनको अगर मैं लिटरली गढ़ के बोल दूं ना, आज नहीं तूने 1 महीना नहीं पीनी, वो हाथ नहीं लगाएंगे भाजी ऐसे। इट्स ऑल अबाउट माइंडसेट। वो इफ यू आर एडिक्टेड, अगर आप इतने ज्यादा एडिक्टेड हो कि आपकी 10,000 सैलरी और 5,000 6,000 की पी रहे हो, तो तुम बेवकूफ हो। ये शौक वाली चीजें हैं भाजी, ਜਿਹੜੀ ਕਹਿੰਦਾ ਨਾ ਡਰਿੰਕ। ਹੁਣ ਇੱਕ ਬੰਦਾ ਜਿਹੜਾ ਪੀ ਰਿਹਾ, ਜਿਹੜਾ ਮੁਹੱਲੇ 'ਚ ਪੀ ਕੇ ਰੌਲਾ ਪਾਉਂਦੇ ਇੱਥੇ ਆ ਕੇ ਗੰਦ ਪਾ ਰਿਹਾ, ਉਹਨੂੰ ਤਾਂ ਛਿੱਤਰ ਪੈਣੇ ਆ। ਇੱਕ ਬੰਦਾ ਆਪਣੇ ਰੂਮ 'ਚ ਜਾਂਦਾ, ਇੱਕ ਪੈਗ ਲੈ ਬੈਠ ਕੇ, ਦੈਟਸ ਇਟ। ਹੁਣ ਮੇਰੇ ਜਿੱਦਾਂ ਮੈਂ ਦੱਸ ਰਿਹਾ, ਮੈਂ ਐਨਸੀਸੀ 'ਚ ਸੀਗਾ, ਮੇਰੇ ਜਿਹੜੇ ਉਸਤਾਦ ਰਹੇ ਹੈ, ਮੈਂ ਆਪਣੀ ਅੱਖੋਂ ਦੇਖਿਆ ਸਾਰਾ ਦਿਨ ਰਗੜਾ ਲਾਉਣ ਤੋਂ ਬਾਅਦ ਉਹਨੇ, ਤੇ ਇਹਨੂੰ ਕਹਿੰਦੇ ਮਿਲਟਰੀ ਡਰਿੰਕਿੰਗ, ਜਿੱਦਾਂ ਕਹਿੰਦੇ ਨਾ ਸਟਾਈਲ ਡਰਿੰਕਿੰਗ, ਕਲਾਸ ਡਰਿੰਕਿੰਗ, ਹੈ ਨਾ, ਕਲਾਸ ਡਰਿੰਕਿੰਗ ਉਹ ਵੀ ਤਾਂ ਹੈ। ਇਹ ਪਤਾ ਵੀ ਨਹੀਂ ਹੁਣ ਲੱਗਦਾ ਤੁਸੀਂ ਪੀਤੀ ਹੈ ਕਿ ਮੇਰਾ friend, ਮੈਂ ਦੱਸਾਂ ਤੁਹਾਨੂੰ ਇੰਸੀਡੈਂਟ, ਮੈਨੂੰ ਜੌਂਡਿਸ ਹੋਏ ਸੀ 2019 ਚ, ਓਕੇ। ਠੀਕ ਹੈ। ਉਦੋਂ ਮੇਰੀ ਹਾਲਤ ਮਤਲਬ ਆਲਮੋਸਟ ਡੈਡ ਹਾਲਤ ਹੋਈ ਸੀ, ਤੇ ਮੇਰਾ ਬਿਲੀਰੂਬਿਨ 8 ਪਹੁੰਚ ਗਿਆ ਸੀ, ਜਿਹੜਾ 1 ਜਾਂ 1.5 ਹੋਣਾ ਚਾਹੀਦਾ, ਠੀਕ ਹੈ। ਤੇ ਜਿਹੜੇ ਫਿਟਨੈਸ ਵੀ 2-3 ਹੋਣਾ ਚਾਹੀਦਾ, ਮੇਰਾ 8 ਸੀਗਾ। ਮੈਂ 2 ਵਾਰੀ ਬਲੱਡ ਰਿਪੋਰਟ ਕਰਾਈ ਕਿ ਵੀ ਕੁਛ ਤਾਂ ਅਸਲੀ ਗੜਬੜ ਹੋ ਗਈ, ਮੇਰੇ ਨਾਲ ਹੋਇਆ ਕੀ ਹੈ। ਤੇ ਥੋੜੇ ਟਾਈਮ ਬਾਅਦ ਮੈਂ ਮਤਲਬ ਮੈਡੀਸਿਨਸ ਤਾਂ ਆਬਵੀਅਸਲੀ ਮੈਂ ਲਈ, ਮੈਡੀਸਿਨ ਚੱਲ ਰਹੀ ਮੇਰੀ। ਮੈਂ ਆਪਣੇ ਇੱਕ ਫਰੈਂਡ ਕੋਲ ਗਿਆ, ਉਹ ਆਰਮੀ 'ਚ ਸੀਗਾ, ਤੇ 1 घंटे बाद बैठे, कहता बनाऊं क्या थोड़ा थोड़ा। वो मैं कहा नहीं भाई, दोपहर का टाइम है, दोपहर को कौन पीता है। कहता है यही तो पीने वाला टाइम होता है। लाइक भाई नहीं यार, मेरा लीवर का थोड़ा अभी वो आया, क्योंकि बहुत सालों बाद मैं बीमार हुआ था, तो थोड़ा सा बंदा डरते यार, ह्यूमन है, चाहे ट्रेनर हो तो क्या, मेरा भी तो शरीर है। तो मैं थोड़ा, मैं कहा नहीं यार, क्लीन डाइट पे रहना है ये वो। कहता भाई इतना तो मेरा नॉर्मल रहता है, आजा आजा बनाए। वो लिटरली उस बाद में मतलब पहले उसने अपना माइंड, मिलिट्री वाला माइंडसेट बंदे ने सेट किया कि भाई जितना डरेगा, नो डाउट तो दवाइयां फॉलो कर, बट इतना वो मत बन कि ये नहीं करना, वो नहीं करना, वो नहीं करना, तो वैसे ही मर जाएगा। सेम माइंड और आ वो गया। क्या अक्खड़ माइंडसेट। नो डाउट हमने, उसने बनाया, उसने तो 2-3 मारे, मैंने 1 मारा, उसके बाद नॉर्मल। फिर उसके बाद जो मेरे डॉक्टर साहब थे, मैंने उनसे डिस्कस किया था, मैं कहा भाजी एक तो मैं वर्कआउट नहीं छोड़ सकता, आप मुझे अलाउ कर दो, कि मैं 15 दिन मैंने वर्कआउट नहीं किया, मुझे डेड फील होने लग गया। तो कहता कि देख लाइट वर्कआउट करना, अभी कंडीशन नहीं की तो हैवी वर्कआउट कर। मैंने अपना वर्कआउट डिजाइन किया, लाइट वर्कआउट, डाइट बिल्कुल क्लीन कर दी। स्मोक ड्रिंक तो कहने की बात है, बट मैंने बिल्कुल ही कट ऑफ किया, 1%। ठीक है, 1%, वो भी वंस इन अ वाइल वाला होता है, अदरवाइज नहीं। एंड मैं कितना, आई गेस 45 डेज के अंदर प्रॉपर्ली रिकवर मारा मैंने, प्रॉपर्ली रिकवर। और वो जब वो बंदा उसी डॉक्टर के पास जब गया, तो खुद ही कहता, उसकी वर्डिंग थी है कि यार तुम स्पोर्ट्स वाले ढीठ हो थोड़े से। ਉਹਨੇ ਮੈਨੂੰ ਇਹ ਨਹੀਂ ਕਿਹਾ ਕਿ ਤੁਸੀਂ ਮਾਰਸ਼ਲ ਆਰਟ ਵਾਲੇ, ਸਪੋਰਟਸ ਪਰਸਨ, ਮਤਲਬ ਉਹਦੇ ਕੋਲ ਉਹਦੀ ਸਪੈਸ਼ਲਾਈਜੇਸ਼ਨ ਹੀ ਉਹਦੀ ਇਦਾਂ ਦੀ ਹੈ ਕਿ ਉਹਦੇ ਕੋਲ ਲਿਵਰ ਤੋਂ, ਜਾਂ ਜਿਹੜਾ ਉਹਨੇ ਮੈਨੂੰ ਦੱਸਿਆ ਸੀ ਕਿ ਕਈ ਬੰਦੇ ਜਿਹੜੇ ਸਟੀਰੋਇਡ ਵਗੈਰਾ ਲੈ ਕੇ, ਜਿਨ੍ਹਾਂ ਦਾ ਲਿਵਰ ਕਿਡਨੀ ਦੀ ਪ੍ਰੋਬਲਮ ਆਦੀ, ਇਦਾਂ ਦੇ ਬੰਦੇ ਵੀ ਜਾਂਦੇ ਆ, ਉਹਦੀ ਸਪੈਸ਼ਲਾਈਜੇਸ਼ਨ ਹੈ। ਤੇ ਉਹਨੇ ਇਦਾਂ ਦੇ ਬੰਦੇ ਦੇਖੇ ਕਿ ਜਿਹੜਾ ਕਹਿੰਦਾ ਵੀ ਜਿਹਦੀ ਕਿਡਨੀ ਬੈਂਡ ਵੱਜੀ ਪਈ ਹੈ, ਉਹ ਵੀ ਆਪਣੇ ਆਪ ਨੂੰ ਰਿਕਵਰ ਕਰ ਜਾਂਦੇ। ਤਾਂ ਮਾਈਂਡਸੈਟ ਹੈ ਨਾ, ਬਹੁਤ ਸਾਰੇ ਤੁਹਾਨੂੰ ਇਦਾਂ ਦੇ ਐਥਲੀਟ ਮਿਲ ਜਾਣਗੇ ਜਿਹੜੇ ਵਧੀਆ ਖਾਂਦੇ ਪੀਂਦੇ ਵੀ, ਵਧੀਆ ਮਿਹਨਤ ਵੀ ਕਰਦੇ, ਪੂਰੀ ਤੋੜਦੇ ਵੀ ਹੈ। ਭਾਈ ਉਹਨੂੰ ਕੀ, ਜਿੱਦਾਂ ਆਪਾਂ ਕਹਿੰਦੇ ਯਾਰ ਮੈਨੂੰ ਨਾ ਓਵਰਥਿੰਕਿੰਗ ਬਹੁਤ ਹੋ ਰਹੀ ਹੈ, ਮੇਰਾ ਇੱਕ ਥਾਟ ਆ ਰਿਹਾ, ਇੱਕ ਥਾਟ ਮਲਟੀਪਲਾਈਜ਼ ਬਹੁਤ ਸਾਰੇ ਥਾਟਸ, ਹਨਾ ਭਾਜੀ, ਹਰ 8 ਸੈਕਿੰਡ 'ਚ ਸਾਡੇ ਮਾਈਂਡ 'ਚ ਇੱਕ ਥਾਟ ਆਉਂਦਾ ਹੈ। ਹਾਂਜੀ, ਇਹ ਸਟਾਪ ਤਾਂ ਅਸੀਂ ਕਰੂੰਗੇ, ਇਹ ਵੱਧਦੇ ਹੈ। ਮੈਂ ਦੇਖਿਆ ਜਦ ਜਿੰਨੀ ਮੈਂ ਸਟੱਡੀ ਕੀਤੀ ਹੈ ਨਾ, ਜੇ ਮੈਂ ਸੋਚੂਗਾ ਯਾਰ ਇਹਨੂੰ ਸਟਾਪ ਕਰ ਦਵਾਂ, ਇਹ ਵੱਧਦਾ ਆ। ਤੇ ਇਹਦੇ ਨਾਲ ਤੁਸੀਂ ਓਵਰਥਿੰਕਿੰਗ ਨਾਲ ਤੁਸੀਂ ਕਦੀ ਇਹਦਾ ਡੀਲ ਕੀਤਾ ਇਹ ਸਭ ਨਾਲ? ਮੈਂ ਭਾਜੀ 2021-22 ਮੇਰਾ ਇਦਾਂ ਦਾ ਟਾਈਮ ਰਿਹਾ, ਜਿੱਦਾਂ ਕਿ ਹੁਣ ਆਪਾਂ ਅੱਜ ਮੈਂ ਲੋਕਾਂ ਨੂੰ ਲੈਕਚਰ ਦੇ ਰਿਹਾ, बट 21-22 ਚ ਮੈਨੂੰ ਵੀ ਸੁਸਾइडल थॉट आए हैं। इदा ਦਾ ਰਿਹਾ ਮੈਨੂੰ कि भाई बस मैंने इंश्योरेंस करवाई है, मेरी ये इंश्योरेंस हो रखी है, मेरा सब कुछ से है, घर है, गाड़ी है, सब है। सीरियसली इसी रूम में पीछे, मेरे ही रूम में मैं सोचा लेटे लेटे पंखा देख रहा हूँ, लड़क जाता हूँ। उस टाइम मेरा सीगा कुछ पर्सन सीगा, ਤੇ ਮੈਨੂੰ ਉਦੋਂ ਸੀਗਾ ਕਿ ਮੈਂ ਕਹਾ ਵੀ 79 kg weight ਸੀਗਾ, ਤੇ ਮੈਨੂੰ ਸੀਗਾ ਮੈਂ ਕਹਾ ਜੇ ਮਰ ਗਿਆ ਤਾਂ ਕੰਮ ਖਤਮ, ਜੇ ਪੱਖਾ ਗਿਰ ਗਿਆ, हथ पैर टूट गए, गर्दन गुर्दन टिड्डी पिंगी होगी, फिर तो हो गया काम। मैं कहा नहीं, फिर बाहर से एक आवाज आई, भैया चाय बनाऊं। बस मैं कहा, मैं दरवाजा खोलिया, उदों लिटरली भाजी उदों ਇਹ ਸੀਨ ਸੀਗਾ, ਮੈਂ ਦਰਵਾਜ਼ਾ ਬੰਦ ਕਰਕੇ ਮੈਨੂੰ ਡਰ ਲੱਗਦਾ ਸੀ, ਤੇ ਮੈਂ ਸਪਲਿਟ ਪਰਸਨੈਲਿਟੀ ਦੇ ਤਰੀਕੇ ਨਾਲ ਮੈਂ ਜੀ ਰਿਹਾ ਸੀ। ਇੱਥੇ ਮੈਂ ਬਣ ਰਿਹਾ ਇੱਕ ਅਲੱਗ ਤਰੀਕੇ ਦਾ ਸੂਰਜ ਕਬੀਰ ਵਰਮਾ, ਜਿਹੜਾ ਅੰਦਰ ਡਰਿਆ ਪਿਆ। ਮੇਰੀ ਗੱਡੀ 'ਚ ਦਾਰੂ ਮਿਲਣੀ ਸੀ, ਮੇਰੀ ਗੱਡੀ 'ਚ ਸਿਗਰਟ ਹੁੰਦੀ। ਅੱਜ ਦੀ ਡੇਟ 'ਚ ਤੁਹਾਨੂੰ ਕੁਝ ਨਹੀਂ ਮਿਲਣਾ, ਹੈ ਨਾ। ਮੈਂ ਅਕੈਡਮੀ ਜਾ ਰਿਹਾ, ਵਾਸ਼ਰੂਮ 'ਚ 100 ਪੇਪਰ ਪਈ ਹੋਈ ਹੈ, ਉਹ ਕਦੋਂ ਦੀ ਪਈ ਹੈ, ਉਹ ਵਿਆਹ ਵਾਲੇ ਟਾਈਮ ਜਦੋਂ ਉਹ ਬੈਚਲਰਸ ਨਹੀਂ ਹੁੰਦੀ, ਜਿਹੜੀ ਬੈਚ ਜਦੋਂ ਬੈਚਲਰ ਹੁੰਦੀ ਹੈ ਉਦੋਂ ਉੱਥੇ ਰੱਖੀ ਹੋ, ਉਦੋਂ ਦੀ ਉਹਦੀ ਪਈ ਹੈ। ਸ਼ੌਕੀਨ ਮੈਂ ਬਹੁਤ, ਮੇਰੇ ਪਿਆ ਹੁਣ ਇੱਥੇ, ਜੇ ਥੋੜਾ ਜਿਹਾ ਅੱਗੇ ਜਾਓਗੇ ਉੱਥੇ ਇੱਕ ਹੋਰ ਹੈ, ਹੁਣ ਮੈਨੂੰ ਨਹੀਂ ਪਤਾ ਕਿਹੜਾ ਬ੍ਰਾਂਡ, ਸਜਾ ਕੇ ਰੱਖੀ ਹੋਈ ਹੈ। ਓਕੇ ਵਾਸ਼ਰੂਮ 'ਚ ਅੱਜ ਸ਼ਾਮ ਨੂੰ ਮੇਰੇ ਬ੍ਰਦਰ ਇਨ ਲॉज
ਉਹ ਆਉਣ ਵਾਲੇ 6 ਵਜੇ 8 ਵਜੇ ਆਣਗੇ, ਓਕੇ ਅਸੀਂ ਉੱਪਰ ਛੱਤ ਤੇ ਆਪਾਂ ਬਾਰਬੀਕਿਊ ਪਾਰਟੀ ਕਰਨੀ ਹੈ, ਅੱਜ ਦੀ है। मैं क्यों कि भाई ये नहीं करना नहीं, लाइफ है, हाँ लाइफ जी को एंजॉय करो, बट आपको ये नहीं होना चाहिए कि आप बहुत ज्यादा डेली ही लगे हुए हो, आपको लाइफ के गोल सेट नहीं है, ठीक है। हम्म, आप हर दिन, अब आप जिम करके रात यहाँ आपने वेट ट्रेनिंग की, मेहनत की, वहां से उतरे जिम से और आप ठेके पे जाके दारू पी रहे हो, तो फिर तो बेवकूफ आप शरीर का बेड़ा गर्क कर रहे हो। एंजॉयमेंट का मतलब ये नहीं हुआ कि डेली एंजॉय करना है, डेली डेली ये तो करना है। डेली एंजॉय भी रीजन भी चाहिए क्यों हाँ मतलब रीजन भी चाहिए। अननेसेसरी भाई, तुम इतने फिर तो लाइफ ही बहुत बढ़िया चली ना। हाँ आप तो खुशी बड़े हो यार कि मतलब भाई मैं सुबह पी रहा हूँ, दोपहर पी रहा हूँ, शाम पी रहा हूँ, फिर तो भाई बहुत अच्छी लाइफ है, पीता रहे। इधर का क्या रीजन आ गया भी यार, रोज ही एंजॉय कर ऐसा रहे क्या हैं। कर रहा है कि तू इतना एंजॉय कर रहा है, बट और अगर फिर भी तू फिट है, तू एंजॉय कर, तो बहुत अच्छी बात है यार, फिर चिल मार, फिर क्वेश्चन मत पूछ। ਮੈਂ ਇੱਕ ਵਾਰ ਇੰਸਟਾਗ੍ਰਾਮ ਦੇਖ ਰਿਹਾ ਸੀਗਾ, ਉਹ ਲਿਖਿਆ ਫਿਟਨੈਸ ਫਰੀਕ ਵਿਦ ਡਰਿੰਕ ਐਦਾ ਕੁਝ ਸੀਗਾ। ਉਹ ਭਾਜੀ ਉਹ ਜਿੱਦਾਂ ਆਪ ਕਹਿੰਦੇ ਨਹੀਂ ਉਹਦੇ ਡੇ ਬਣਾਏ ਹੋਏ ਸੀਗੇ, ਹਾਂ ਭਾਈ ਡਿਪਰੈਸ਼ਨ ਇਹ ਲੈ ਇਹ ਪੈਗ ਪੀ, ਐਂਗਜ਼ਾਇਟੀ ਇਹ ਪੈਗ नहीं ਪੀ, नहीं नहीं, वो तो बहाने हो गए। ਪ੍ਰਮੋਟ ਕਰ ਰਿਹਾ ਹੈ ਇਹ ਤਾਂ ਭਾਜੀ ਇਹ ਗੱਲ ਹੋ ਗਈ ਕਿ ਮੈਂ ਜਿੱਦਾਂ ਇੱਕ ਬੰਦੇ ਨੇ ਪੁੱਛਿਆ ਸੀ ਭਾਜੀ, ਰੋਜ਼ ਮੈਂ ਪੀ ਜਿੱਦਾਂ ਲੈਣ ਵਾਲੇ ਉਹ। ਕਾਉਂਸਲਿੰਗ ਕਰਦਾ ਨਾ, ਮੈਂ ਡਾਈਟ ਕਾਉਂਸਲਿੰਗ ਜਦ ਮੈਂ ਕਰਦਾ ਤਾਂ ਮੈਂ ਉਹਨਾਂ ਦਾ ਲਾਈਫ ਸਟਾਈਲ ਪੁੱਛਦਾ, ਹੂੰ ਓਕੇ ਤੁਸੀਂ ਕਿੰਨੇ ਵਜੇ ਉੱਠਦੇ ਹੋ, ਕੀ ਜੌਬ ਪ੍ਰੋਫਾਈਲ ਹੈ, ਹੂੰ ਤੇ ਸੋ ਦੈਟ ਮੈਨੂੰ ਆਈਡੀਆ ਲੱਗ ਜਾਂਦਾ ਕਿ ਬਈ ਇਸ ਇਹ ਜੌਬ ਪ੍ਰੋਫਾਈਲ ਹੈ ਤੇ ਬੰਦਾ ਆਬਵੀਅਸਲੀ 5 ਟਿਫਿਨ ਨਹੀਂ ਕੈਰੀ ਕਰ ਸਕਦਾ, ਇਹਨੂੰ 2 ਮੀਲ ਪਲਾਨ ਦੇਣੇ ਆ। ਤੇ ਇੱਕ ਬੰਦੇ ਮੈਂ ਕਿਹਾ ਭਾਜੀ ਡਰਿੰਕ ਵਗੈਰਾ, ਹਾਂਜੀ ਭਾਜੀ ਕਦੀ ਕਦੀ ਹੋ ਜਾਂਦੀ ਹੈ। ਤੇ ਮੈਂ ਕਿਹਾ ਭਾਜੀ ਲਾਸਟ ਕਦੋਂ ਸੀ? ਕਹਿੰਦਾ ਭਾਜੀ ਕੱਲ ਪੀਤੀ ਸੀ, ਕੱਲ ਡਿਸਾਈਡ ਕਦੀ-ਕਦੀ। ਕੀਤਾ ਵੀ ਅੱਜ ਤੋਂ ਟ੍ਰੇਨਿੰਗ ਕਰਨੀ ਹੈ, ਤੇ ਕੱਲ ਮੇਰੇ ਫਰੈਂਡ ਦਾ ਬਰਥਡੇ ਹੈ। ਹਾਂ ਮੈਂ ਕਿਹਾ ਭਾਜੀ ਕਦੀ ਕਦੀ ਆਲਮੋਸਟ ਹਰ ਦਿਨ ਤਾਂ ਨਹੀਂ ਹੁੰਦਾ? ਹਾਂ ਕਹਿੰਦਾ ਭਾਜੀ ਲਾ ਲਓ ਆਲਮੋਸਟ ਹੁੰਦਾ ਹੈ। ਮੈਂ ਕਿਹਾ ਫਿਰ ਨਹੀਂ, ਜੇ ਟ੍ਰੇਨਿੰਗ ਕਰਨੀ ਹੈ ਦੇਨੇ ਕਦੀ ਕਦੀ ਨਹੀਂ ਚੱਲਣਾ, ਵਨਸ ਇਨ ਅ ਵਾਈਲ ਦਾ ਮਤਲਬ ਕਿ ਮਹੀਨੇ ਚ ਇੱਕ ਅੱਧਾ ਵਾਰੀ ਹੋ ਗਿਆ, ਹੂੰ। 2-3 ਹਫ਼ਤੇ ਚ ਇੱਕ ਅੱਧਾ ਵਾਰੀ ਹੋ ਗਿਆ, ਬਟ ਯੂ ਸ਼ੁਡ ਨਾਟ ਗੈਟ ਐਡਿਕਟਡ। ਪਰ ਤੁਹਾਡੇ ਤੋਂ ਸਟੂਡੈਂਟਸ ਛੁਪਾਉਂਦੇ ਵੀ ਤਾਂ ਹੋਣੇ, ਭਾਜੀ ਪਰ ਤੁਹਾਨੂੰ ਪਤਾ ਲੱਗ ਮੈਨੂੰ ਜਾਂਦਾ। ਕਿੱਦਾਂ ਪਤਾ ਕਿ ਬਈ ਤੂੰ ਸੱਚ ਬੋਲ ਰਿਹਾ ਕਿ ਨਹੀਂ? ਹਾਂਜੀ ਤੁਸੀਂ ਮੈਨੂੰ 5000 ਰੁਪਏ ਮਹੀਨੇ ਦਾ ਦੇ ਰਹੇ ਹੋ, ਹਾਂਜੀ ਮੈਂ ਆਲਮੋਸਟ ਹਰ ਦੂਜੇ ਤੀਜੇ ਦਿਨ ਤੁਹਾਨੂੰ ਪੁੱਛ ਰਿਹਾ, ਹਾਂ ਵੀ ਰੋਹਿਤ ਡਰਿੰਕ ਤਾਂ ਨਹੀਂ ਕੀਤੀ, ਹੂੰ। ਡਰਿੰਕ ਤਾਂ ਨਹੀਂ ਕੀਤੀ। ਹੁਣ ਤੁਸੀਂ ਝੂਠ ਬੋਲੋ, ਤੁਸੀਂ ਮੇਰੇ ਨਾਲ ਥੋੜੀ ਝੂਠ ਬੋਲ ਰਹੇ ਹੋ, ਤੁਸੀਂ ਆਪਣੇ ਆਪ ਨਾਲ ਝੂਠ ਬੋਲ ਰਹੇ ਹੋ। ਮੈਨੂੰ ਕੀ ਫਰਕ ਪੈਣਾ ਦੱਸੋ? ਜੇ ਤੁਸੀਂ ਦਾਰੂ ਪੀ ਰਹੇ ਹੋ, ਮੇਰਾ ਕੀ ਨੁਕਸਾਨ ਹੈ? ਤੁਸੀਂ ਕਿੱਦਾਂ ਫੜਦੇ ਹੋ ਕਿ ਪਤਾ ਲੱਗ, ਟ੍ਰੇਨਿੰਗ ਤੇ ਪਤਾ ਲੱਗ ਜਾਂਦਾ ਭਾਜੀ, ਸਾਹ ਤੁਹਾਡਾ stamina- ਬੈਂਡ ਵੱਜੇਗੀ। ਓਕੇ ਹੁਣ ਜਦ ਮੈਂ ਤੁਹਾਨੂੰ ਪੈਡਿੰਗ ਕਰਾ ਰਿਹਾ, ਕੰਟੀਨਿਊ ਹੂੰ। ਪੈਡਿੰਗ ਕਰਾ ਰਿਹਾ, ਨਾਲ ਬਰਪੀ ਲਾ, ਫਿਰ ਜੰਪਿੰਗ ਕਰ, ਇਹ ਕਰ। ਜਿਹੜਾ ਬੰਦਾ ਰੈਗੂਲਰ ਡਰਿੰਕ ਕਰਦਾ, ਸਟੈमिना ਹੀ ਨਹੀਂ ਬਣਨਾ, ਜਿੰਨਾ ਮਰਜ਼ੀ ਜ਼ੋਰ ਲਾ ਲੇ, ਕੋਈ ਜਿੰਨਾ ਮਰਜ਼ੀ ਕਹੀ ਜਾए मैं डेली पीता हूँ, मैं कहता भाई फिर तो तू सुपरस्टार है भाई, क्या बोलूं तुझे, सही गल है, कॉम्प्लीमेंट है जो तो इतना तू पीने के बाद भी ट्रेनिंग सर करे, तो भी ऊपर ही है। तो मेरा भी उस्ताद हो गया। सही गल है। बट अगर मैं अच्छे तरीके से नहीं, यू शुड नॉट डू दैट। आप अगर कॉलेज लाइफ में, कहते हैं एक टाइम आता है कॉलेज लाइफ में, हर बंदा एंजॉय करता है, मैंने भी किया है, आपने भी किया है, सबने किया है, बट ऐसा नहीं एंजॉय होना चाहिए कि साला मेरा एक फ्रेंड रहा है, मुझे बहुत अच्छे से याद है, आज के डेट में इज अ प्रोफेशनल फाइटर, बट उसने ड्रिंक की, ड्रिंक के बाद कोई गोली गाली, हूँ मैनू ओदा नाम नहीं पता, बट कोई गोली गाली खाई, 33-34 के राउंड अबाउट पे गाड़ी मारी थी, पलट गया था, और गाड़ी से मरा भी नहीं। सोचो इतना झोटा निकलने के बाद सिगरेट पी रहा है ना, कि एक ही हो गया, और इतना दिमाग ਉਹਦਾ ਹਿੱਲਿਆ ਪਿਆ ਸੀ। ਬਟ ਅੱਜ ਦੀ ਡੇਟ 'ਚ ਬਹੁਤ ਸਾਊ ਬੰਦਾ ਹੈ, ਤੇ ਉਹ ਕਲੀਅਰਲੀ ਕਹਿੰਦਾ ਕਿ ਭਾਈ ਉਹ ਗਲਤੀਆਂ ਥੀ, ਓਵਰਕਮ ਕਰਕੇ ਆ ਗਿਆ। 22 24 25 ਸਾਲ ਦੀ ਏਜ 'ਚ ਗਲਤੀਆਂ ਕੀਤੀਆਂ, ਹਰ ਕਿਸੇ ਨੇ ਕੀਤੀ ਹੋਣੀ, ਬਟ ਜੇ ਤੁਸੀਂ 22 ਤੋਂ ਲੈ ਕੇ 35 ਤੱਕ ਦੀ ਵੀ ਚੇਂਜ ਨਹੀਂ ਕੀਤਾ ਆਪਣੇ ਆਪ ਨੂੰ, ਫਿਰ ਬਾਈ 45 ਤੱਕ ਤੁਹਾਡਾ ਪਟਾਕਾ ਵੱਜਣਾ, ਤੁਸੀਂ ਲਿਖਵਾ ਲਓ। ਜੇ ਇਫ ਯੂ ਆਰ ਨਾਟ ਡਿਸਿਪਲਿਨ, ਤੁਹਾਨੂੰ ਉਹ ਚੀਜ਼ ਪ੍ਰੋਬਲਮ ਕਰੇਗੀ। ਅੱਜ ਨਹੀਂ ਕੱਲ ਨਹੀਂ ਤੁਹਾਡੀ ਮੈਰਿਟਲ ਲਾਈਫ 'ਚ ਪ੍ਰੋਬਲਮ ਕਰੇਗੀ, ਕੱਲ ਨੂੰ ਜਦ ਤੁਸੀਂ ਜਵਾਕ ਕਰਨੇ ਆ। ਹੁਣ ਅੱਜ ਕੱਲ IVF ਦਾ ਚੱਲਿਆ ਪਿਆ ਵੀ, ਹਾਂਜੀ ਬਹੁਤ ਭਾਜੀ 30-32 ਸਾਲਾਂ ਦੇ ਬੰਦੇ ਵੀ IVF ਲੈ ਰਹੇ ਆ। ਉਹਦਾ ਰੀਜ਼ਨ ਸਭ ਤੋਂ ਵੱਡਾ ਇਹ ਹੈ, ਹੁਣ ਮੇਰੇ ਕੋਲ ਮੈਂ ਦੱਸਿਆ ਨਾ, ਜਿੱਦਾਂ ਮੇਰੇ ਕੋਲ ਹੁਣ ਫੋਰਟਿਸ ਹਸਪੀਟਲ ਦੇ ਡਾਕਟਰਸ ਨੇ, है ना, 2 हस्बैंड वाइफ ने, दे आर लाइक माई फैमिली राइट नाउ। हर छोटी से छोटी, बड़ी से बड़ी चीज वो हमें गाइड करती है। तो जब हम उनसे डिस्कस करते तो ये बताते कि सर सबसे बड़ा रीजन स्ट्रेस, वर्क लाइफ स्ट्रेस इतना हो रहा है, आपको बैलेंस करना नहीं आ रहा, स्ट्रेस हो गया। सेकंड आ गया आपकी ईटिंग हैबिट सही नहीं है, कैंटीन में जाके समोसे खा लिए, चलते फिरते छोले भटूरे खा लिए, सैलेड के नाम पे किसी दिन प्याज काट लिया, तो यस हैविंग हेल्दी लाइफ। भाई कल्ला प्याज नहीं यार, देयर शुड बी 5 डिफरेंट कलर्स ऑफ, बाउल होनी चाहिए, 250-300 ग्राम की आप बाउल रखो, प्रॉपर सैलेड किट, सैलेड पे रूल सेट है। हमारे पुराने टाइम पे जो बोला गया कि भी 7-8 बजे के आसपास, वैसे तो सूर्यास्त से पहले होता था, बट दैट इज नॉट पॉसिबल। हुण मेरी ट्रेनिंग 9 बजे खत्म होती, मैं किद्दां कर लवां? बट मैं ट्राई करदा कि मैं 7 ਤੋਂ 7:30 ਦੇ ਵਿੱਚ ਮੈਂ 8-10 ਅੰਡੇ ਖਾ ਲਵਾਂ ਆਪਣੀ ਅਕੈਡਮੀ 'ਚ। ਉਹ ਖਾਏ, ਉਹ ਤੋਂ ਬਾਅਦ ਮੈਂ ਘਰੇ ਆਉਂਗਾ, ਮੈਂ ਨਾ ਦੇ ਬਰਾਬਰ ਦਾ ਖਾਣਾ ਹੁੰਦਾ ਮੇਰਾ, ਕਿ ਠੀਕ ਹੈ 2 ਚਮਚ। ਸਾਰੇ ਸੋਲਜਰ ਆਰਮੀ ਵਾਲੀ ਲਾਈਫ ਜੀ ਰਹੇ ਹੋ ਭਾਜੀ, ਉਹ ਕਿਉਂਕਿ ਮੇਰਾ ਲਾਈਫ ਸਟਾਈਲ ਵੀ ਬਣ ਗਿਆ ਨਾ। ਦਿਸ ਇਜ਼ ਨॉट ਜਸਟ ਅ ਪ੍ਰੋਫੈਸ਼ਨ ਫॉर ਮੀ। ਪਹਿਲੀ ਗੱਲ ਇਹ ਮੇਰਾ ਪੈਸ਼ਨ ਹੈ। ਹਾਂ ਡੈਫੀਨਿਟਲੀ ਕਰਦਾ, 100% ਕਰਦਾ ਭਾਜੀ। ਹੁਣ ਜਿੱਦਾਂ ਮੇਰਾ ਇੱਕ ਮੁੰਡਾ ਹੈ, ਹੁਣ ਸ਼ਿਰਾਜ਼ ਕਰਕੇ ਹੈ, ਉਹਦਾ SSB 'ਚ ਸਿਲੈਕਸ਼ਨ ਹੋਇਆ। ਉਹ ਬੰਦਾ ਪੂਰਾ ਲਾਈਫ ਮਤਲਬ ਇੰਨਾ ਰਗੜਾ ਲਾ ਰਿਹਾ ਆਪਣੇ ਸਰੀਰ ਦਾ ਕਿ ਜਦ ਮੈਂ ਉੱਥੇ ਜਾਵਾਂ ਤਾਂ ਮੈਨੂੰ ਬਹੁਤ ਈਜ਼ੀ ਫੀਲ ਹੋ। ਸੋਚੋ ਉਸ ਬੰਦੇ ਦਾ ਮਾਈਂਡਸੈਟ ਹੈ ਕਿ ਮੈਂ ਭਾਜੀ ਪਾਰਾ 'ਚ ਜਾਣਾ, ਪੈਰਾਮਿਲਟਰੀ 'ਚ ਜਾਣਾ, ਪੈਰਾਮਿਲਟਰੀ ਵਨ ਆਫ ਦੀ ਐਲੀਟ, ਤੇ ਕਹਿੰਦਾ ਮੈਂ ਉਹ ਚੀਜ਼ ਕਰਨੀ ਹੈ। ਹੁਣ OTA ਜਾਏਗਾ ਬੰਦਾ, CDS ਕਲੀਅਰ ਕਰਕੇ ਹਟਿਆ, ਹੁਣ ਉਹ ਟ੍ਰੇਨਿੰਗ ਤੇ ਜਾਏਗਾ। ਮੇਰੇ ਕੋਲ ਕੁੜੀ ਆਂਦੀ ਹੈ, ਜਪਜੀ ਕਰਕੇ ਹੈ, ਆਲ ਇੰਡੀਆ ਰੈਂਕ 1 ਹੋਲਡਰ ਰਹੀ ਹੈ,
ਓ ਨਾਈਸ। ਮਤਲਬ ਇਦਾਂ ਦੇ ਬੰਦੇ ਮੇਰੇ ਕੋਲ ਆਲਰੇਡੀ ਟ੍ਰੇਨਿੰਗ ਕਰ ਰਹੇ ਆ, ਜਿਹਨੂੰ ਆਪਾਂ ਕਹੀਏ ਕਿ ਇਹ ਉਹਨਾਂ ਲਈ ਮੋਟੀਵੇਸ਼ਨ ਨੇ, ਜਿਹੜੇ ਕਹਿੰਦੇ ਵੀ ਭਾਜੀ ਸਾਡੇ ਕੋਲ ਟਾਈਮ ਨਹੀਂ ਲੱਗਦਾ। यूपीएससी ਦੀ ਤਿਆਰੀ ਵਾਲੇ ਮੇਰੇ ਕੋਲ ਬੱਚੇ ਆ ਰਹੇ ਨੇ। ਹੁਣ ਇੱਕ ਅਸੀਮ ਭਾਜੀ ਹੈ, ਹੀ ਇਜ਼ ਅ ਲਾਇਰ, ਠੀਕ ਹੈ, ਉਹ ਵੀ ਐਗਜ਼ਾਮ ਦੇ ਰਹੇ। ਹੁਣ ਇੱਕ ਮੁੰਡਾ ਹੈ ਅੰਮ੍ਰਿਤਸਰ ਤੋਂ ਹੈ, ਸਨਮਜੋਤ ਕਰਕੇ ਹੈ, ਠੀਕ ਹੈ, ਰੈਗੂਲਰ ਕੰਟੈਕਟ 'ਚ। ਹੁਣ 3-4 ਦਿਨ ਪਹਿਲਾਂ ਉਹਨੇ ਕੋਈ ਰੀਲ ਪਾਈ ਤੇ ਉਹ ਲਿਖਦਾ ਉਸਤਾਦ ਜੀ ਦੇਖਿਓ ਜਰਾ ਵਧੀਆ ਕਰ ਰਿਹਾ ਮੈਂ। ਉਹਨੂੰ ਬੰਦੇ ਨੂੰ ਸਾਰੀ ਨੌਲੇਜ ਹੈ, ਬਟ ਉਹ ਇੱਕ ਰਿਗਾਰਡ ਰੱਖਦਾ ਹੈ ਕਿ ਸਰ ਨੇ ਜੇ ਕੁਝ ਕਹਤਾ ਮੈਂ ਦੇਖਿਆ, ਮੈਂ ਕਿਹਾ ਬਹੁਤ ਵਧੀਆ ਬਾਈ, ਕੰਟੀਨਿਊ ਖਿੱਚ ਕੇ ਰੱਖ। ਉਹਦਾ 에ਅਰਫੋਰਸ 'ਚ ਸਿਲੈਕਸ਼ਨ ਹੋਇਆ ਮੁੰਡੇ ਦਾ ਹੁਣ ਕੁਝ ਦਿਨ ਪਹਿਲਾਂ ਹੀ। ਤੇ ਕਹਿਣ ਦਾ ਮਤਲਬ ਇਹ ਹੈ ਕਿ ਬਈ ਜੇ ਉਹ ਮੈਨੇਜ ਕਰ ਰਿਹਾ, 10-12 ਘੰਟੇ ਦੀ ਸਟੱਡੀ ਵੀ ਕਰ ਰਿਹਾ, ਡਾਈਟ ਵੀ ਮੈਨੇਜ ਤੇ ਕਈ ਚੀਜ਼ਾਂ ਆਪ ਉਹ ਕੁੱਕ ਕਰ ਰਿਹਾ, ਜੇ ਉਹ ਕਰ ਸਕਦਾ ਫਿਰ ਤੁਸੀਂ ਤਾਂ ਫਿਰ ਬਹਾਨਾ ਮਾਰ ਰਹੇ ਹੋ ਬਾਈ ਕਿ ਟਾਈਮ ਨਹੀਂ ਲੱਗ ਰਿਹਾ। ਸਹੀ ਗੱਲ ਹੈ। ਤੇ ਫਿਰ ਐਕਸਕਿਊਜ਼ ਤਾਂ ਭਾਜੀ ਫਿਰ ਜਿੰਨਾ ਮਰਜ਼ੀ ਬਣਾਈ ਚੱਲੋ। ਹੁਣ ਮੇਰਾ ਵੀ ਦੇਖੋ ਰੂਟੀਨ ਹੋਈ ਹੈ, ਮੈਂ ਸਵੇਰੇ 4 ਵਜੇ ਉੱਠ ਰਿਹਾ, 4 ਤੋਂ ਲੈ ਕੇ ਉੱਠ ਕੇ ਨਹਾਣਾ ਧੋਣਾ ਹੈ, ਪਾਠ ਪ੍ਰੋਪਰ ਰੂਟੀਨ ਹੈ, ਪਾਠ करना ही करना है, भोले बाबा को जल चढ़ाना ही चढ़ाना है, ये रूटीन सेट है। जिस दिन मैं नहीं करता, अगर फॉर एग्जाम्पल कभी मैं लेट हो गया, आधा घंटा लेट उठ गया, तो मैं यहाँ नहीं करूंगा, यहाँ मत्था टेका, एकेडमी में जाके वहां जोत जला दूंगा। समझ गया। और कई बार दोनों पॉसिबल नहीं हो पाता। अभी जैसे मेरे स्टाफ में लड़का है जो मुझे असिस्ट कर रहा है, वो अपने होम टाउन गया था, तो मुझे ही जाके खोलना था। तो मैंने विंडो ऐसी बनाई कि मैं अगर यहाँ नहीं हो पाया, मैं जाऊंगा, वहां भी टाइम नहीं लगा, 10 मिनट पहले जाके एकेडमी को क्लीन करना है। फिर वो कर्मा वाला कंसेप्ट आ गया ना कि मैंने अपना काम किया ना, कर्मा करी जा रहा हूँ। मेरी आदत है कि मैं चैंटिंग करता रहूँ, श्री राम जय राम जय जय राम, मैं अपना काम कर रहा हूँ, चैंटिंग कर रहा हूँ। जब सारा काम खत्म हो गया, 10 बजे फ्री हुआ, गया आराम से फ्रेश हुआ, एकेडमी में जोत जला दी। समझ गया। अब जैसे आपने बहुत सारे आर्टिस्ट को ट्रेन करा है ना, सुनंदा शर्मा, सिंगा, उदयवीर, मायरा शर्मा, तो कोई कौन सा ऐसा आर्टिस्ट है यार आपको लगा यार इसके साथ करना मुश्किल है, ये मेरी मान नहीं रहा, प्लस इसको मैं कुछ कह नहीं सकता? नहीं भाजी, ऐसा कोई नहीं था। अच्छा, कोई भी नहीं था। मतलब आर्टिस्ट भी मैं सही गल दसां, जिद्दां जे ਆਪਾਂ ਨਾ ਇੱਕ ਜਿਹੜਾ ਆਮ ਬੰਦੇ ਦੀ ਮੈਂਟੈਲਿਟੀ ਹੈ, ਉਹ ਕੀ ਕਹਿੰਦਾ ਵੀ ਲੈ ਇਹ ਤਾਂ ਐਰੋਗੈਂਟ ਹੈ ਬਾਈ, ਮੈਂ ਫਲਾਣੇ ਸ਼ੋਅ 'ਚ ਦੇਖਿਆ ਇਹਨੇ ਧੱਕਾ ਮਾਰਿਆ, ਹੈ ਨਾ, ਇਦਾਂ ਦੇ ਬੰਦੇ ਹੈ। ਤੇ ਜਿਹੜੇ ਤੁਸੀਂ 4 ਨਾਮ ਬਣਾਏ ਇਹ ਉਹਨਾਂ ਚੋਂ ਉਹ ਨੇ, ਵਨ ਆਫ ਦੀ ਬੈਸਟ ਨੇ। ਤੇ ਇਹਨਾਂ ਬਾਰੇ ਵੀ ਮੈਨੂੰ ਬਾਈ ਮੈਂ ਇਹਨਾਂ ਦੇ ਸ਼ੋਅ 'ਚ ਗਿਆ ਸੀ, ਇਹਦਾ ਫੁਕਰੀ ਹੈ ਬੜੀ ਬਾਈ ਇਹਨਾਂ 'ਚ। ਫਿਰ ਮੈਂ ਉਦੋਂ ਦੇਖਦਾ, ਮੈਂ ਕਿਹਾ ਵੀ ਤੇਰੇ ਨਾਲ ਗਲਤ ਐਕਸਪੀਰੀਅੰਸ ਹੈ, ਵੀ ਜਾਂ ਤਾਂ ਤੇਰੇ ਨਾਲ ਕੋਈ ਮਾੜਾ ਐਕਸਪੀਰੀਅੰਸ ਹੋਇਆ ਹੈ ਨਾ, ਮੇਰੇ ਨਾਲ ਤਾਂ ਇਦਾਂ ਦਾ ਕੁਝ ਨਹੀਂ ਹੋਇਆ। ਹੁਣ ਸਿੰਘਾ ਬਾਜੀ ਮੇਰੇ ਕੋਲ ਆਏ ਆ, ਉਹਨਾਂ ਨੇ ਜਦ 2-3 ਦਿਨ ਟ੍ਰੇਨਿੰਗ ਤੋਂ ਬਾਅਦ ਉਹਨਾਂ ਨੇ ਪੁੱਛਿਆ ਕਿ ਭਾਜੀ ਤੁਹਾਡੀ ਫੀਸ ਆ ਗਈ, ਤੇ ਆਈ ਸੈਡ ਕਿ ਨਹੀਂ ਭਾਜੀ ਹਜੇ ਨਹੀਂ ਹੈ। ਤੇ ਸ਼ਾਇਦ ਜਿਹਦੇ ਨਾਲ ਗੱਲ ਹੋਈ ਸੀ, ਮੈਂ ਕਿਹਾ ਉਹਨਾਂ ਨੇ ਕਿਹਾ ਕਿ ਕੋਈ ਨਹੀਂ ਵੀਰੇ, ਉਹਨਾਂ ਨੇ ਪਤਾ ਨਹੀਂ ਕਰ ਦੇਣਾ। ਮੁੰਡਾ ਬੁਲਾਇਆ, ਕਾਰਡ ਫੜੀ, ਥੱਲਿਓਂ ਪੇਮੈਂਟ ਲਾ ਤੇ ਭਾਜੀ ਨੂੰ ਪੇਮੈਂਟ ਕਰੋ ਪਹਿਲਾਂ। ਕਿੰਨੀ ਵਧੀਆ ਗੱਲ, ਨਾਲ ਦੀ ਨਾਲ ਪੇਮੈਂਟ ਹੋਈ। ਤੇ ਉਹਨਾਂ ਨਾਲ ਕਨੈਕਸ਼ਨ ਹੀ ਬਹੁਤ ਵਧੀਆ, ਹੁਣ 2-3 ਮਹੀਨੇ ਮੇਰੇ ਕੋਲ ਕੀਤਾ ਹੈ, ਬਹੁਤ ਵਧੀਆ ਕਨੈਕਸ਼ਨ ਰਿਹਾ। ਸੁਨੰਦਾ ਮੈਮ ਤਾਂ ਕਾਫੀ ਟਾਈਮ ਉਹਨਾਂ ਨੇ ਕੀਤਾ, ਉਹਨਾਂ ਦੇ ਬ੍ਰਦਰ ਕਰਨ ਹੈ ਤੇ ਇੱਕ ਹੋਰ ਰਿਹਾ ਉਹਨਾਂ ਦੇ ਨਾਲ, ਇਹਨਾਂ ਨੇ ਰੈਗੂਲਰ ਕਾਫੀ ਟਾਈਮ ਟ੍ਰੇਨਿੰਗ ਕੀਤੀ ਹੈ। ਤੇ ਉਹਨਾਂ ਦੇ ਨਾਲ ਤਾਂ ਇਹਦਾ ਘਰ ਵਰਗਾ ਮਾਹੌਲ ਸੀਗਾ, ਆਪਾਂ 7 ਸੈਕਟਰ ਉਹਨਾਂ ਦੇ ਘਰੇ ਜਾਂਦੇ ਰਹੇ, ਉੱਥੇ ਟ੍ਰੇਨਿੰਗ ਕਰਦੇ ਰਹੇ। ਇਹਨਾਂ ਦਾ ਕੀ ਰੀਜ਼ਨ ਹੋਊਗਾ ਯਾਰ, ਸਾਨੂੰ ਸੈਲਫ ਡਿਫੈਂਸ ਸਿਖਾਓ। ਪਹਿਲੀ ਚੀਜ਼ ਇਹਨਾਂ ਦੀ ਇਹ ਹੁੰਦੀ ਹੈ, ਜਿਹੜਾ ਇਹਨਾਂ ਦਾ ਮਾਈਂਡਸੈਟ ਹੁੰਦਾ ਕਿ ਫਿਟਨੈਸ ਦਾ ਕੰਸੈਪਟ ਜਿਹੜਾ ਕਿ ਮਾਰਸ਼ਲ ਆਰਟ ਦੇ ਡਿਸਿਪਲਿਨ ਫਿਟਨੈਸ ਹੁੰਦਾ ਹੈ। ਤੁਹਾਨੂੰ ਪਤਾ ਹੈ, ਦੇਖੋ ਜੇ ਮਾਰਸ਼ਲ ਆਰਟ ਟ੍ਰੇਨਰ ਹੈ, ਜੇ ਤੁਸੀਂ ਉਹਨੂੰ 9 ਵਜੇ ਦਾ ਟਾਈਮ ਦਿੱਤਾ ਹੈ ਨਾ, ਉਹ ਜੇ ਡਿਸਿਪਲਿਨ ਹੈ 9 ਵਜੇ ਪਹੁੰਚ ਜਾਏਗਾ, 8:55 ਤੇ ਉਹ ਆਪਣੀ ਜਗ੍ਹਾ ਤੇ ਪਹੁੰਚ ਜਾਏਗਾ, ਤੇ ਤੁਹਾਡੇ ਵੀ ਡੰਡਾ ਕਰੇਗਾ ਭਾਜੀ 9 ਵਜੇ ਦਾ ਟਾਈਮ ਹੋ ਗਿਆ ਆਓ, ਉਹ ਤੁਹਾਨੂੰ ਡਿਸਿਪਲਿਨ ਚ ਲੈ ਆਏਗਾ। ਪਹਿਲੀ ਗੱਲ। ਦੂਜੀ ਗੱਲ ਇਹ ਹੁੰਦੀ ਹੈ ਸੈਲਫ ਡਿਫੈਂਸ, ਓਬਵੀਅਸਲੀ ਉਹ ਤਾਂ ਕਵਰ ਅਪ ਉਹ ਹੈ ਹੀ ਹੈ, देयर इज ਨਥਿੰਗ ਲਾਈਕ ਡਿਫਰੈਂਟਲੀ ਸੈਲਫ ਡਿਫੈਂਸ। ਉਹ ਕਵਰ ਅਪ, ਜੇ ਤੁਹਾਨੂੰ ਪਤਾ ਮੈਂ 1-2 ਮਾਰਨਾ ਹੈ, ਮੈਨੂੰ ਮੁੱਕੇ ਮਾਰਨੇ, ਤਾਂ ਉਹ ਸੈਲਫ ਡਿਫੈਂਸ ਹੀ ਹੈ ਨਾ। ਰੱਬ ਨਾ ਕਰੇ, ਕਿਉਂਕਿ ਸੈਲਫ ਡਿਫੈਂਸ ਚ ਕੋਈ ਇਦਾਂ ਨਹੀਂ ਕਿ ਮੈਂ ਫਲਾਈਂਗ ਕਿਕ ਮਾਰਾਂਗਾ। सेल्फ डिफेंस इज अबाउट कि मैंने बस फ्रिक्शन ऑफ सेकंड में मैंने रिएक्ट करना है, क्योंकि मुझे रीड आउट करना है कि आप अभी बैठ के आराम से बात कर रहे हैं, मैं आराम से बात कर रहा हूँ, आपकी बॉडी लैंग्वेज चेंज हो गई, आई एम ट्रेन्ड इनफ टू रीड दैट, मैं मिनट में चेंज हो जाऊंगा। आपको जब तक आप सोचोगे मैं फोड़ दूंगा, क्योंकि वो मेरी ट्रेनिंग का पार्ट है। बट इफ यू आर टॉकिंग से मैं भी कंफर्टेबल बैठा, सारे आराम से बैठे हैं, वो ट्रेनिंग एक पार्ट करती है, अवेयरनेस है ना, अवेयरनेस करती है। देन उनको एक और होता है कि यार डिफरेंट चीज ट्राई करते हैं, सिनेमेटोग्राफी। अब जैसे कई चीजें, जैसे सिंगा पाजी को मैंने तलवार वगैरह वाली चीजें सिखाई हैं, तो वो एकेडमी में बहुत मस्त होकर करते थे, इट वाज लाइक अमेजिंग। सुनंदा मैम को हाई किक करने का बड़ा शौक था, मैं आपको वीडियोस भेजूंगा, देखना वो। अच्छा, मतलब उनको था कि सिर से ऊपर किक जानी चाहिए। फिर एक हमने स्टंट कोरियोग्राफी की थी, उस पर तो बहुत व्यूज आए थे। मतलब सर मुझे मतलब मैं गुंडे का रोल कर रहा हूँ, मैम एक्ट्रेस का उठा के पटकने वाला रोल, तो मतलब ये इसमें चीजें ही बहुत है, उन्होंने किया प्रॉपर। अच्छा जी, बहुत बढ़िया तरीके ਨਾਲ ਦਿਖਾਉਂਗਾ, ਉਹ ਦੇਖਿਓ ਤੁਸੀਂ, ਜੇ ਪਾਣੀ ਹੋਏ ਤਾਂ ਵਿੱਚ ਪਾਇਓ, ਤੁਹਾਨੂੰ ਆਈਡੀਆ ਲੱਗ ਜਾਏ ਵੀ ਕੀ ਕਹਿ ਰਿਹਾ ਮੈਂ। ਨਹੀਂ ਕੋਈ ਬਹੁਤ ਕੁਝ ਹੈ। ਜਿੱਦਾਂ ਹੁਣ ਕਹਿ ਲਓ ਆਪਣੀ ਕਈ ਪਿੰਡਾਂ 'ਚ ਹੈ ਕੁੜੀਆਂ ਹਨਾ, ਤੇ ਆਪਣੇ ਸ਼ਹਿਰਾਂ 'ਚ ਵੀ ਹੈ, ਉਹ ਇਸ ਟਾਈਮ ਤੇ ਨਾ ਹਰਾਸਮੈਂਟ ਸਹਿਨ ਕਰੀ ਜਾ ਰਹੀ ਹੈ, ਕਿ ਕਈਆਂ ਦਾ ਨੇਚਰ ਹੁੰਦਾ ਯਾਰ ਬੋਲਣਾ ਨਹੀਂ ਹੈ, ਮੈਂ ਨਹੀਂ ਬੋਲ ਸਕਦੀ, ਕਿ ਕੋਈ ਚੱਕਰ ਨਹੀਂ ਮੇਰਾ ਹੀ ਹੈ, ਫਿਰ ਕੋਈ ਚੱਕਰ ਨਹੀਂ, ਹੈ ਨਾ, ਕੁੱਟਮਾਰ ਕਹਿ ਲਓ ਜਾਂ ਦਾਰੂ ਪੀ ਕੇ ਆਇਆ ਜੋ ਚੱਲਦਾ ਹੈ ਨਾ, ਉਹ ਕਰੀ ਜਾ ਰਹੀ ਹੈ, ਕੋਈ ਚੱਕਰ ਨਹੀਂ ਯਾਰ ਤੂੰ ਕਰਦਾ, ਬਟ ਉਹ ਇੱਕ ਮੌਨਸਟਰ ਡਿਵੈਲਪ ਕਰ ਰਹੀ ਹੈ। ਆਪਾਂ ਕਹਿ ਸਕਦੇ ਕਿ ਮੌਨਸਟਰ ਡਿਵੈਲਪ ਕਰ ਰਹੀ ਹੈ, ਹੋਰਾਂ ਲਈ ਬਹੁਤ ਗਲਤ ਐਗਜ਼ਾਮਪਲ ਦੇ ਰਹੇ ਹੈ। ਭਾਜੀ ਹੋਰਾਂ ਦਾ ਤਾਂ ਪਤਾ ਨਹੀਂ, ਉਹ ਉਹਦੇ ਨਾਲ ਹੀ ਸਭ ਤੋਂ ਮਾੜਾ ਹੋਏਗਾ। ਇੱਕ ਦਿਨ
ਅਸੀਂ ਕਿੰਨੇ ਕੇਸਿਸ ਦੇਖੇ ਹੈ, ਕਿੰਨੇ ਸਾਰੇ ਕੇਸਿਸ ਨੇ ਜਦ ਤੁਸੀਂ ਆਵਾਜ਼ ਨਹੀਂ ਉਠਾਉਂਦੇ। ਦੇਖੋ ਅਨਲੈਸ ਐਂਡ ਅਨਟਿਲ ਯੂ ਆਰ ਨਾਟ ਰੋਂਗ, ਹੁਣ ਮੇਰੇ ਵਾਈਫ ਨੇ, ਠੀਕ ਹੈ, ਇਫ ਸ਼ੀ ਇਜ਼ ਨਾਟ ਰੋਂਗ ਤੇ ਮੈਂ ਐਡਿਕਟਡ ਆ ਵੀ ਮੈਂ 2 ਦਿਨ 4 ਦਿਨ ਕਰਾਂਗਾ, ਤੇ ਮੈਂ ਇਹੀ ਗੱਲ ਮੈਂ ਕਹੂੰਗਾ ਕਿ ਵੀ ਉਹਦਾ ਫਰਜ਼ ਬਣਦਾ ਕਿ ਵੀ ਇੱਕ ਦਿਨ ਉਹ ਵੀ ਮੇਰੇ ਲਏਗੀ। ਜੇ ਉਹ ਤਗੜੀ ਨਹੀਂ ਹੈ ਉਹਨੇ ਕੁਛ ਨਾ ਕੁਛ ਚੱਕ ਕੇ ਮਾਰ ਦੇਣਾ। ਸਹੀ ਗੱਲ ਹੈ। ਜਦ ਆਪਾਂ ਸੈਲਫ ਡਿਫੈਂਸ ਜਾਂ ਹੋਮ ਵਾਇਲੈਂਸ ਦੀ ਜਾਂ ਗੱਲਾਂ ਕਰਦੇ ਹਾਂ, ਜਿਹੜੀ ਘਰਾਂ 'ਚ ਸਿਚੁਏਸ਼ਨ ਹੁੰਦੀ ਹੈ, ਬੇ ਭਾਈ ਕਹਿੰਦੇ ਵੀ ਠੀਕ ਹੈ ਡੋਮੈਸਟਿਕ ਵਾਇਲੈਂਸ ਬਹੁਤ ਡੋਮੈਸਟਿਕ ਜ਼ਿਆਦਾ ਵਾਇਲੈਂਸ ਹੁੰਦਾ। ਇੱਕ ਲੈਵਲ ਤੱਕ ਇਜ਼ ਓਕੇ, ਬਟ ਮਾਰ ਕੁੱਟ ਰੈਗੂਲਰ ਦੀ ਗੱਲ ਦਿਸ ਇਜ਼ ਨਾਟ ਓਕੇ। ਤੁਸੀਂ ਵਾਰਨ ਕਰੋ ਵੀ ਮੈਂ ਇਹ ਚੀਜ਼ਾਂ ਨਹੀਂ ਸਹਿਣੀਆਂ, ਮੈਂ ਗਲਤ ਨਹੀਂ ਆ, ਤੂੰ ਸੁਧਰ। नहीं तो दूसरा ऑप्शन था ना, तो चल भाई तू अपने, आजकल तो कानून ही इतने हैं यार, लड़की चाह ले तो बंदे को साले को ऐसी की तैसी फेर दे। तो उनको ये अवेयर होना पड़ेगा कि भाई नहीं, मुझे किसी से गुजारा नहीं करना है, मैं ब्याह के आई हूँ, कोई भाग के नहीं आई, पहली बात। दूसरी बात, बाकायदा सोसाइटी की कहते ना रजामंदी है, कानून के आगे शादी हुई है, फेरे लिए हैं, तो मेरा भी उतना ही रोल है, मेरा भी उतना ही हक है, दोनों से गाड़ी चलती है। अगर बंदा ये बोले कि मैं कमा रहा हूँ, तू घर बैठी है, तो भाई घर वो भी देख रही है, यू हैव टू रिस्पेक्ट दैट थिंग ऑल्सो। और जो लोग ये करे फिर एडिक्टेड है यार, तुम लोग एडिक्टेड हो, फिर एक दिन पिटाई होगी तुम्हारी, है ना। हाँ। कोई ऐसा दा मूव है जो आज तक तुसी अपने स्टूडेंट्स ਨੂੰ ਵੀ ਯਾਰ ਇਹ ਮੇਰਾ ਹੈ, ਮੈਂ ਨਹੀਂ बताऊंगा, ऐसा ऐसा कुछ कुछ नहीं, कि मिनट से तू खत्म है, ऐसा कुछ नहीं होता। हाँ। अगर मैं आपको बता भी दूं कि ये 1 इंच पंच आपने प्रैक्टिस नहीं की तो फायदा क्या। अब कई बार हम लोग ट्रेनिंग में करते मैं हैं, ਤੁਸੀਂ ਆਪਣੇ स्टूडेंट्स ਤੋਂ ਪੂਰਾ ਕੋਈ ਫਿਲਟਰ ਨਹੀਂ ਪ੍ਰੋਪਰ ਰੱਖਿਆ। ਭਾਜੀ ਮੇਨ ਪਤਾ ਕੀ Transparency ਮੈਨੂੰ ਹੈ ਜਿੰਨੀ ਮਰਜ਼ੀ ਮੈਨੂੰ ਟੈਕਨੀਕ ਆਂਦੀ ਹੋਏ, ਜਿੰਨੀ ਮਰਜ਼ੀ ਮੈਨੂੰ ਕਲਾ ਆਂਦੀ ਹੋਏ, ਬਟ ਇਫ ਆਮ ਨਾਟ ਪ੍ਰੈਕਟਿਸਿੰਗ ਉਹਦਾ, ਫੋਰ ਐਗਜ਼ਾਮਪਲ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ, ਮੈਂ ਹੁਣ ਫੋਰ ਐਗਜ਼ਾਮਪਲ ਮੈਂ 5 ਸਾਲ ਤੋਂ ਟ੍ਰੇਨਿੰਗ ਕਰ ਰਿਹਾ, ਹੈ ਨਾ, ਮੈਨੂੰ 5 ਸਾਲ ਹੋ ਗਏ, ਤੁਸੀਂ ਜੁਆਇਨ ਕੀਤਾ, ਤੁਹਾਨੂੰ 1 ਸਾਲ ਹੋ ਗਿਆ, ਤੇ ਮੈਂ ਆਪਣੇ ਵੱਲੋਂ ਤੁਹਾਨੂੰ ਮੈਕਸਿਮਮ ਕਰਾਇਆ। ਹੁਣ ਅੱਗੇ 5 ਸਾਲ ਬਾਅਦ ਮੈਨੂੰ 10 ਸਾਲ ਹੋ ਗਏ, ਤੁਹਾਨੂੰ 5 ਸਾਲ ਹੋ ਗਏ, ਮੈਂ ਤਾਂ ਹਜੇ ਵੀ 5 ਸਾਲ ਅੱਗੇ ਹਾਂ। ਜੇਕਰ ਮੈਂ ਟ੍ਰੇਨਿੰਗ ਕਰ ਰਿਹਾ ਤੇ ਜੇ ਮੈਂ ਟ੍ਰੇਨਿੰਗ ਨਹੀਂ ਕਰ ਰਿਹਾ, ਸਿਰਫ ਮੇਰਾ ਪੁਰਾਣਾ ਜਿਹੜਾ ਐਕਸਪੀਰੀਅੰਸ ਹੋਏਗਾ ਉਹ ਸ਼ਾਇਦ ਮੈਨੂੰ ਖੜਾ ਰੱਖੇਗਾ, ਬਟ ਜੇ ਤੁਸੀਂ ਮਿਹਨਤ ਕਰ ਰਹੇ ਹੋ, ਹੈ ਨਾ, ਤੇ ਫਿਰ ਮੈਂ ਪਿੱਛੇ ਰਹਿ ਜਾਵਾਂਗਾ। ਹੁਣ ਮੈਂ ਕਿੰਨਾ ਮਰਜ਼ੀ ਕਿ ਮੈਨੂੰ 30 ਸਾਲ ਹੋ ਗਏ ਟ੍ਰੇਨਿੰਗ ਕਰਦੇ ਹੋਏ ਨੂੰ, ਤੇ ਇਫ ਆਈ ਐਮ ਨਾਟ ट्रेनिंग पर्पसली, है ना, मैं थोनू ट्रेनिंग कराई जा रहे हैं, बट आई एम नॉट ट्रेनिंग पर्पस। मेरा पर्पस ये है कि मैं आपको और अच्छा ट्रेन करूं, मेरा पर्पस ये है कि आप रिंग में अच्छा परफॉर्म करो, मेरा पर्पस ये है कि आप रिंग में मेडल निकालो, है ना। तो अगर मैं आपको बीट कर रहा हूं, आपको ट्रेन कर रहा हूं, और मैं खुद बिल्कुल भी ना करूं, है ना, तो मैं, मेरे अंदर की वो चीज डेफिनेटली खत्म होगी, चाहे मुझे जितनी मर्जी टेक्निक आती हो। कोई एक तो आपको, आप में तो जोर बनेगा ही बनेगा ना, आप 100 पुशअप लगा रहे हो, कोच से 50 नहीं लग रहे, फिर कोई तुक नहीं बनता। दिस इज द रीजन मेरी आपको इंस्टाग्राम पे ये भी, मैं वन हैंड पुशअप 55 की है, ठीक है, डबल हैंड जो नॉर्मल पुशअप होता है 100 प्लस तो मैं नॉर्मल हमेशा किए हुए हैं। तो मैं बोलता हूँ कि इतना मेरा स्टेमिना अभी भी है कि 100 तो मैं करूंगा, तो पहले इतना टच करो, है ना। इसके अलावा जो टेक्निक है वो तो बहुत है भाजी, बहुत है। आज भी हम जितना मर्जी कहीं पहुंच जाए, अगर हमारे सामने हमारे कोच साहब आगे, हमारा सिर झुका होगा, उनके पैर ही हाथ लगेंगे, हमने उनको पैर छूने ही छूने हैं, क्योंकि अगर उससे मैं सोच भी लूं तो वो गलत है कि मैं उनसे आगे निकल जाऊं। और हमारी तो परंपरा है ना ये कि भी आप गुरुओं ने तो सिर मत्थे रखते हैं, कहते नहीं गुरु गोविंद दो खड़े काके लागू पाए, तो जब उनको गुरु का दर्जा, रब का दर्जा दे दिया, तो भाई वो हमेशा ही मुझसे आगे है। तो ये सिर्फ एक कहने को है कि कोई कला नहीं सिखाता, ये है वो, अगर बच्चा डिसिप्लिन नहीं है तो नहीं, और कोई बच्चा आगे निकल गया तो हमें तो सबसे ज्यादा खुशी होती है, बहुत अच्छी बात है। ਯੂਥ ਨੂੰ ਤੁਹਾਨੂੰ ਇੰਨਾ ਐਕਸਪੀਰੀਅੰਸ ਹੈ, ਤੁਸੀਂ ਇਹੋ ਜਿਹਾ ਕੀ ਮੈਸੇਜ ਦੇਣਾ ਚਾਹੋਗੇ ਯਾਰ, ਤੁਸੀਂ ਇਹ ਚੀਜ਼ ਕਰ ਲਓ, ਸਾਰਾ ਸੌਰਟਡ ਹੈ। कैरेक्टर, वर्क ऑन योर कैरेक्टर। ਓਕੇ, पहली गल ਹੁੰਦੀ ਹੈ ਆਪਣੇ कैरेक्टर ਤੇ ਕੰਮ ਕਰੋ, ਦੂਜੀ ਗੱਲ स्पिरिचुअली कनेक्टेड रहो, ਤੀਜੀ ਗੱਲ ਕਹਿੰਦੇ ਨਾ कि a man should be addicted to 3F, family, fitness and finance। अगर इन 3 चीजों को पकड़ लो ना, you are sorted। ਹੁਣ ਮੈਂ ਭਾਜੀ ਇੱਕ ਹੋਰ ਮੈਂ ਕਈ ਵਾਰੀ एग्जांपल ਦਿੰਦਾ, ਜਿਹੜੇ ਮੇਰੇ क्लाइंट्स ने, कि किसी के अकाउंट में कितने पैसे हमें नहीं पता, मेरे अकाउंट में हो सकता है 1 लाख पड़ा हो सकता है 1 करोड़ हो सकता है 5000 पड़े हो, है ना, लेकिन मेरा मेंटल फिटनेस कैसा है, मैं लाइफ में खुश हूँ। गाड़ी, कई बार कहते हैं अपनी गाड़ी मैटर करती है, ये वाली गाड़ी वाली, मेरे पास भाई छोटी गाड़ी भी है, मेरे पास ਕੋਠੀਆਂ 'ਚ ਵੀ ਰੋਂਦੇ ਫਿਰਦੇ, ਮੇਰੇ ਕੋਲ ਹੈ ਇਦਾਂ ਦੇ ਬੰਦੇ ਜਿਹੜੇ ਵਧੀਆ ਬਹੁਤ ਅਮੀਰ ਨੇ, ਲੇਕਿਨ ਦੇ ਆਰ ਡਿਪਰੈਸਡ। ਹੁਣ ਆਪਾਂ ਕੀ ਕਹੀਏ, ਇੰਨਾ ਪੈਸਾ ਹੋਣ ਤੋਂ ਬਾਅਦ ਵੀ ਡਿਪਰੈਸ ਨੇ। ਆਪਾਂ ਕਹਿੰਦੇ ਵੀ ਮਨੀ ਇਜ਼ ਨਾਟ ਐਵਰੀਥਿੰਗ, ਭਾਈ ਮਨੀ ਇਜ਼ ਐਵਰੀਥਿੰਗ, ਮਨੀ ਮੈਟਰ ਕਰਦਾ ਹੈ, ਬਟ ਜੇ ਤੁਸੀਂ ਇੰਟਰਨਲੀ ਹੈਪੀ ਹੀ ਨਹੀਂ ਫੀਲ ਕਰ ਰਹੇ ਹੋ, ਉਹਦਾ ਕੀ ਫਾਇਦਾ। ਸਭ ਤੋਂ ਵਧੀਆ ਚੀਜ਼ ਹੈ ਖੁਸ਼ ਰਹੋ, ਠੀਕ ਹੈ, ਇੰਨੇ ਖੁਸ਼ ਰਹੋ ਵੀ ਮੰਦਿਰ ਗੁਰਦੁਆਰੇ ਮੈਂ ਜਿੱਥੇ ਵੀ ਜਾਂਦੇ ਹੋ ਜਾਓ, ਮੱਥਾ ਟੇਕੋ, ਸ਼ੁਕਰਾਨਾ ਕਰੋ, ਠੀਕ ਹੈ, ਜੋ ਵੀ ਕੰਮ ਕਰ ਰਹੇ ਹੋ ਕੈਰੈਕਟਰ ਨੂੰ ਅਲਾਈਵ ਰੱਖੋ। ਤੁਸੀਂ ਇਦਾਂ ਦਾ ਕੰਮ ਨਾ ਕਰੋ ਕਿ ਵੀ ਤੁਹਾਨੂੰ ਆਪਣੇ ਆਪ ਨੂੰ ਸ਼ਰਮ ਫੀਲ ਹੋਏ, ਤੁਸੀਂ ਸ਼ੀਸ਼ੇ 'ਚ ਅੱਖਾਂ ਮਿਲਾ ਕੇ ਦੇਖੋ, ਤੁਸੀਂ ਕਹੋ ਵਧੀਆ ਕਰ ਰਹੇ ਆ। ਹੁਣ ਮੇਰੇ ਕੋਲ ਜੇ ਕੋਈ ਕੁੜੀ ਆ ਰਹੀ ਹੈ, ਮੈਨੂੰ ਇਹ ਸੈਟਿਸਫੈਕਸ਼ਨ ਬਈ ਅੱਖਾਂ ਬੰਦ, ਕੈਮਰੇ ਲੱਗੇ ਜਾਂ नहीं लगे, ਮੈਨੂੰ फर्क नहीं पड़ता, मेरा कैरेक्टर ਵਧੀਆ है, तू जो मर्जी हो मुझे फर्क नहीं पड़ता, मैंने अपना, तू मेरे पास ट्रेनिंग के लिए आ रही है, मेरा काम तुझे ट्रेनिंग कराना है, ट्रेनिंग के बाद ओके टाटा बाय बाय। मुझे शौक नहीं है कि मैं आपसे व्हाट्सएप पे चैटिंग करूं,
ਜੋ ਆਪਾਂ ਨਾਰਮਲ ਗੱਲ ਕਰਦੇ ਕਿ ਜਿਹੜਾ ਟ੍ਰੇਨਰ ਅੱਜਕੱਲ ਕਰ ਦਿੰਦੇ ਆ, ਕਰ ਦਿੰਦੇ ਬਟ ਠੀਕ ਹੈ ਯਾਰ, ਉਹ ਵੀ ਸਾਡੀ ਸਾਨੂੰ ਐਜ਼ ਅ ਕੋਚ, ਜੇ ਮੈਨੂੰ ਥੋੜਾ ਜਿਹਾ ਐਕਸਪੀਰੀਅੰਸ ਹੈ, ਮੈਂ ਇਹ ਚੀਜ਼ ਕਰੂੰਗਾ, ਇੱਕ ਚੀਜ਼ ਸਾਨੂੰ ਨਹੀਂ ਕਰਨੀ ਚਾਹੀਦੀ। ਆਈ ਡੋਂਟ ਡੂ ਦੈਟ ਐਂਡ ਆਈ ਵਿਲ ਸੇ ਕਿ ਤੁਸੀਂ ਵੀ ਨਾ ਕਰੋ, ਕਿਸੇ ਨੂੰ ਵੀ ਨਹੀਂ ਕਿਉਂਕਿ ਇੱਕ ਕੁੜੀ ਨੇ ਵੀ ਇਹ ਕਹਿਤਾ ਨਾ ਵੀ ਆਹਰੀ ਕੋਚ ਸਾਹਿਬ, ਮੈਂ ਆਪਣੇ ਲਈ ਵੀ ਐਗਜ਼ਾਮਪਲ ਦਿੰਦਾ, ਮੈਂ ਆਪਣਾ ਹੀ, ਮੈਨੂੰ ਕੋਈ ਭਾਜੀ ਤੁਸੀਂ ਇੰਨਾ ਲੈਕਚਰ ਦੇ ਸੀ, ਆ ਦੇਖੋ ਤੁਸੀਂ ਰਾਤੀ ਮੈਨੂੰ ਮੈਸੇਜ ਕੀਤਾ ਕਿਆ ਪਹਿਨਾ ਹੈ, ਕਿਆ ਖਾਇਆ ਹੈ, ਫਿਰ ਤਾਂ ਮੇਰੇ ਤੋਂ ਵੱਡਾ ਮੈਂ ਤਾਂ ਟਿਕਾ ਕੇ ਕਹਿ ਰਿਹਾ ਬਈ ਮੈਂ ਗੱਲ ਹੀ ਨਹੀਂ ਕਰਦਾ, ਮੈਨੂੰ ਡਰ ਹੀ ਕੋਈ ਨਹੀਂ ਹੈ। ਹਾਂ ਸੇਮ ਚੀਜ਼ ਜੇ ਮੇਰਾ कैरेक्टर नहीं है, मैं थोनू कह ही नहीं सकता, मैं इतना चौड़े होकर गल ही नहीं करता, समझ गया। ठीक है, अनलेस एंड अनटिल आप 19-20 साल के थे, आपको गाइडेंस ही नहीं थी, ठीक है, सबने की है। जैसे मैं आपको एक एग्जांपल देता हूँ, फेसबुक वाला जब बहुत ज्यादा हाईलाइटेड होता था, तो हमारा एक दोस्त था, उस टाइम होता था ना कि फेक अकाउंट से चैटिंग करते थे, हाँ जी हाँ जी, तो ਜਿਹੜੀ ਨੂਡ ਚੈਟ ਕਰਦੇ ਹੁੰਦੇ ਸੀ, ਤੇ ਮੇਰਾ ਬੜਾ ਕਲੋਜ਼ ਫਰੈਂਡ ਸੀਗਾ, ਤੇ ਉਹਨੇ ਚੈਟ ਵੈਟ ਕੀਤੀ, ਕਹਿੰਦਾ 4-5 ਦਿਨ ਬਾਅਦ ਆਪਾਂ ਬੈਠੇ ਆ, ਤੇ ਕਹਿੰਦਾ ਭਾਜੀ ਯਾਰ ਮੈਨੂੰ ਨਾ ਧਮਕੀਆਂ ਆ ਰਹੀ, ਮੈਂ ਕੀ ਹੋਇਆ, ਇਹ ਦੇਖੋ ਜੀ, ਮੈਂ ਕਿਹਾ ਕੀ ਗਿਆ था, कहता कुछ नहीं यार भाजी, राती माहौल ਬਣਿਆ ਸੀ, ਮੈਂ ਤਾਂ ਖੜ ਗਿਆ ਲੌਕ ਲੂਕ ਲਾ ਕੇ, ਨੰਗਾ ਹੋ ਕੇ ਖੜ ਗਿਆ ਵੀ ਹੁਣ ਤਾਂ ਮੈਨੂੰ ਕੀ ਪਤਾ ਵੀ ਰਿਕਾਰਡਿੰਗ ਚੱਲੀ ਹੈ, ਬਾਅਦ ਚ ਮੇਰੀ ਉਹ ਵੀਡੀਓ ਆ ਰਹੀ है, ਤੇ मैं कहा भाई देख अब करे क्या, नहीं उसने वायरल की नहीं थी, कहती कि आप मुझे पैसे दो, नहीं तो मैं, अब पता नहीं लड़की थी लड़का था क्या था, पैसे दे नहीं तो ये वायरल कर दूंगी। पहले तो डरा, 2-3 पैक के बाद कहता भाजी किन्ने के फॉलोवर मेरे 1000 भी नहीं होने, कर दे वायरल। मैं कहा भाजी ट्राई करके देखो, एक हो देखो की ਹੁੰਦਾ, क्योंकि देखो भाई कहना जे देख पल्ले है ही कुछ ना, कर दे वायरल, देखी जाऊगी। उन्हें यही किया, कहता भाई मेरे पास पैसे है नहीं, तू वायरल ही कर दिया, शायद मेरे फॉलोवर ही बढ़ जाए, और कुछ नहीं हुआ, ब्लॉक हो गया, सब कुछ खत्म। वो मतलब ढीठ बनती थी, कॉन्फिडेंस था, वो एक शॉट था, हो सकता है माड़ा भी हो सकता था, बट वो कॉन्फिडेंस ने कॉन्फिडेंस से कहा कि कर दे यार वायरल कर दे, अगर आज 1000 है शायद सुबह तक 4000 हो जाए, बस मम्मी पापा ना देखें, और उसको कहता बस मुझे मम्मी पापा का डर है, मम्मी पापा ना देख ले कि क्या हरकत करा था मुझे, और किसी का दोस्त आप जैसे हैं सारे, गिनके 5-7 फ्रेंड है, कोई फर्क नहीं पड़ता, 2-4 फ्रेंड है जो 2-4 दिन मजाक उड़ाएंगे, उसके बाद फिर, क्योंकि असली दोस्त वही है जो आपको जज ना करे, जेकर ਆਪਾਂ फ्रेंड है ना, ਤੁਸੀਂ ਜਿੰਨਾ ਮਰਜੀ ਮਾੜੇ ਹੋ, ਤੀਜੇ ਚੌਥੇ ਦਿਨ ਆਪਾਂ ਫਿਰ ਇਦਾਂ ਹੀ ਮਿਲਾਂਗੇ, ਛੱਡ ਯਾਰ ਹੋ ਗਈ ਜੋ ਤੇਰੀ, ਆਪਾਂ ਖੜੇ ਆ ਬਸ, ਮਜ਼ਾਕ ਕਰਕੇ ਉਸ ਤੋਂ ਬਾਅਦ ਉਦਾਂ ਹੀ, ਇਹੀ ਦੋਸਤੀ ਹੁੰਦੀ ਹੈ। ਜੇ ਤੁਸੀਂ ਜਜਮੈਂਟ ਕਰਕੇ ਕਰ ਦੈਨ ਯੂ ਆਰ ਨਾਟ ਫਰੈਂਡ, ਫਿਰ ਤਾਂ ਤੁਸੀਂ ਕੁਝ ਨਾ ਕੁਝ ਮਤਲਬ ਦੇਖ ਰਹੇ ਹੋ ਕਿ ਵੀ ਇਹਦੇ ਨਾਲ ਮੈਨੂੰ ਫਾਇਦਾ ਹੈ ਤਾਂ ਮੇਰਾ ਦੋਸਤ ਹੈ। ਮੇਰਾ ਨੇਚਰ ਇਹ, ਮੇਰੇ ਕੋਲ ਹੁਣ ਦੇਖੋ ਅਕੈਡਮੀ ਚ ਘੱਟੋ ਘੱਟ 120-130 ਬੱਚਾ ਹੈ, ਠੀਕ ਹੈ, ਜਿਹਦੇ ਚ ਘੱਟੋ ਘੱਟ ਜੇ ਮੈਂ ਰੈਗੂਲਰ ਦੀ ਗੱਲ ਕਰਾਂ 4-5 ਇਦਾਂ ਦੇ ਆਪਾਂ ਰੈਗੂਲਰ ਆਲਮੋਸਟ ਹਰ ਵੀਕਐਂਡ ਤੇ ਆਪਾਂ ਮਿਲਣਾ ਹੀ ਮਿਲਣਾ, ਠੀਕ ਹੈ, ਦੇ ਆਰ ਵੈਰੀ ਕਲੋਜ਼ ਟੂ ਮੀ, मैं सब नाल फ्रैंक हाँ, है ना, लेकिन एक डिस्टेंस मेंटेन किया है। जैसे हमारे कोच हमें बोलते हैं कि मैं तेरा दोस्त हूँ, बट मैं तेरा दोस्त नहीं हूँ, कभी मुसीबत में होगा मैं तेरे पास खड़ा हूँ, बट मैं तेरा वो दोस्त नहीं हूँ। तो मेरा भी वही नेचर बन गया, अगर मेरा कोई स्टूडेंट मेरे कंधे पे हाथ रखे तो मेरी एकदम से आंखें चेंज होती कि हाथ नीचे, बिल्कुल सामने खड़ा हो, इधर खड़े हो, सामने खड़े होकर बात कर, वो बेसिक रूल, वो कह दो कि बाय नेचर बन गया है, ठीक है। बेसिक रूल्स हमारे बहुत क्लियर है कि एकेडमी आ रहे हो, मत्था टेको मैट को, सामने बजरंग बली है, मत्था टेको, कोई भी कोच खड़ा है, राम राम कोच साहब, राम राम बोलना है, ये बेसिक चीजें हैं। अगर आपने ये रूट्स पकड़ी हुई ना, नहीं भटकते। बाकी देखो जो होना है वो होना है, ਤੁਸੀਂ ਜਿੰਨੇ ਮਰਜੀ ਸਾਥ ਬਣ ਜਾਓ, ਕਈ ਆਪਾਂ ਬਾਬੇ ਦੇਖੇ ਆ ਬਹੁਤ ਵਧੀਆ ਰਹੇ, ਪਟਾਕਾ ਉਹਨਾਂ ਦਾ ਵੀ ਵਜਿਆ, ਹੁਣ ਸਾਨੂੰ ਨਹੀਂ ਪਤਾ ਵਿਚਾਰੇ ਗਲਤ ਸੀਗੇ ਨਹੀਂ ਸੀਗੇ, ਹੋ ਸਕਦਾ ਹੈ ਸੱਚੀ ਬਹੁਤ ਮਾੜੇ ਰਹੇ ਹੋ ਸਕਦਾ ਹੈ ਕਿ ਪਲੋਟਿੰਗ ਸੀਗੀ ਨਹੀਂ ਹੋਈ, ਸਾਨੂੰ ਨਹੀਂ ਪਤਾ, बट द रियलिटी इज ਤੁਸੀਂ ਵਧੀਆ ਤਰੀਕੇ ਨਾਲ ਕੰਮ ਕੁਝ नहीं होता यार। बाकी जो उसने करना है, क्या पता साला पिछले कर्मों का कोई पटाखा मारना हो मार देगा, तो जब उसने करना होगा करेगा। चिल रहो, ये सोचो ये जो चल रहा है ये भी लिखा था, आगे जो चलेगा वो भी लिखा, तो फिर परवाह नहीं होती। मैं ਤੁਹਾਨੂੰ ਗੱਲ ਕੀਤੀ ਸੀ, ਹੁਣ ਸਾਨੂੰ ਨਹੀਂ ਪਤਾ ਸੀ ਪੌੜੀਆਂ ਉਤਰੀਏ ਸਾਡਾ ਪਟਾਕਾ ਹੋ ਜਾਵੇ। ਹਾਂ ਆਪਾਂ ਗੱਲ ਕਰ ਸੀ ਨਾ ਕਿ ਬੰਦੇ ਪਲੈਨਿੰਗ ਇੰਨੀ ਕਰ ਰਹੇ ਆ, ਸਹੀ ਗੱਲ ਹੈ। ਤੇ ਮੈਨੂੰ ਯਾਦ ਹੈ, ਮੈਨੂੰ ਇੱਕ ਮੇਰੇ ਬਹੁਤ ਕਲੋਜ਼ ਫਰੈਂਡ ਸੀਗੇ, ਕਹਿੰਦੇ ਬਾਈ ਯਾਰ ਤੁਸੀਂ ਤਾਂ ਬਹੁਤ ਛੇਤੀ ਮਤਲਬ ਭਗਤੀ ਚ ਆ ਗਏ, ਪ੍ਰੋਪਰ ਜਿੱਥੇ ਵੀ ਜਾਂਦੇ ਹੋ ਪ੍ਰੋਪਰ ਮੰदिर वगैरह जाते हो, ज्योतिर्लिंग होकर आए, है ना, तो क्या पता ये तो बुढ़ापे का टाइम होता है राम नाम जपने का या भगवान। मैं कहा यार बात तो तेरी ठीक है, बट सेम ये एग्जांपल दूंगा, क्या पता मैं सीढ़ियों से उतरूं, स्लिप हो गया, मर गया। तो कहते ना कि एक मैं पढ़ता हूँ, जैसे अभी भी मेरे पास रामायण है, तो मैं यहाँ भी या ऑफिस में भी जब मैं पूजा करता हूँ तो मैं 2 पेज, मेरी आदत नहीं है कि 2 पेज मैंने पढ़ के हनुमान जी को सुनाना है ना। रूटीन इतना बन गया कि अगर मेरी आंख खुलती है सुबह, दैट इज ऑल प्रैक्टिस, मेरी आंख खुलती है, मैं लेटा भी हूँ तो बैकग्राउंड में वो नाम जब चलता है, श्री राम जय राम जय जय राम, श्री राम जय राम जय जय राम, वो रूटीन सेट हो गया है। मैं कभी भी मेरा पॉडकास्ट होता है या कितने इंटरव्यू होता है, मैं मत्था टेकता कि भगवान मेरे मुंह से कुछ गलत ना निकले, ठीक है, मेरे आसपास रहना, है ना। भगवान है कौन है भगवान यार, फिलोसफी है ना, हमारी हवा वायु भगवान है, अग्नि भगवान, आप जिथे बैठे तुम इमेजिन कर लो कि मेरे भगवान मेरे आसपास है। ਤੇ ਹੈਗੇ ਆ, ਹੁਣ ਮੈਂ ਇਹੀ ਇਹਨੂੰ ਬਹੁਤ ਨੈਗੇਟਿਵ ਤਰੀਕੇ ਨਾਲ ਵੀ ਬੋਲੀ ਜਾਵਾਂ, ਫਿਰ ਤਾਂ ਉਹ ਮੈਂ ਨੈਗੇਟਿਵ ਕਿਹਾ ਕੁਛ, ਉਹ ਅੱਜ ਨਹੀਂ ਜਦ ਕੁਝ ਪਟਾਕਾ ਵਜੇਗਾ ਮੇਰੇ ਅਗੇਂਸਟ ਆ ਜਾਏਗਾ। ਬਟ ਮੈਨੂੰ ਪਤਾ ਕਿ ਵੀ ਮੈਂ ਕਿਸੇ ਚੀਜ਼ 'ਚ ਗਲਤ ਨਹੀਂ ਕਹਿ ਰਿਹਾ,
ਹੈ ਨਾ। ਮੈਂ ਉਹ ਚੀਜ਼ਾਂ ਦੱਸਿਆ ਜਿਹੜਾ ਮੇਰਾ ਐਕਸਪੀਰੀਅੰਸ ਹੈ, ਜਿਹੜਾ मैं देखा है, तो मैंने यही होता कि भगवान बस मेरे साथ साथ रहना, मुझे इतना मेरे साथ कभी ऐसा कुछ हो ना बस। बाकी जो जब होना है वो बाद में देखेंगे, अपनी कॉन्शियस में ना हो बस। ये बहुत बेसिक चीज़ है, इनका ध्यान रखना बस। ਭਾਈ ਟੂ ਬੀ ਓਨੈਸਟ, ਮੈਂ ਕੱਲ ਤੋਂ ਤੁਹਾਡੀ ਅਕੈਡਮੀ ਜੁਆਇਨ ਕਰ ਰਿਹਾ, ਮੈਨੂੰ ਇੰਨੀ ਮੋਟੀਵੇਸ਼ਨ ਆ ਗਈ ਹੈ। मेरे को मुंडा पटियाले तो अप डाउन कर रहे हैं, अंबाले तो अप डाउन कर रहे हैं, कुरुक्षेत्र, लाडवा रेगुलर अप डाउन कर रहे हैं। कोई बंदा 2 घंटे का सफर करके अगर आपके पास आ रहा है तो आपकी रिस्पॉन्सिबिलिटी बढ़ जाती है। अब मैं अगर उस बच्चे से 1 घंटे के चार्जेस ले रहा हूँ अगर, तो मैं उसको 3 घंटे अलाउ करता हूँ, तो तीनों बैच में लगा। आज भी उसके पेरेंट का फोन आया तो पीजी के लिए पूछे थे, तो मैंने कहा कोई नहीं मैम, मैं फ्री होऊंगा तो मैं देखूंगा, अगर मेरे को आसपास दिखा कोई मैं उसका पीजी चेंज करवा दूंगा। तो मैं मुझे होता है कि मैं अगर अपना काम अच्छे से कर रहा हूँ ना, तो मेरे पास बंदे दूर दूर से भी आएंगे। अब वो पीजी लेके यहीं रह के ट्रेनिंग करने के लिए आ रहे हैं, ठीक है ना। तो पहला पर्पस ये होता है कि आपके आसपास देखो, 2-4 किलोमीटर में कोई मिलता है, अच्छी एकेडमी, अच्छा जिम मिलता है, वो ढूंढ करो ज्वाइन। उसके बाद भी अगर आपको है कि नहीं मुझे करना यही है, मुझे पता है मेरी चीज का, मुझे पता है कि मेरी एकेडमी बेस्ट है, मैं अपनी चीज में बेस्ट हूँ, मैं अपना काम अच्छे से कर मेरे रहा को हूँ, मेरा पोटेंशियल पता है ना। मैनू मेरा पोटेंशियल पता, बाकी आना जाना रहना खाना ये सब थोड़ा काम है। डाइट का ध्यान तुसी रखना है, अपनी ट्रेनिंग रूटीन डिसिपलिन का ध्यान तुसी रखना है। जे इन्हां चीज़ां ते काम करो फिर बस ਵਧੀਆ ਵਧੀਆ ਸਭ। ਜਿਵੇਂ ਮੈਂ ਮੋਟੀਵੇਸ਼ਨ ਹੋਇਆ ਉਦਾਂ ਹੀ ਆਈ ਹੋਪ ਸਾਡੀ ਆਡੀਅנס ਵੀ ਮੋਟੀਵੇਸ਼ਨ ਹੋਊਗੀ। ਅੱਜ ਦਾ ਪੋਡਕਾਸਟ ਬਹੁਤ ਹੀ એનર્ਜੈਟਿਕ ਹੈ। ਸ਼ੁਕਰੀਆ। ਥੈਂਕ ਯੂ ਜੀ, ਧੰਨਵਾਦ।